ਭਾਏ ਨੇ ਤੇ ਵਾਲ ਝੜ ਹੋਇਆ ਤੇ ਸਾਰੇ ਘਰਦਿਆਂ ਦੇ ਮੂੰਹ ਬਣ ਗਏ, ਇਹਦਾ ਨਹੀਂ ਬਣਿਆ। ਘਰੋਂ ਨਿਕਲਦਾ ਤੇ ਉਹਦਾ ਬੂ ਕਹਿੰਦਾ ਹਲਾਲ ਤੋਂ ਬਚ ਕੇ। ਅੱਜ ਤੋਂ ਬਾਅਦ ਅਗਲੇ ਹਫਤੇ ਤੱਕ ਕੋਈ ਏਦਾਂ ਦੀ ਛੁੱਟੀ ਕੀਤੀ ਚਿੱਤਰ ਖਾਏਗਾ। ਇੰਜ ਪੱਟੀ ਘੁਮਾ ਹੁਣ ਫਰੀ ਸਾਹਿਬ ਹੋ ਜਾ ਮੇਰੀ ਪੀਟ। अस्सलाम वालेकुम नाज़रीन, टी टाइम में खुश आमदीद। स्मार्टनेस आ गया जी भाजी। बास तो बगैर असी शो नहीं वेखना, बास तो बगैर असी टीवी नहीं वेखते, बास तो बगैर असी आ गया। भैन दसो भैन की गल क्यों नहीं सी आए? 3 दिन 4 दिन क्यों नहीं आए? उधर दसो ਭਾਜੀ ਜਿੰਨਾ ਕੁ ਮੈਂ ਦੱਸਿਆ ਉਹ ਤੇ ਦੱਸੋ ਨਾ, ਦਰਦ ਹੋ नहीं 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 तुसी सारा आप ही दसो। ਟੋਟਲ ਨਹੀਂ ਨਾ ਦੱਸੀ ਜਾਣੀ ਹੁੰਦੀ ਭਾਜੀ ਨੂੰ ਬਾਅਦ ਚ ਪਤਾ ਕੀ ਸਾਨੂੰ ਕਹਿੰਦੇ ਆ, ਉਹ ਸਾਨੂੰ ਸਾਰਿਆਂ ਨੂੰ ਮੁੜ ਕੇ ਕਿਸੇ ਤੇ ਵੀ ਨਹੀਂ ਗਿਣਦੇ। ਮੈਨੂੰ ਫਿਰ ਨਾਲ ਕੋ ਬੰਦਾ ਦੋ ਮਿੱਥਣ ਵਾਸਤੇ। ਨਹੀਂ ਨਹੀਂ ਮਿੱਥਣ ਨਹੀਂ, ਤੂੰ ਆਪ ਦੱਸ, ਤੈਨੂੰ ਮੈਂ ਨਾਲ ਮਿੱਥਣ ਕੀ, ਤੈਨੂੰ ਮੈਂ ਨਾਲ ਜਤਿੰਦਰ ਵੀ ਦਿੰਨਾ। ਚੱਲ ਨਹੀਂ ਇੱਕ ਤੇ ਫਰੀ ਨੂੰ ਨਾਲ ਦੇ। ਚਲੋ ਜੀ ਦੇ ਦਿਓ ਜੀ। ਫਰੀ ਦੇ ਨਾਲ ਹਾਂ, ਚਲੋ। ਜਿੱਥੇ ਕਿ ਮੈਂ ਘਟਿਆ ਉੱਥੇ ਕਿ ਤੂੰ ਅੱਛਾ ਨਾਲ ਹੀ ਆ, ਮੈਂ ਵੀ ਘਟਿਆ ਹੀ ਆ। ਚੱਲ ਹਾਂ ਤਾਜੀ उधर 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 के नादरीन ਤਾਜ ਨਾਜ਼ਰੀਨ अस्सलाम वालेकुम। ਹੂੰ ਅੱਛਾ ਤਾਜੀ ਹਾਂ ਵਾਲ ਤੋੜ ਹੋ ਗਏ, हैं ਵਾਲ ਤੋੜ। ਓਏ वाल तोड़ ਹਾਂਜੀ किथे? ਇੱਥੇ ਤਾਂ ਓਏ ओहो ਇਹ ਤੇ ਫਿਰ ये तो 2.5-3 साल ਬੰਦੇ ਨੂੰ ਜਾਂਦਾ, ਤੂੰ ਚੌਥੇ ਦਿਨ ਹੀ ਆ ਗਿਆ। ਇਹਦਾ ਤੇ ਇਲਾਜ ਵੀ ਇੰਡੀਆ ਜਾਂ ਹੈ ਹੀ ਨਹੀਂ ਚਾਈਨਾ ਇਹ 2 ਸਾਲ ਤਾਂ ਬੰਦਾ ਮੰਜੇ ਤੇ ਪਿਆ ਰਹਿੰਦਾ ਵਾ, ਇਹ ਤੇ ਤੂੰ ਐਡੀ ਛੇਤੀ ਕਾ ਨਹੀਂ ਰਹਿਣ ਦੇ, ਨਾ ਕਰੀ ਰਹਿਣ ਦੇ। ਇਹ ਬਾਹਰ ਜਾ ਕੇ ਤੂੰ ਇੰਜ ਲਾਉਣੀ ਆ ਯੈਸ, ਇਹ ਬਾਹਰ ਜਾ ਕੇ ਤੂੰ ਇੰਜ ਲਾਉਣੀ ਹੈ। ਤਾਜੀ ਨਹੀਂ ਹੈ ਜਨੀ ਤਾਜੀ ਇਹ ਪੂਰੀ। ਅੱਛਾ ਰਹਿਣ ਦੇ ਨਾ, ਅਸੀਂ ਤੈਨੂੰ ਕਦੋਂ ਕਿਹਾ ਵੀ ਸਾਨੂੰ ਨਹੀਂ ਤਾਜੀ ਗੱਲ ਉਹ ਹੁੰਦੀ ਜਿਹੜੀ ਉਹ ਭਾਈ ਅਸੀਂ ਮੰਨ ਲਿਆ, ਉਹ ਤੂੰ ਰਹਿਣ ਦੇ ਯਾਰ, ਮੰਨ ਲਿਆ। ਨਹੀਂ ਤਾਜੀ ਕੀ ਛਿੱਟੇ ਪੈ ਜਾਣੇ, ਉਹ ਕਿਹੜਾ ਵੀ ਥੱਲੇ ਕੋਈ ਪਤਾ ਨਹੀਂ, ਤੇਰਾ ਤਤੀਰੀ ਹੈ। ਲਓ ਜੀ ਦੱਸੋ, ਏਦਾਂ ਖਿੱਚਿਆ ਜਾਂਦਾ ਹੁੰਦਾ? ਕਦੀ ਅਰ ਏਦਾਂ ਖਿੱਚੀ ਜਾਂਦੀ ਹੈ? ਇਹ ਥੱਲੋਂ ਤੁਹਾਨੂੰ ਪਤਾ ਚੱਲੇਗਾ ਇਦਾਂ। ਅੱਛਾ ਯਾਰ ਠੀਕ ਆ, ਕਿਉਂ ਦਿਖਾ ਰਿਹਾ ਤੂੰ ਪਾਗਲ ਆਦਮੀ? ਮੰਨ ਲਿਆ ਮੇਰਾ ਦਿਲ ਕਰਨ ਦਿਆ ਵਾ। ਉਹ ਸਾਰਿਆਂ ਦਾ ਖਰਾਬ ਹੋਣ ਲੱਗਾ ਰਹਿੰਦੇ। ਵੇਖ ਲਓ ਜੀ, ਉਹਨੇ ਜਦੋਂ ਇੱਥੇ ਪੈ ਕੇ ਪੱਟੀ ਕੀਤੀ ਇਹਨੇ ਹੁਣ ਇੱਥੇ। ਆ ਲਓ ਜੀ। ਕਿੱਥੇ ਆ ਲਓ, ਓਏ ਗੂਟਾ ਹੀ ਹੈ ਨਹੀਂ ਨਾਲ। ਸਾਈ ਨਾ ਹਲੇ ਨਾ ਆਵੇ ਕੰਮ ਦਿਆ ਹੈ। ਨਹੀਂ ਨਹੀਂ ਇਹ ਉਹਦਾ ਨਹੀਂ ਰੌਲਾ। ਅੱਛਾ ਜੀ ਓ ਹੋ ਓਏ ਬਰੀ ਤਕਦੀਰ ਹੈ। ਹਾਂਜੀ ਤਾਜੀ ਆ ਹੋ ਗਿਆ ਸਿੱਧਾ। ਲਓ ਜੀ ਮੈਨੂੰ ਦੱਸੋ ਦੇ ਅੰਗੂਠੇ ਤੇ ਕੀ ਹੈ? ਹੁਣੇ ਅੱਛਾ ਪੱਟੀ ਦੇ ਨਾਲ ਇਹਦਾ ਭਰਮ ਸੀ, ਉਹਨੇ ਲਾ ਕੇ ਉਹ ਵੀ ਖਤਮ ਪਰਮ ਕਰਾ ਨਹੀਂ ਦਿੱਤਾ। ਸੀ ਤਾਜੀ, ਹੁਣੇ ਤੁਹਾਨੂੰ ਪਤਾ ਚੱਲ ਜਾਏਗਾ। 2 ਗੁੱਠਿਆਂ 'ਚ ਫਰਕ ਹੁੰਦਾ। ਭਾਈ ਹੁਣ 1 ਮਿੰਟ ਠਹਿਰ ਜਾਓ, ਮੈਂ ਇੱਧਰ ਦੀ ਵੀਡੀਓ ਕਲੋਜ਼ ਕਰਕੇ ਨਾਜ਼ਰੀਨ ਕਲੋਜ਼ ਤਾਜੀ ਟਾਰਚ ਵੀ ਬਣਨੀ ਆ। ਟਾਰਚ ਛੱਡ ਕੇ ਮੈਂ ਠਹਿਰ ਤੇ ਜਾਣਾ। ਨਹੀਂ ਨਹੀਂ ਅੱਛਾ ਇਹ ਨਾਜ਼ਰੀਨ ਜ਼ਰਾ ਚੈੱਕ ਕਰਨਾ ਜੀ। 1 ਮਿੰਟ ਆ ਵੇਖੋ ਤਾਜੀ ਨੀਲਾ ਹੋਇਆ। ਇਹ ਇੱਥੋਂ ਉਹ ਹੁੰਦਾ ਵਾ ਤਾਜੀ ਕੰਮ। ਸਹੀ ਉਹ ਗੱਲ। ਨੀਲਾ ਥੱਲੋਂ ਕਾਰਪੇਟ ਵਾ। ਅੱਛਾ ਇੰਨਾ ਕੁ ਵੈਸੇ ਪੱਟੀ ਬੰਨਣ ਨਾਲ ਵੀ ਹੋ ਜਾਂਦਾ। ਅੱਛਾ ਚਲੋ, ਇਹ ਤੂੰ ਜਿੱਡੀ ਘੁੱਟ ਕੇ ਪੱਟੀ ਵੱਜੀ ਸੀ ਉਹਦੇ ਨਾਲ ਹੀ ਹੋ ਜਾਂਦਾ। ਅੱਛਾ ਇਹਦੇ ਨਾਲ 4 ਦਿਨ ਛੁੱਟੀ ਕੀਤੀ ਤੂੰ? ਤਾਜੀ ਹੋਈ ਨਹੀਂ ਸਹੀ। ਮੈਂ ਕਿਹਾ 2 ਦਿਨਾਂ 'ਚ ਹੋ ਜਾਏਗਾ ਤਾਜੀ, ਉਹ ਪਰ ਨਹੀਂ। ਚਲੋ ਯਾਰ ਉਧਰ ਉਹਨਾਂ ਨੂੰ ਨਾ ਦੱਸ ਦੇ ਕਿ ਭੈਣ ਅੱਗੇ ਤੋਂ ਵੀ ਨਾ ਤੁਸੀਂ ਸਾਨੂੰ ਕੋਈ ਗੱਲ ਨਹੀਂ ਕਰਨੀ, ਤੁਹਾਡੀ ਆ ਮਿਹਰਬਾਨੀ। ਜ਼ਿੰਦਗੀ ਸਾਨੂੰ ਨਹੀਂ ਇਹ ਗੱਲ ਸੁਣਾਉਣੀ, ਬਾਸ ਨਹੀਂ ਆਇਆ ਤਾਂ ਅਸੀਂ ਸ਼ੋਅ ਨਹੀਂ ਵੇਖਣਾ, ਤੇ ਘਰ ਦਾ ਪਤਾ ਲੈ ਲਓ, ਇਹਨੂੰ ਉੱਥੇ ਜਾ ਕੇ ਮਿਲ ਲਿਆ ਘਰ ਦਾ ਨਹੀਂ ਤਾਜੀ, ਤੁਸੀਂ ਮੇਰਾ ਪਤਾ ਲੈਣਾ ਘਰ। ਭਾਈਜਾਨ। ਮੈਂ ਕਾਹਦਾ, ਮੈਂ ਤੁਹਾਡੀ ਜਗ੍ਹਾ ਤੇ ਮੈਂ ਪਹਿਲੇ ਤੁਹਾਡੇ ਉੱਥੋਂ ਜ਼ਲੀਲ ਹੋਵਾਂ, ਮੁੜ ਕੇ ਉਹਨਾਂ ਦੇ ਉੱਥੋਂ ਸੁਣਾ ਗੱਲਾਂ। ਮੈਨੂੰ ਕਾਹਦੀ ਕਿਸ ਚੀਜ਼ ਦਾ, ਮੈਨੂੰ ਭਾਈ ਮੈਨੂੰ ਕਾਹਦੀ ਟੈਨਸ਼ਨ ਆ, ਮੈਨੂੰ ਸਜ਼ਾ ਕਾਹਦੀ ਆ? ਤੂੰ 4 ਦਿਨਾਂ 'ਚ 1 ਵੀ ਫੋਨ ਕੀਤਾ ਮੈਨੂੰ? ਤੁਸੀਂ ਕੀਤਾ? ਹਾਂਜੀ ਕਰੋ ਕੀਤਾ। ਉਹਨੇ ਪੁੱਛ ਤੈਨੂੰ ਫੋਨ? ਉਹਨਾਂ ਨੇ ਤੇ ਹੋਰ ਉਹਨੂੰ ਭੜਕਾਤਾ ਅੱਬੂ ਨੂੰ। ਉਹ ਮੈਂ ਬਿਮਾਰ ਨਹੀਂ, ਮੈਨੂੰ ਚੁੱਕ ਕੇ ਕਹਿੰਦੇ ਚੱਲ ਕੰਮ ਤੇ, ਮੈਂ ਉਹ ਹੋਰ ਪੈਰ ਨੂੰ ਵੀ ਕੰਮ ਲੱਗ ਗਿਆ। ਯਾਰ ਵੈਸੇ ਤੇਰੇ ਅੱਬੂ ਅਗਰ ਨਾ ਹੁੰਦੇ ਹਾਂਜੀ ਤੇ ਯਾਰ ਜਿੱਦਾਂ ਤੂੰ ਮਤਲਬ ਪੂਰੇ ਰਾਈਟ ਟਾਈਮ 4 ਦਿਨ ਬਾਅਦ ਉਹਨਾਂ ਨੇ ਤੈਨੂੰ ਭੇਜਤਾ ਨਾ। ਤਾਜੀ ਅੱਗੇ ਲੰਬਰ ਸੀ ਹੈ ਸਲਮਾਨ ਭਾਈ ਉਹਨਾਂ ਕੋਲ। ਹੁਣ ਨਹੀਂ ਆ, ਛੁੱਟੀਆਂ 'ਚ ਹੀ ਆਇਆ ਉਹਨਾਂ ਕੋਲ ਨੰਬਰ। ਅੱਛਾ ਅੱਛਾ। ਹਾਂਜੀ ਉਹ ਯਾਨੀ ਤੇਰੇ ਅੱਬੂ ਨੇ ਹੁਣ ਤੈਨੂੰ ਕਿਹਾ ਵੀ 4 ਦਿਨ ਹੋ ਗਏ ਤੂੰ ਗਿਆ ਨਹੀਂ, ਚੱਲ ਕੰਮ ਤੇ ਜ਼ਿੰਮੇਦਾਰਾਂ ਸੀ, ਦੂਸਰੇ ਦਿਨ ਤਾਜੀ। ਤੇ ਫਿਰ ਤੂੰ ਤੇ ਆਇਆ ਚੌਥੇ ਦਿਨ। ਤਾਜੀ ਚੌਥੇ ਦਿਨ ਉਦੋਂ ਫਿਰ ਗਿੱਟੇ ਨੂੰ ਵੀ ਕੰਮ ਲੱਗ ਗਿਆ ਨਾਲ। ਓਏ ਆਪਾਂ ਇਹਨਾਂ ਸੁਣ ਲਿਆ ਤੁਸੀਂ, ਤੁਹਾਡੀ ਮਿਹਰਬਾਨੀ ਹੈ। ਤੁਸੀਂ ਨੈਕਸਟ ਮੇਰੀ ਵੀਡੀਓ ਤੇ ਥੱਲੇ ਨਾ ਮੈਂ ਲੰਮੇ ਪਾ ਕੇ ਨਾ ਉਹਨਾਂ ਦੇ ਮੈਂ ਖਾਰਿਜ ਕਰ ਦਿਆਂਗਾ। ਤਾਜੀ ਇਹ ਤੁਹਾਡੀ जिन्हें गल कही कि बास नहीं आया हमने ये शो ही नहीं देखना,
ਸਾਡਾ ਕੀ ਕਸੂਰ ਹੈ ਯਾਰ? ਨਹੀਂ ਉਹਦੇ ਚ ਮਸਲਾ ਉਸਤਾਦ ਜੀ, ਇੱਕ ਬੰਦਾ ਬਿਮਾਰ ਹੋ ਗਿਆ। ਉਹ ਯਾਰ ਤੂੰ ਲਾਹੌਰ ਚਲਾ ਗਿਆ, ਉਹ ਆਪਣੀ ਲੱਤ ਤੜਾ ਕੇ ਪਿਆ, ਉਹਨੂੰ ਵਾਲ ਝੜ ਹੋਇਆ ਹੀ ਨਹੀਂ। ਉਸਤਾਦ ਜੀ ਸਾਡਾ ਕੀ ਕਸੂਰ ਹੈ ਭੈਣ? ਸਾਡਾ ਕਸੂਰ ਦੱਸੋ ਨਾ। ਸਾਦਾ ਦੱਸ ਯਾਰ, ਕੁਛ ਵੀ ਨਹੀਂ, ਵਾਲ ਝੜਦੇ ਤਾਂ ਅੰਗੂਠੇ ਤੇ ਆ, ਉੱਥੋਂ ਘੱਟੋ ਘੁੱਟੀ ਜਾਂਦੇ ਹੋ। ਕਸਮੇ ਖਰਾਜੀ ਹੁਣ ਜਰਮਨ ਫੇਰ ਦਰਦ ਸ਼ੁਰੂ ਹੋ ਗਈ। ਉਸਤਾਦ ਜੀ ਨੇ ਕਿਹਾ ਨਾ ਵਾਲ ਝੜ ਨਹੀਂ ਹੋਇਆ। ਮੈਨੂੰ ਇਹਦੀ ਵਿਸ ਦਾ ਪਤਾ, ਇਹ ਬਹੁਤ ਉਸਤਾਦ ਜੀ ਕੰਮ ਵੱਧ ਗਿਆ ਹੈ। ਇਹ ਤੂੰ ਛੁੱਟੀਆਂ ਨਾ ਕਰਦਾ, ਇੱਥੇ ਪਿਆ ਹੁੰਦਾ ਤੇ ਸਰਦੀ ਨਾਲ ਕੁਛ ਦਾ ਕੁਛ ਹੋ ਜਾਣਾ ਸੀ। ਜ਼ਿੰਦਗੀ ਦਾ ਮੇਰਾ ਪਹਿਲਾ ਵਾਲ ਆ ਜਿਹੜਾ ਝੜ ਹੋਇਆ। ਇਹਨਾਂ ਦੇ ਕੀ ਝੜ ਹੋਣੇ ਵੇਖ ਤੇ ਸਹੀ, ਪਹਿਲੇ ਹੀ ਸੜੇ ਪਏ ਅੱਲਾ ਮਾਰ ਵਾਲ ਹੁਣ ਤੇ ਝੜ। ਬੇਟੇ 4 ਦਿਨ ਬਾਅਦ ਆ ਕੇ ਸ਼ੋਖਾ ਨਾ ਹੋ, ਮੈਂ ਸਾਰਾ ਕੁਝ ਦੱਸ ਦੇਣਾ ਤੂੰ ਕੀ ਕਰਦਾ ਜਾਂ ਕੀ ਹੋਇਆ। ਇਹਨਾਂ ਨੂੰ ਬਸ ਐਵੇਂ ਰਾਜ਼ ਬੇਟਾ, ਇਹ ਭੇਤੀ ਹੈ, ਸਿਆਣੇ ਕਹਿੰਦੇ ਆ ਜ਼ਿੰਦਗੀ 'ਚ ਕਿਤੇ ਵੀ ਮਿਲ ਜਾਏ ਭੇਤੀ ਨਾ ਮਿਲੇ। ਤਾਂ ਮੈਨੂੰ ਲੱਗ ਗਿਆ ਪਤਾ ਅਰੇ ਹੱਥ ਪੈਰਾਂ ਦੇ ਹੈਪਰ ਭਲਾ ਕਾਤੋਂ ਹੋਏ ਆ। ਕਾਤੋਂ? ਆਪਾਂ ਛੁੱਟੀਆਂ ਕਰਕੇ ਆਏ ਤੇ ਪਤਾ ਹੀ ਐ ਹੀ ਤੇਰੀ ਮਾੜੀ ਗੱਲ ਆ। ਦੇਖ ਨਾ, ਸਾਨੂੰ ਜ਼ਿੰਮੇਵਾਰੀ ਪਤਾ ਵਾ ਕਿ ਉਸਤਾਦ ਜੀ ਇਕੱਲੇ ਨੇ, ਸਾਡੀ ਹੁਣ ਲੋੜ ਆ, ਅਸੀਂ ਜਾਣ ਕੇ ਬਹਾਨੇ ਬਣਾ ਗੱਲ ਕੇ ਇਹ ਹੈ ਘਰ ਯਾਰ, ਰਹਿ ਉਹਨਾਂ ਨੂੰ ਜਾਈਏ। ਪਤਾ ਵਾ 4 ਕਰ ਲਈਏ, 6 ਕਰ ਲਈਏ, 8 ਕਰ ਲਈਏ, ਨਾ ਉਹਨੇ ਪੈਸੇ ਕੱਟਣੇ ਆ, ਨਾ ਉਹਨੇ 1 ਰੁਪਈਆ ਵੀ ਕੱਟਣਾ ਵਾ। ਫੈਕਟਰੀ 'ਚ ਜਾਂਦਾ ਸੀ, ਘੰਟਾ ਪਹਿਲੇ ਆ ਜਾਂਦਾ ਸੀ, ਅਗਲੇ ਘੰਟੇ ਤੇ ਘੱਟ ਕਰਦੇ ਸੀ। ਉੱਥੇ ਮਤਲਬ ਕਿ ਕੀ ਉਹਨੂੰ ਕਹਿੰਦੇ ਹੁੰਦੇ ਨੇ, ਸਾਰਾ ਕੁਝ ਕਰਕੇ ਉੱਥੇ ਪੂਰਾ ਅਗਲੇ ਟਾਈਮ ਸਿਰ। ਇੱਥੇ ਪਤਾ ਵਾ ਵੀ ਆ ਕੇ ਮੈਂ ਜਿਆਦਾ ਕਰ ਲੂੰਗਾ, ਕੋ ਉਹ ਇਦਾਂ ਹੋ ਗਿਆ ਤੇ ਇਦਾਂ ਹੋ ਗਿਆ, ਤੇ ਮੈਂ ਆ ਕੇ ਥੋੜਾ ਜਿਹਾ ਇੰਜ ਕਰਕੇ ਮਨਾ ਲੂੰਗਾ, ਨਾ ਮੇਰੇ ਪੈਸੇ ਕੱਟੇ ਜਾਣੇ ਆ, ਨਾ ਮੇਰੇ ਨਾਲ ਕੋਈ ਵਾਧਾ ਘਾਟਾ ਹੋਣਾ ਵਾ। ਸ਼ੋਅ 'ਚ ਵੀ ਨਾਮ ਹੀ ਬੈਠਾ ਤੇ ਯਾਨੀ ਇਹ ਅਜੀਬ ਜੇ ਮਤਲਬ ਇਹ ਸਾਡੇ ਹੱਥੇ ਚੜੇ ਆ ਭਾਈ, ਇਹ ਕਿ ਇਹਨੂੰ ਜੋ ਮਰਜ਼ੀ ਕਰ ਲੋ, ਅਸੀਂ ਆ ਕੇ ਚੇਦਾ ਚੂਦਾ ਕਰਕੇ ਅਸੀਂ ਉਹ ਨਿਕਲ ਜਾਣਾ। ਹਾਂ, ਇਹ ਕਿਤੇ ਮੈਨੂੰ ਬੋਲਣ ਨਹੀਂ ਦਿੰਦੇ ਤੇ ਕਿਤੇ ਬੁਲਾਉਂਦੇ ਹੀ ਨਹੀਂ ਮੈਨੂੰ। ਅੱਲਾ ਤਾਜੀ ਮੈਂ ਮੈਨੇਜ ਵੀ ਕਰਦਾ ਨਾ ਮਿੱਠਾ ਜੀ। ਯਾਦ ਕਰ ਲਾ ਫੈਕਟਰੀ ਵਾਲੇ ਨੂੰ, ਦੇਖ ਲਾ ਜਰਾ ਭਲਾ ਹਲੇ ਪੜੇ ਨੂੰ ਮੂੰਹ ਕਰ ਲੈ 2-4 ਮਿੰਟ। ਤਾਜੀ ਮੈਂ ਮੈਨੇਜ ਵੀ ਕਰਦਾ ਨਾ। ਹਾਂਜੀ, ਫੈਕਟਰੀਆਂ 'ਚ ਵੀ, ਦਾਰੇ 'ਚ ਵੀ, ਥੱਲੇ ਤੋਂ ਲੱਗ ਕੇ ਉੱਤੇ ਤੱਕ ਫਰੀਦ ਦਾ ਨਹੀਂ ਵੇ ਤੇ ਗੱਲ ਮੈਨੂੰ ਮੈਨੇਜ ਕਰਨਾ ਵੀ ਆਉਂਦਾ। ਤਾਜੀ ਫੈਕਟਰੀ 'ਚ ਮੈਂ ਮਾਲਕਾਂ ਵਾਂਗੂ ਜਾਣਾ ਸੀ, ਮਾਲਕ ਦੇ ਨਾਲ ਬਹਿ ਕੇ ਫਲ ਖਾਣਾ, ਰੋਟੀ ਖਾਣੀ, ਫਿਰ ਆਪਣੀ ਮਸ਼ੀਨ ਤੇ ਚੱਲ ਜਾਣਾ। ਉਹ ਇੱਥੇ ਵੀ ਤੂੰ 5 ਵਜੇ ਆਉਣਾ ਵਾ, ਇੱਥੇ ਤੂੰ ਮਾਲ ਕਰੋ ਵੀ 2 ਫੁੱਟ ਅੱਗੇ ਆ। ਮਾਲਕ ਦੁਪਹਿਰੇ 12 ਵਜੇ ਆਉਂਦੇ ਸੀ, ਇਹ ਰਾਤ ਨੂੰ 12 ਵਜੇ ਕੰਮ ਤੋਂ ਵਾਪਸ ਆਉਂਦਾ ਸੀ, ਸਵੇਰ ਰੋਜ਼ਾਨਾ ਤੋਂ ਬਾਅਦ ਹੀ ਚੱਲ ਜਾਂਦਾ ਸੀ। ਜਾਂਦਾ ਸੀ ਨਾ, ਯਾਦ ਹੈ ਨਾ? ਬਿਲਕੁਲ। ਹਾਂਜੀ, ਤੇ ਉੱਥੇ ਟਾਈਮ ਦੇ ਪੈਸੇ ਮਿਲਦੇ, ਦਿਹਾੜੀ ਦੇ ਨਹੀਂ ਮਿਲਦੇ, ਕੰਮ ਦੇ ਜਿੰਨਾ ਕੰਮ ਕਰਨਾ ਜਿੰਨਾ ਜੀ। ਇੱਥੇ ਹੁਣ 4 ਦਿਨ ਬਾਅਦ ਵੀ ਆਇਆ ਤੇ ਉਹ ਤਨਖਾਹ ਉਹਦੀ ਪੱਕੀ ਹੈ ਜੀ। ਉੱਥੇ ਜਿਹੜੇ ਵਿਜ਼ਿਟ ਤੇ ਆਉਂਦੇ ਸੀ ਉਹ ਵੀ ਦੱਸ ਕਿੰਨੀਆਂ ਨਜ਼ਰਾਂ ਹੁੰਦੀਆਂ ਸੀ ਐਚਆਰ 'ਚ ਜਾ ਕੇ ਜਦੋਂ ਮੈਂ ਜਾਂਦਾ ਹੁੰਦਾ। ਅੱਛਾ ਜੀ, ਹੌਜ਼ਰੀ 'ਚ ਤਾਂ 27 ਸੁਣਾਉਂਦਾ ਸੀ। ਉਹ ਗੋਰੇ ਆਂਦੇ ਸੀ, ਉਧਰੋਂ ਫਿਲਪੀਨੀ ਨਾਲ ਉਹ ਨਜ਼ਰਾਂ ਦੇ ਕੇ ਜਾਂਦੇ ਸੀ, ਡਾਲਰ ਪੁੱਛ ਲੈ। ਓਏ ਤੂੰ ਚਾਹਤ ਪਤਾ ਹੀ ਨਹੀਂ ਖਾਦੀ ਫੈਕਟਰੀ ਲੱਗਾ ਸੀਗਾ। ਹਾਂ ਬੇਟੇ ਯਾਰ, ਵਾਹ ਵਾਹ। ਵੀ ਤੈਨੂੰ ਵੀ ਨਜ਼ਰਾਂ ਪੇ ਲੈ ਨੂੰ ਬੰਦ ਕਰਤਾ ਹੀ ਉਹਨੇ। ਕਿਉਂ ਵੱਡੀ ਗੱਲ ਕਰ? ਉਹ ਕਿ ਖੁੱਲਿਆ ਹੀ ਨਹੀਂ, ਪੱਟੀ ਖੁੱਲੀ। ਭੈਣ ਗੱਲ ਇਹ ਆ ਕਿ ਤੁਸੀਂ ਮੇਰੇ ਕੋਲ ਪਰ ਸ਼ੋਅ ਦੇ ਹਿਸਾਬ ਨਾਲ ਪੈਸੇ ਲਵੋ ਭੈਣ, ਤੇ ਪਰ ਮੁਸ਼ਾਇਰੇ ਦੇ ਹਿਸਾਬ ਨਾਲ ਪੈਸੇ ਲਵੋ। ਕਿੰਨੇ ਲੋਕ ਇਸ ਚੀਜ਼ ਨੂੰ ਐਗਰੀ ਕਰਦੇ? ਥੱਲੇ ਕਮੈਂਟਸ ਕਰਦੇ। ਨਹੀਂ ਉਸਤਾਦ ਜੀ, ਜਿਹੜੇ ਰੈਗੂਲਰ ਆ ਉਹਨਾਂ ਨੂੰ ਤਾਂ ਨਾ ਕੋਈ, ਜਿਹੜੇ ਤੰਗ ਕਰਦੇ ਹੁਣ ਇਦਾਂ ਤੇ ਫਿਰ ਕਿਹਨੂੰ ਕਰਾਂ ਮੈਂ? ਕਿਹਨੂੰ ਕਰਾਂ ਦੱਸੋ? ਜਿਹੜੇ ਨਜਾਇਜ਼ 3 ਘੰਟੇ ਪਹਿਲੇ ਆ ਕੇ ਬੈਠੇ ਰਹਿੰਦੇ, ਉਹਨਾਂ ਤਾਂ ਕੁਝ ਸੋਚੋ ਨਾ, ਉਹਨੂੰ ਵੱਧ ਦਵੋ ਥੋੜੇ ਜਿਹੇ। ਨਹੀਂ, ਤੁਸੀਂ ਸਾਰੇ ਤੁਹਾਡੇ ਉਹਦੇ ਨਾਲੋਂ ਜ਼ਿਆਦਾ ਬਣ ਜਿਆ ਕਰਨਗੇ, ਠੀਕ ਹੈ ਨਾ? ਇਹ ਗੱਲਾਂ ਹੀ ਆ। ਹਾਂਜੀ, ਨਹੀਂ ਬਣ ਜਿਆ ਕਰਨਗੇ। ਇਹ ਸਾਰਾ ਕੁਝ ਜਾਂਦਾ ਰਹਿਣਾ। ਜੀ ਭੈਣ, ਇਹ ਭੈਣ ਨੂੰ ਨਹੀਂ, ਇਹਨਾਂ ਨੇ ਮੁਸ਼ਾਇਰੇ ਦੀ ਜ਼ਿੰਮੇਵਾਰੀ ਲਈ ਸੀ, ਮੁਸ਼ਾਇਰੇ ਦੀ ਜ਼ਿੰਮੇਵਾਰੀ ਲੈ ਕੇ ਤਨਖਾਹ ਵੀ ਉਸ ਚੱਕਰ 'ਚ ਵਧਾਈ ਆ, ਕੋਈ 2-4 ਹਜ਼ਾਰ ਰੁਪਈਆ, ਕਿ ਵੀ ਮੁਸ਼ਾਇਰੇ ਦੀ ਜ਼ਿੰਮੇਵਾਰੀ ਤੁਹਾਡੀ ਹੈ। 2 ਮੁਸ਼ਾਇਰੇ ਭੈਣ ਨੇ, ਪਹਿਲਾ ਮੁਸ਼ਾਇਰਾ ਜ਼ਿੰਮੇਵਾਰੀ ਨਾਲ ਕੀਤਾ, ਉਸ ਤੋਂ ਬਾਅਦ ਕਬੀਲਦਾਰੀ ਵੱਲ ਧਿਆਨ ਹੋ ਗਿਆ, ਉਸ ਤੋਂ ਬਾਅਦ ਤਨਖਾਹ ਉਨੀ ਹੈ ਜਿੰਨੀ ਵਧੀ ਸੀ, ਤੇ ਮੁਸ਼ਾਇਰੇ ਜਿਹੜੇ ਉਹ ਚ ਵੜ ਗਏ। ਜੀ ਸਰ, ਮੈਂ ਇਹੀ ਤਾਂ ਕਹਿ ਰਿਹਾ ਨਾ ਕਿ ਨਹੀਂ ਫਰੀਦ ਨਹੀਂ ਯਾਰ, ਛੱਡ ਦੇ ਫਰੀਦ ਗੱਲ। ਮੈਂ ਵਾਪਸ ਕਰਾਂ ਹੁਣ ਇੱਕ ਭਾਵੇਂ ਤਨਖਾਹ ਜੋ ਮਰਜ਼ੀ ਆ ਤੁਹਾਡੀ, ਮੇਰੇ ਨਾਲ ਇੱਕ ਡੀਲ ਹੋਈ ਹੈ ਕਿ ਤੁਸੀਂ ਪੈਣਾ ਇਹ ਕੰਮ ਕਰਨਾ, ਮੈਂ ਤੁਹਾਡੀ 15,000 20,000 ਤਨਖਾਹ ਵਧਾ ਦਿਆਂਗਾ। ਤਨਖਾਹ ਵੱਧ ਗਈ, ਤੁਸੀਂ ਉਹ ਕੰਮ ਨਹੀਂ ਕਰ ਰਹੇ, ਤਨਖਾਹ ਘਟਣੀ ਚਾਹੀਦੀ ਕਿ ਨਹੀਂ? ਵਾਪਸ ਘਟਣੀ ਚਾਹੀਦੀ। ਉਹ ਕਿਉਂ ਨਹੀਂ ਘਟਦੀ? ਨਹੀਂ ਘਟਣੀ ਚਾਹੀਦੀ। ਘਟਣੀ ਚਾਹੀਦੀ। ਜਿਹੜੀ ਜ਼ਿੰਮੇਵਾਰੀ ਨਹੀਂ ਪੂਰੀ ਕੀਤੀ, ਜਿਹਦਾ ਕਰਕੇ ਪੈਸੇ ਵਧੇ ਨੇ। ਮੂੰਹ ਤੇ ਬੈਠਾ ਪੁੱਛੋ। ਉਸਤਾਦ ਜੀ ਜਾਣਦੇ ਹੋ, ਫਿਰ ਮੈਂ ਦੱਸਿਆ ਨਾ ਵੀ ਛੱਡ ਦਿਓ ਯਾਰ ਉਸਤਾਦ ਜੀ ਤੁਸੀਂ। ਅੱਛਾ, ਤੁਸੀਂ ਸਾਰੇ ਹੀ ਉਹ ਲੋਕ ਹੋ, ਤੁਸੀਂ ਮੇਰੇ ਮੂੰਹ ਤੇ ਬਹਿ ਕੇ ਦਲੀਲ ਨਾਲ ਗੱਲ ਨਹੀਂ ਮੇਰੇ ਨਾਲ ਕਰ ਸਕਦੇ। ਬਾਰ-ਬਾਰ ਖੱਪਾ ਤੁਸੀਂ ਪਾਉਂਦੇ ਸਾਰੇ ਲੋਕਾਂ ਅੱਗੇ ਕਿ ਅਸੀਂ ਸੱਚੇ ਆ। ਕਿਸੇ ਮਾਈ ਦੇ ਲਾਲ ਤੇ ਨਹੀਂ ਜ਼ਰੂਰਤ ਨਹੀਂ ਕਿਥੇ ਬਹਿ ਕੇ ਗੱਲ। ਆ ਮੈਂ ਗੱਲ ਕੀਤੀ ਹੈ ਤੇਰੇ ਨਾਲ, ਤੂੰ ਇਹਦੇ ਚ ਮੈਨੂੰ ਦੱਸ, ਆ ਖੱਪ ਕੁੱਪ ਨਹੀਂ ਪਾਉਣੀ, ਨਹੀਂ ਕਰਨਾ। ਦਲੀਲ ਨਾਲ ਗੱਲ ਕਰਕੇ ਹਾਂਜੀ ਉਸਤਾਦ ਜੀ ਮੈਂ, ਤੁਸੀਂ ਗਲਤ ਕਹਿ ਰਹੇ ਹੋ, ਸਾਬਤ ਕਰ। ਅੱਛਾ ਜੀ ਉਸਤਾਦ ਜੀ, ਤੁਹਾਨੂੰ ਅਸੀਂ ਇਹ ਤੇ ਗੱਲਾਂ ਵੈਸੇ ਅਸੀਂ ਸ਼ੋਅ 'ਚ ਕਾਹਦੇ ਤੋਂ ਕਰਦੇ? ਉਹ ਮੈਂ ਕਰਨੀਆਂ ਵਾ। ਨਹੀਂ ਉਸਤਾਦ ਜੀ, ਲੈ ਇਹ ਨਹੀਂ ਗੱਲ ਹੈਗੀ।
ਅਸੀਂ ਤੁਹਾਡੇ ਨਾਲ ਮੁਸ਼ਾਇਰਾ ਵੇਖਣ ਹੀ ਨਹੀਂ ਦੇ ਕਿਉਂ ਨਹੀਂ ਤੁਸੀਂ ਕਿਉਂ? ਮੈਨੂੰ ਮੇਰੀ ਤਨਖਾਹ ਵਧਾਓ ਚਲੋ ਜੀ, ਚਲੋ ਜੀ। ਯਾਰ ਮੇਰੀ ਗੱਲ ਉਹ ਠਹਿਰ ਜਾ। ਸੁਣੋ ਨਾ ਅਗਲੇ ਦੀ ਵੀ ਤੁਸੀਂ- ਚਲੋ ਭੈਣ, ਮੈਂ ਉਹਨਾਂ ਦੇ ਸਾਹਮਣੇ ਨਹੀਂ ਕੀਤਾ, ਤੁਸੀਂ ਮੈਨੂੰ ਪਰਸਨਲ ਮੈਸੇਜ ਕਰ ਦਿੰਦੇ ਕਿ ਉਸਤਾਦ ਜੀ ਮੈਂ ਇੱਕ ਅੱਛਾ ਇਨਸਾਨ ਹਾਂ, ਮੈਂ ਹਰਾਮ ਨਹੀਂ ਖਾਣਾ, ਠੀਕ ਹੈ ਜੀ, ਮੈਂ ਮੁਸ਼ਾਇਰਾ ਨਹੀਂ ਪੂਰਾ ਕਰ ਸਕਿਆ, 15 ਦਿਨ ਲੰਘ ਜਾਂਦੇ, ਮੁਸ਼ਾਇਰਾ ਨਹੀਂ ਹੁੰਦਾ, ਮੈਂ ਵਾਪਸ ਉੱਥੇ ਹੀ ਆ ਗਿਆ, ਲਿਹਾਜ਼ਾ ਤੁਸੀਂ ਮੇਰੀ ਤਨਖਾਹ ਉਨੀ ਕਰ ਦਿਓ ਕਿਉਂਕਿ ਮੈਂ ਬੱਚਿਆਂ ਵਾਸਤੇ ਹਰਾਮ ਨਹੀਂ ਲੈ ਕੇ ਜਾਣਾ। ਇਹ ਤੂੰ ਮੈਨੂੰ ਪਰਸਨਲ ਮੈਸੇਜ ਕੀਤਾ? ਨਹੀਂ ਉਸਤਾਦ ਜੀ, ਜਿੱਦਣ ਤੁਸੀਂ ਮੈਨੂੰ ਤਨਖਾਹ ਵਧਾਉਣ ਦਾ ਕਿਹਾ, ਮੈਂ ਤੁਹਾਨੂੰ ਕਿਹਾ ਕਿ ਮੇਰੀ ਤਨਖਾਹ ਵਧਾਓ, ਮੈਂ ਤਾਂ ਤੁਹਾਡੇ ਨਾਲ ਮੁਤਾਲਬਾ ਹੀ ਨਹੀਂ ਰੱਖਿਆ ਕਿ ਮੇਰੀ ਤਨਖਾਹ ਵਧਾਓ, ਮੈਂ ਕੰਮ ਕਰਾਂਗਾ। ਹਾਂ, ਓਕੇ। ਤੁਸੀਂ ਮੈਨੂੰ ਤਨਖਾਹ ਵਧਾ ਦਿੱਤੀ, ਜੇ ਵਧਾਈ ਆ ਤੇ ਹੁਣ ਉਹ ਇੰਨੀ ਵਧਾਈ ਆ ਕਿ ਵੇਲੇ ਪੂਰੀ ਦੁਨੀਆ 'ਚ ਵਧਾਤੀ। ਹਾਂ, ਇਹਦਾ ਜਵਾਬ ਲੈ ਲਓ ਨਾ। ਮੇਰੀ ਸੁਣ ਲਓ ਉਸਤਾਦ ਜੀ। ਅੱਛਾ, ਤੁਹਾਡੀ ਦਲੀਲ ਮੁੱਕ ਤੇ ਗਈ ਕਿ ਮੈਂ ਤੁਹਾਨੂੰ ਕਿਹਾ ਨਹੀਂ ਸੀ। ਚਲੋ ਤੁਸੀਂ ਜਦੋਂ ਮੁੱਕ ਜਾਓਗੇ ਮੈਂ ਤੁਹਾਨੂੰ ਜਵਾਬ ਦੇ, ਮੈਨੂੰ ਯਾਦ ਆ ਤੂੰ ਕੀ ਕੀ ਕਹਿ ਰਿਹਾ। ਚੱਲ ਉਸਤਾਦ ਜੀ, ਨਾਲੇ ਦੂਸਰੀ ਗੱਲ ਇਹ ਹੈ, ਮੁਸ਼ਾਇਰਿਆਂ ਦਾ ਇੱਕ ਬੰਦਾ ਮੈਂ ਲਿਖਣ ਡਿਆ ਵਾਂ, ਮੈਂ ਲਿਖ ਕੇ ਵੀ ਦੇ ਰਿਹਾ ਵਾਂ, ਇਹ ਹੁਣ ਸਾਰੇ ਹੀ ਬੈਠੇ ਨੇ, ਇਹ ਮੂੰਹ ਤੇ ਬੈਠੇ ਨੇ, ਜੇ ਮੈਂ ਇਸ ਗੱਲੋਂ ਵੀ ਹਰਾਮ ਕਮਾ ਰਿਹਾ ਵਾਂ ਤੇ ਮੈਂ ਤੁਹਾਡੇ ਕੋਲ 1 ਰੁਪਈਆ ਨਹੀਂ ਲਾਂਗਾ। ਮੇਰਾ ਕੰਮ ਮੇਰੇ ਤੱਕ ਮਹਦੂਦ ਹੈ ਦਾਨੇ ਸਾਹਿਬ, ਮੈਂ ਆਪਣੇ ਕਿਸੇ ਦੀ ਦੂਸਰੇ ਦੀ ਜ਼ਿੰਮੇਵਾਰੀ ਤੇ ਨਹੀਂ ਲੈਂਦਾ। ਸਾਰਿਆਂ ਨਾਲ ਜਦੋਂ ਕੋਆਪਰੇਟ ਕਰਕੇ ਮੁਸ਼ਾਇਰੇ ਲਈ ਕੱਲੇ ਬੰਦੇ ਨੂੰ ਫੋਨ ਕਰਕੇ, ਫੈਸਲ ਸਾਹਿਬ ਦੇ ਲਾਹੌਰ ਫੋਨ ਕਰਕੇ ਉਹਨਾਂ ਨੂੰ ਕਹਿਣਾ ਫੈਸਲ ਸਾਹਿਬ ਮੁਸ਼ਾਇਰਾ ਲਿਖ ਲਓ, ਉਹ ਕਹਿੰਦਾ ਭਾਈ ਮੈਨੂੰ ਲਿਖ ਕੇ ਅੱਗੇ ਰੱਖ ਦੇ ਤੇ ਮੈਂ ਤਾਂ ਤੈਨੂੰ ਦਿਆਂਗਾ, ਨਹੀਂ ਤੇ ਮੈਂ ਨਹੀਂ ਕਰਾਂਗਾ। ਓਕੇ, ਠੀਕ ਹੈ ਜੀ। ਨਹੀਂ ਫ੍ਰੀ ਦੇ ਮੈਂ ਠਹਿਰ ਜਾ। ਅੱਛਾ, ਮੁੱਕੀ ਕਿਆ ਲਿਆ ਗਿਆ? ਮੈਂ ਉਸਤਾਦ ਜੀ ਮੁੱਕੀ ਅਸੀਂ ਮੁੱਕ ਗਈ? ਅੱਛਾ, ਮੁੱਕੀ ਹੈ ਸਾਰਾ ਕੁਝ ਕਹਿ ਕੇ ਉਸਤਾਦ ਜੀ ਨਹੀਂ ਆ ਸੁਣ ਲਓ ਹੁਣ। ਭਾਣੇ ਨੇ ਪਹਿਲੇ ਗੱਲ ਕੀਤੀ ਕਿ ਉਸਤਾਦ ਜੀ ਮੈਂ ਤਾਂ ਨਹੀਂ ਸੀ ਨਾ ਤੁਹਾਨੂੰ ਕਿਹਾ, ਠੀਕ ਹੈ, ਇਹ ਸਾਰੀ ਝੂਠ ਬੋਲ ਰਿਹਾ, ਮੈਂ ਤੁਹਾਨੂੰ ਹੁਣੇ ਦੱਸਦਾ, ਹੁਣੇ ਮੰਨੇਗਾ। ਇੱਥੇ ਬੈਠੇ ਅੰਦਰ ਗੱਲ ਹੋਈ ਕਿ ਫਰੀਦ ਸਾਹਿਬ ਇੱਕ ਬੰਦਾ ਨਾ ਮੁਸ਼ਾਇਰੇ ਦਾ ਕੋਈ ਪ੍ਰੋਡਿਊਸਰ ਟੈਪ ਡਾਇਰੈਕਟਰ ਟੈਪ ਹੋਣਾ ਚਾਹੀਦਾ, ਮੇਰੇ ਤੇ ਨਾ ਪਾਓ ਮੈਨੂੰ। ਮੈਂ ਇੱਕ ਬੰਦੇ ਦਾ ਮੈਂ ਪੁੱਛਾਂ, ਇੱਕ ਬੰਦਾ ਉਹ ਹੋਵੇ ਕੋਈ ਵੀ, ਮੈਂ ਉਹਨੂੰ ਪੁੱਛਾਂ ਵੀ ਮੁਸ਼ਾਇਰਾ ਕਿਉਂ ਨਹੀਂ ਹੋਇਆ, ਮੈਂ ਸਾਰਿਆਂ ਦੇ ਮਗਰ ਨਾ ਭੱਜਾਂ। ਉਹ ਇੱਕ ਬੰਦਾ ਅੱਗੇ ਸਟੈਂਡ ਲੈ ਲਵੇ, ਉਹ ਹੀ ਫੋਨ ਕਰੇ, ਉਹ ਹੀ ਖਿੱਚੇ, ਉਹਨੂੰ ਕੋਈ ਮਸਲਾ ਬਣਦਾ ਉਹ ਮੈਨੂੰ ਦੱਸੇ, ਉਹ ਕਹੇ ਭਾਣ ਇੱਦਾਂ ਨਹੀਂ, ਉਹਨੇ 2 ਮੁਸ਼ਾਇਰੇ ਹਫਤੇ ਦੇ ਦੇਣੇ ਆ, ਠੀਕ ਹੈ ਜੀ, ਤੁਸੀਂ 2 ਮੁਸ਼ਾਇਰੇ ਹਫਤੇ ਦੇ ਫਰੀਦ ਸਾਹਿਬ ਦੇਣੇ ਆ, ਇਹਦੇ ਬਦਲੇ ਤੁਹਾਨੂੰ ਇਹ ਫਾਇਦਾ ਹੋਏਗਾ ਫਾਈਨੈਂਸ਼ਲੀ ਵੀ, ਠੀਕ ਹੈ ਜੀ। ਇਸ ਭਾਈ ਨੇ ਐਗਰੀ ਕੀਤਾ, ਐਗਰੀ ਕਰਕੇ ਉਹ ਸ਼ੁਰੂ ਹੋ ਗਿਆ ਇਹਨੂੰ ਕਹਿਣਾ ਉਹਨੂੰ ਕਹਿਣਾ, 1 ਮੁਸ਼ਾਇਰਾ ਹੋਇਆ, ਦੂਜਾ ਆਇਆ, ਉਸ ਤੋਂ ਬਾਅਦ ਫਿਰ ਵਾਪਸ ਆ ਗਿਆ ਉੱਥੇ। ਹੁਣ ਇਹ ਕਹਿ ਰਿਹਾ ਕਿ ਮੈਂ ਕੀ ਕਰਾਂ, ਮੈਂ ਆਪਣਾ ਜ਼ਿੰਮੇਦਾਰ ਹਾਂ। ਤੇ ਜਦੋਂ ਤੂੰ ਆਪਣਾ ਜ਼ਿੰਮੇਦਾਰ ਆ ਤਾਂ ਤੂੰ ਉੱਥੇ ਬੈਠੇ ਮੈਨੂੰ ਕਿਉਂ ਨਹੀਂ ਕਿਹਾ ਸਾਜੀ ਮੇਰੇ ਤੋਂ ਇਹ ਭਾਰ ਨਹੀਂ ਚੁੱਕਿਆ ਜਾਣਾ, ਭਾਜੀ ਮੈਂ ਆਪਣਾ ਜ਼ਿੰਮੇਦਾਰ ਹਾਂ? ਨਹੀਂ, ਮੈਂ ਤੁਹਾਨੂੰ ਕਿਹਾ, ਮੈਂ ਕਿਹਾ ਉਸਤਾਦ ਜੀ ਪ੍ਰੋਡਿਊਸਰ ਨਹੀਂ, ਮੈਂ ਵੈਸੇ ਕੰਮ ਕਰਾਂਗਾ। ਔਰ ਅੱਜ ਤੱਕ ਤੁਸੀਂ ਦੱਸੋ ਮੈਨੂੰ ਕਿੰਨੀ ਵਾਰੀ ਮੈਂ ਤੁਹਾਨੂੰ ਤਨਖਾਹ ਦਾ ਮੁਤਾਲਬਾ ਕੀਤਾ ਕਿ ਮੇਰੀ ਤਨਖਾਹ ਵਧਾਓ, ਜਦੋਂ ਦਾ ਲੱਗਿਆ ਮੈਂ ਤੇ ਅੱਜ ਤੱਕ ਤਨਖਾਹ ਦਾ ਮੁਤਾਲਬਾ ਵਧਾਉਣ ਦਾ ਕੀਤਾ ਹੀ ਨਹੀਂ ਜਿੰਨੀ ਤੁਸੀਂ। ਔਰ ਉਸਤਾਦ ਜੀ ਪ੍ਰੋਡਿਊਸਰ ਦਾ ਕੰਮ ਹੁੰਦਾ ਪ੍ਰੋਡਿਊਸਰ ਦੀ ਕੋਈ ਮੰਨੇ ਵੀ। ਫੈਸਲ ਸਾਹਿਬ ਨੂੰ ਫੋਨ ਕਰਾਂ, ਫੈਸਲ ਸਾਹਿਬ ਕਹਿੰਦੇ ਭਾਜੀ ਮੈਨੂੰ ਲਿਖ ਕੇ ਦਿਓ ਤੇ ਮੈਂ ਆ ਸਕਣਾ ਵਾ, ਨਹੀਂ ਤੇ ਮੈਂ ਹੁਣ ਸਾਰਿਆਂ ਦਾ ਨਾਲ ਹੁਣ ਮਿੱਠਾ ਬਿਠਾਇਆ, ਤੁਸੀਂ ਬਿਠਾਇਆ, ਮੈਂ ਜਿੰਨਾ ਕਿ ਜੋਗਾ ਹੈ ਉਸਤਾਦ ਜੀ ਕਰਦਾ ਪਿਆ ਵਾਂ। ਕੁਛ ਮਜਬੂਰੀਆਂ ਐਸੀਆਂ ਹੋ ਗਈਆਂ, ਪਿਛਲੇ ਦਿਨਾਂ 'ਚ ਦੁਬਈ ਚਲੇ ਗਏ, ਦੁਬਈੋਂ ਤੁਸੀਂ 7-8 ਦਿਨ ਤੇ ਤੁਸੀਂ ਨਹੀਂ ਨਜ਼ਰ ਆਏ, ਠੀਕ ਹੈ। ਉਸ ਤੋਂ ਬਾਅਦ ਅਸੀਂ ਦੁਬਈ ਚਲੇ ਗਏ, ਦੁਬਈ ਤੋਂ ਬਾਅਦ ਆ ਮਾਮਲੇ ਕੋ ਚੱਲ ਗਏ। ਇਹਦੇ 'ਚ ਯਾਨੀ ਤੂੰ ਉਸ ਡਿਊਟੀ ਤੇ ਆਪਣੀ ਤੇ ਪੂਰਾ ਸੀ। ਸਾਰੇ ਮੈਨੂੰ ਕੋਈ ਬੰਦਾ ਕਹੇ ਮੈਂ ਲਿਖਿਆ ਨਹੀਂ ਜਾਂ ਲਿਖ ਕੇ ਨਹੀਂ ਦਿੱਤਾ ਯਾਰ, ਮੁਸ਼ਾਇਰੇ ਤੇ ਤੂੰ ਇਸ ਗੱਲ ਤੋਂ ਪਹਿਲੇ ਵੀ ਲਿਖਦਾ ਸੀ, ਇਹ ਤਾਂ ਤੂੰ ਦਲੀਲ ਦੇਈ ਜਾਣੀ ਹੈ ਜਿਹੜੀ ਤੂੰ ਪਹਿਲੇ ਮੁਸ਼ਾਇਰੇ ਤੇ ਕਰਦਾ ਸੀ। ਮੈਨੂੰ ਕੋਈ ਬੰਦਾ ਕਹੇ ਮੈਂ ਲਿਖਦਾ ਨਹੀਂ, ਉਹ ਤਾਂ ਤੂੰ ਲਿਖਦਾ ਹੀ ਆ। ਜਿਹੜੀ ਤੇਰੀ ਮੇਰੀ ਇੱਕ ਗੱਲ ਤੇ ਹੋਈ ਸੀ, ਤੂੰ ਅੱਜ ਵੀ ਉੱਤੇ ਪੱਕਾ, ਤੂੰ ਅੱਜ ਤੱਕ ਉਸ ਗੱਲ ਤੇ ਕਾਇਮ ਆ ਔਰ ਤੂੰ ਕੋਸ਼ਿਸ਼ ਉਦਾਂ ਹੀ ਕਰ ਰਿਹਾ। ਹਾਂਜੀ, ਮੈਂ ਕਰ ਰਿਹਾ ਮੈਂ ਠਹਿਰ ਜਾ, ਕਰ ਰਿਹਾ। ਕਿੰਨੀ ਦੇਰ ਹੋ ਗਈ ਮੁਸ਼ਾਇਰਾ ਤੁਹਾਨੂੰ? ਇਹਨੇ ਆਖਰੀ ਟਾਈਮ ਕਦੋਂ ਕਿਹਾ ਕਿ ਯਾਰ ਮੁਸ਼ਾਇਰਾ ਹਫ਼ਤੇ 'ਚ 2 ਲਾਜ਼ਮੀ ਕਰਨੇ ਆ? ਲੋ ਜੀ, ਤੁਸੀਂ ਦਾਨੇ ਸਾਹਿਬ ਮਿੱਠਾ ਜੀ ਦੱਸਣਾ ਅਸੀਂ ਕੀ ਲਾਸਟ ਮੁਸ਼ਾਇਰੇ ਤੇ ਜਦੋਂ ਬੈਠਿਆ, ਮਿੱਠਾ ਗਵਾਹ ਵਾ ਕਿ ਮੈਂ ਕਿਹਾ ਜੀ 2 ਮੁਸ਼ਾਇਰੇ ਮਿੱਠਾ ਜੀ ਆਪਾਂ ਹੁਣ ਇਹ ਤੋੜ ਕੇ ਰੱਖਣੇ ਆ। ਔਰ ਦੂਸਰੀ ਗੱਲ ਇਹ, ਅਬਾਸ ਨੇ ਦੁਬਈ ਜਾਣ ਤੋਂ ਪਹਿਲਾਂ ਵੀ 4 ਛੁੱਟੀਆਂ 3 ਛੁੱਟੀਆਂ ਇਹਨਾਂ ਨੇ ਕਹਾਈਆਂ। ਹੁਣ ਅਬਾਸ ਨੇ ਸੀ, ਫੈਸਲ ਵੀ ਨਹੀਂ ਸੀ। ਮੁਸ਼ਾਇਰਾ ਕਿਸ ਤਰ੍ਹਾਂ ਇੱਕ ਬੰਦਾ, ਮੈਨੂੰ ਜ਼ਿੰਮੇਵਾਰੀ ਦਿੱਤੀ, ਇਹਦਾ ਮਤਲਬ ਇਹ ਨਹੀਂ ਕਿ ਮੈਂ ਇਹਨਾਂ ਨੂੰ ਘਰੋਂ ਲਿਆ ਕੇ ਮੈਂ ਇਹਨਾਂ ਨੂੰ ਕਹਿ ਹੀ ਸਕਣਾ। ਫਰੀਦ ਸਾਹਿਬ, ਤੁਹਾਡੀ ਟੋਟਲ ਗੱਲਾਂ ਚੇਂਜ ਹੋ ਗਈਆਂ। ਕਿੱਦਾਂ? ਟੋਟਲ ਹੀ ਇੰਜ ਲੱਗਦਾ ਬੰਦਾ ਹੀ ਧੋਰ ਹੋ ਗਿਆ, ਖੁਦਾ ਦੀ ਕਸਮ। ਇਹ ਜਿਹੜੀਆਂ ਤੇਰੀਆਂ ਗੱਲਾਂ ਨੇ ਕਿ ਮੈਂ ਕਿੱਦਾਂ ਕਰ ਸਕਦਾ, ਮੈਂ ਇਹਨਾਂ ਨੂੰ ਕਿੱਥੋਂ ਲਿਆਉਂ, ਇਹ ਤੇਰੀ ਟੋਟਲ ਚੇਂਜ ਹੋ ਗਈ ਗੱਲ, ਤੈਨੂੰ ਆਪ ਨੂੰ ਪਤਾ। ਚੱਲ ਇਹ ਦੱਸ, ਮੁਸ਼ਾਇਰੇ ਦਾ ਮੇਨ ਬੰਦਾ ਕੌਣ? ਮੈਨੂੰ ਤੂੰ ਕਿੰਨੀ ਵਾਰੀ ਆਖਿਆ ਕਿ ਸਾਜੀ ਆਓ ਮੁਸ਼ਾਇਰਾ ਕਰੀਏ? ਉਸਤਾਦ ਜੀ ਪਤਾ ਕੀ ਹੈ, ਤੁਹਾਡੇ ਨਾਲ ਤੇ ਅਸੀਂ ਇਹ ਵੀ ਨਹੀਂ ਗੱਲ ਕਰ ਸਕਦੇ ਉਸਤਾਦ ਜੀ ਆਇਓ ਤੁਸੀਂ। ਦੂਸਰੀ ਵਾਰੀ ਅਸੀਂ ਕਹੀਏ ਤਾਂ ਸਾਨੂੰ ਡਰ ਲੱਗਦਾ ਕਿ ਉਸਤਾਦ ਜੀ ਨੂੰ ਕਹੀਏ ਕਿ ਪਤਾ ਨਹੀਂ ਗੁੱਸਾ ਕਰ ਜਾਣਗੇ। ਲੋ ਜੀ, ਤੁਸੀਂ ਇਹ ਬਕਵਾਸ ਆ। ਨਹੀਂ ਵੇਖੋ ਇਹ ਖੁਦਾ ਦੀ ਕਸਮ ਹੈ, ਬਕਵਾਸ ਆ। अब बंदे बने कि जी एक ऐसी दलील आ उतारना उस्ताद जी ਤੁਹਾਡਾ उस्ताद जी टोटल यकीन करो बंदा चेंज हो गया टोटल। ਜਦੋਂ ਉਦੋਂ ਗੱਲ ਹੋਈ ਸੀ ਨਾ, ਇਹਨੇ ਸ਼ੁਰੂ ਕੀਤਾ, ਉਦੋਂ ਮੁਸ਼ਾਇਰੇ ਕੀਤੇ, ਇਹਨੇ ਨੱਸ ਭੱਜ ਗਈ, ਉਹ ਨੱਸ ਭੱਜ ਦੀ ਖਤਮ ਹੋ ਗਈ, ਇਹਨੂੰ ਪਤਾ ਵਾ ਖਤਮ ਹੋ ਗਈ ਆ।
ਇਹਨੂੰ ਪਤਾ ਹੈ ਕਿ ਉਹ ਨਸਬਤ ਖਤਮ ਹੋ ਗਈ, ਲੇਕਿਨ ਉਹ ਕੈਸਾ ਕਹੀ ਜਾ ਰਿਹਾ ਕਿ ਮੈਂ ਅੱਜ ਵੀ ਉਦਾਂ ਹੀ ਕੋਸ਼ਿਸ਼ ਕਰ ਰਿਹਾ ਜਿੱਦਾਂ ਮੈਂ ਪਹਿਲੇ ਦਿਨ ਤੁਹਾਡੇ ਨਾਲ ਗੱਲ ਕੀਤੀ, ਜਦਕਿ ਇਸ ਗੱਲ 'ਚ ਕਿੰਨਾ ਫਰਕ ਆ ਗਿਆ। ਨਹੀਂ ਗੱਲ 'ਚ ਫਰਕ ਤਾਂ ਆਇਆ ਜਦੋਂ ਇੱਕ ਮੈਂ ਦੱਸ ਰਿਹਾ 3 ਬੰਦੇ ਟੀਮ ਪੂਰੀ ਨਹੀਂ, ਅਬਾਸ ਪਹਿਲਾਂ ਛੁੱਟੀਆਂ ਕਰ ਲਈਆਂ 3, ਉਸ ਤੋਂ ਬਾਅਦ ਅਸੀਂ ਹੁਣ ਫੈਸਲ ਦੀ ਲੱਤ ਦਾ ਮਸਲਾ, ਅਸੀਂ ਹੁਣ ਕਿੱਦਾਂ ਮੁਸ਼ਾਰਾ ਕਰੀਏ, ਇਹ ਮਜਬੂਰੀ ਵੀ ਉਹ ਮਜਬੂਰੀ ਨੂੰ ਵੇਖਦਿਆਂ ਹੋਇਆ ਅੱਛਾ ਇਸ ਵਜ੍ਹਾ ਤੂੰ ਇਹ ਮਜਬੂਰੀ ਵੇਖਦਾ ਹੋਇਆ ਤੂੰ ਕਿਹਾ ਵੀ ਰਹਿਣ ਦਿਓ ਹੁਣ ਨਾ ਉਸਤਾਦ ਨੂੰ ਕਹਿਣਾ ਕੁਛ ਕਿ ਉਸਤਾਦ ਜੀ ਇਹ ਮਜਬੂਰੀ ਆ, ਇਹ ਤੂੰ ਅੱਜ ਹੁਣ ਮਜਬੂਰੀ ਦੱਸ ਰਿਹਾ, ਜਦੋਂ ਮੈਂ ਗੱਲ ਸ਼ੁਰੂ ਕੀਤੀ ਇਸ ਤੋਂ ਪਹਿਲੇ ਤੂੰ ਇਹ ਮਜਬੂਰੀ ਮੈਨੂੰ ਦੱਸਣਾ ਵੀ ਗਵਾਰਾ ਨਹੀਂ ਕੀਤਾ। ਚਲੋ ਇਸ ਪਾਸੇ ਆ ਜਾਓ। ਸਰ ਤੁਹਾਡੇ ਨਾਲ ਉਸਤਾਦ ਜੀ ਜਦੋਂ ਗੱਲ ਕਰਨ ਲੱਗਿਆ ਡਰ ਲੱਗਦਾ ਸੀ, ਕਮਰੇ 'ਚ ਵੜਨ ਲੱਗਿਆ ਡਰਦੇ ਆ, ਅਸੀਂ ਤੁਹਾਡੇ ਨਾਲ ਦੂਜੀ ਵਾਰੀ ਗੱਲ ਕਰਨ ਲੱਗਿਆ ਡਰਦੇ ਆ। ਇਹ ਉਸਤਾਦ ਜੀ ਸਾਡੇ ਮੈਨੇਜਰ ਸਾਹਿਬ ਗਵਾਹ ਨੇ, ਉਹ ਬੈਠੇ ਨੇ, ਉਹਨਾਂ ਨੂੰ ਵੀ ਬਿਠਾ ਲਵੋ ਕਿ ਮੈਂ ਉਹਨਾਂ ਤੀਕਰ ਗੱਲ ਡੇਲੀ ਨਹੀਂ ਪਹੁੰਚਾਉਂਦਾ ਰਿਹਾ ਕਿ ਸਲਮਾਨ ਸਾਹਿਬ ਅੱਜ ਮੁਸ਼ਾਰਾ ਕਰ ਲਈਏ, ਅੱਜ ਮੁਸ਼ਾਰਾ ਕਰ ਲਈਏ, ਅੱਜ ਇਹਨਾਂ ਨੂੰ ਇਕੱਠਿਆ ਕਰੋ, ਅੱਜ ਮੁਸ਼ਾਰਾ ਕਰ ਲਈਏ। ਹੁਣ ਇੱਕ ਬੰਦਾ ਵਾ, ਮੈਂ ਦੱਸ ਰਿਹਾ ਕਿ ਮੈਂ ਆਪਣੀ ਕੋਸ਼ਿਸ਼ ਮਿਹਨਤ ਜਿਹੜੀ ਕਰਦਾ ਸੀ ਨਾ, ਉਹ ਮੈਂ ਅਲਹਮਦੁਲਿਲਾ ਉਹ ਹੱਕ ਹਲਾਲ ਨਹੀਂ ਕਰਦਾ ਰਿਹਾ ਵਾਂ, ਲੇਕਿਨ ਅੱਗੇ ਇਹਨਾਂ ਦੀਆਂ ਛੁੱਟੀਆਂ, ਫੈਸਲ ਸਾਹਿਬ ਦੀਆਂ ਛੁੱਟੀਆਂ, ਅੱਗੋਂ ਦੁਬਈ ਜਾਣਾ, ਫਿਰ ਅਸੀਂ ਵਾਪਸ ਆਏ, ਫਿਰ ਇਹਨਾਂ ਦੀਆਂ ਛੁੱਟੀਆਂ, ਫਿਰ ਮੇਰਾ ਮਸਲਾ, ਇਸ ਵਜ੍ਹਾ ਤੋਂ ਕੁਝ ਇਸ ਤਰ੍ਹਾਂ ਹੋਇਆ ਰਹਿ ਗਿਆ ਮੁਸ਼ਾਰਾ। ਇਹ ਤੇ ਫਿਰ ਅੱਗੇ ਵੀ ਨਹੀਂ ਹੋਣਾ। ਨਹੀਂ ਉਸਤਾਦ ਜੀ ਅੱਗੇ ਹੁੰਦੇ ਨਹੀਂ ਰਹੇ, 4 ਸਾਲ 5 ਸਾਲ ਤੋਂ ਅਸੀਂ ਕਰ ਰਹੇ ਮੁਸ਼ਾਰਾ। ਕਿੱਦਾਂ? ਅਸੀਂ ਤੁਹਾਡੇ ਕੋਲ ਪਹਿਲਾਂ ਕਰਦੇ ਸੀ ਮੁਸ਼ਾਰਾ, ਮੈਂ ਕਹਿੰਦਾ ਸੀ ਚਲੋ ਯਾਰ ਅੱਜ ਮੁਸ਼ਾਰਾ ਕਰਨਾ, ਉਸਤਾਦ ਜੀ ਨਹੀਂ ਅਸੀਂ ਕਹਿੰਦੇ, ਮੈਂ ਵੀ ਕਹਿੰਦਾ, ਹੁਣ ਮੈਂ ਕਹਿੰਦਾ ਰਿਹਾ ਕਿ ਮੁਸ਼ਾਰਾ ਕਰੋ, ਮੈਂ ਕੱਲੇ ਬੰਦੇ ਨੂੰ, ਹਰ ਬੰਦਾ ਗਵਾਹ ਹੈ, ਟੀਮ ਦੇ ਕਿਸੇ ਮੈਂਬਰ ਨੂੰ ਪੁੱਛੋ ਕਿ ਨਹੀਂ ਕਿ ਫਰੀਦ ਨੇ, ਤੇ ਫਿਰ ਮੈਨੂੰ ਤੁਸੀਂ ਕਹੋ ਕਿ ਤੁਸੀਂ ਗਲਤ ਹੋ ਭਾਜੀ, ਤੁਸੀਂ ਹਰਾਮ ਕਮਾ ਰਹੇ ਹੋ। ਤੇ ਮੈਨੂੰ ਕਿਉਂ ਨਹੀਂ ਪਤਾ? ਉਸਤਾਦ ਜੀ ਤੁਹਾਡੇ ਨਾਲ ਤੇ ਬਹੁਤ ਸਾਰੀਆਂ ਗੱਲਾਂ ਦਾ ਤੁਹਾਨੂੰ ਨਹੀਂ ਪਤਾ, ਹੁਣ ਕਿੱਦਾਂ ਅਸੀਂ ਕਰੀਏ ਹਰ ਗੱਲ ਤੁਹਾਡੇ ਨਾਲ, ਤੁਸੀਂ ਆਪਣੀਆਂ ਟੈਨਸ਼ਨਾਂ 'ਚ, ਅਸੀਂ ਤੁਹਾਨੂੰ ਕਹੀਏ ਕਿ ਉਸਤਾਦ ਜੀ ਇਹ ਕੰਮ ਉਹ ਕੰਮ, ਇਹ ਕਿੰਨੇ ਕੰਮ ਨੇ, ਅਸੀਂ ਇਹ ਤੁਹਾਡੇ ਤੇ ਸਾਰੀਆਂ ਨਹੀਂ ਨਾ ਟੈਨਸ਼ਨ। ਅੱਛਾ ਜੀ ਤੁਸੀਂ ਰੋਜ਼ ਆ ਕੇ ਮੈਨੂੰ ਕਹਿੰਦੇ ਰਹੇ ਹੋ ਉਸਤਾਦ ਜੀ ਮੇਰੀ ਇਹ ਗੱਲਬਾਤ ਹੋ ਰਹੀ ਹੈ, ਮੇਰੀ ਲਾਹੌਰ ਗੱਲ ਹੋ ਰਹੀ ਹੈ, ਉਹ ਇੰਨੇ ਪੈਸੇ ਕਹਿ ਰਹੇ, ਮੈਂ ਇੰਨੇ ਕਹਿ ਰਿਹਾ, ਕਹਿੰਦੇ ਰਹੇ ਆ ਕੇ? ਹਾਂਜੀ। ਉਹ ਕਿੱਦਾਂ ਹੁੰਦੀ ਸੀ ਗੱਲ ਮੇਰੇ ਨਾਲ? ਉਹ ਤੇ ਉਸਤਾਦ ਜੀ ਇਹ ਆ ਇੱਕ ਹਫ਼ਤੇ ਦਾ 2 ਹਫ਼ਤਿਆਂ ਦਾ ਕੰਮ, ਅੱਛਾ ਜਿਹੜਾ ਸਾਡਾ ਪ੍ਰੋਪਰ ਚੱਲ ਰਿਹਾ ਕੰਮ। ਇੱਕ ਬੰਦੇ ਨੂੰ ਤੁਸੀਂ ਕਹਿ ਦਿੱਤਾ ਕਿ ਫਰੀ ਤੂੰ ਕਰਨਾ ਜਾਂ ਸਲਮਾਨ ਭਾਈ ਤੁਸੀਂ ਕਰਨਾ ਰੇਂਜ, ਹੁਣ ਅਸੀਂ ਤੁਹਾਨੂੰ ਬਾਰ-ਬਾਰ ਉਹੀ ਗੱਲ ਤੇ ਨਹੀਂ ਨਾ ਕਰੀ ਜਾਣੀ, ਇੱਕੋ ਹੀ ਗੱਲ ਕਿ ਅੱਜ ਦਾ ਨਹੀਂ ਮੈਂ ਕਹਿ ਰਿਹਾ ਕਿ ਮੁਸ਼ਾਰਾ ਵੀ ਉਹਨਾਂ ਹੀ ਜ਼ਰੂਰੀ ਹੈ ਨਾ, ਮੁਸ਼ਾਰਾ ਜ਼ਰੂਰੀ ਹੈ, ਉਹਨਾਂ ਹੀ ਜ਼ਰੂਰੀ ਨੇ ਜਿੰਨਾ ਲਾਹੌਰ ਵਾਲਾ ਜ਼ਰੂਰੀ ਹੈ। ਬਿਲਕੁਲ ਕੰਮ ਠੀਕ ਹੈ ਨਾ? ਤੁਸੀਂ ਲਾਹੌਰ ਵਾਲਾ ਕੰਮ ਇੱਕ ਗੱਲ ਮੈਨੂੰ ਅੰਦਰ ਆ ਕੇ ਪੁੱਛਦੇ ਰਹੇ। ਹਾਂਜੀ। ਉਦੋਂ ਨਹੀਂ ਕਿਉਂ ਨਹੀਂ ਡਰੇ ਤੁਸੀਂ ਕਿ ਨਹੀਂ ਉਸਤਾਦ ਕੋ ਨਹੀਂ ਜਾਣਾ, ਡਰ ਲੱਗਦਾ ਗੱਲ? ਨਹੀਂ ਉਸਤਾਦ ਆਪਣੀ ਟੈਨਸ਼ਨ 'ਚ ਹੋਣਾ, ਜਦੋਂ ਤੂੰ ਮੈਨੂੰ ਲਾਹੌਰ ਵਾਲਾ ਪੁੱਛਦਾ ਰਿਹਾ ਉਦੋਂ ਤਾਂ ਮੈਂ ਇਹਦੇ ਨਾਲ ਬਹੁਤ ਟੈਨਸ਼ਨ 'ਚ ਸੀ। ਅੱਛਾ ਉਸਤਾਦ ਜੀ ਇਹਦੀ ਤੁਸੀਂ ਇਹ ਦਲੀਲ ਨਾ ਬਣਾਓ, ਕਿਉਂਕਿ ਮੈਂ ਇਹ ਸੋਚ ਰਿਹਾ ਵਾਂ ਕਿ ਇਸ ਕੰਮ ਨੂੰ ਮੈਂ ਅਲਹਮਦੁਲਿਲਾ, ਮੇਰਾ ਅੱਲਾ ਸ਼ਾਹਦ ਹੈ, ਮੈਂ ਜਿੱਦਾਂ ਦਾ ਵੀ ਮੈਂ ਗਲਤ ਕੀਤਾ, ਥੋੜਾ ਕੀਤਾ ਬਹੁਤਾ, ਲੇਕਿਨ ਮੈਂ ਇਸ ਕੰਮ ਨੂੰ ਸਭ ਤੋਂ ਜ਼ਿਆਦਾ ਅਹਿਮੀਅਤ ਦਿੱਤੀ ਹੈ। ਲਾਹੌਰ ਵਾਲੇ ਕੰਮ ਦਾ ਤੁਹਾਡੇ ਨਾਲ ਕੋਈ ਮੇਰੇ ਡਿਟੇਲਾਂ 'ਚ ਗੱਲ ਨਹੀਂ, ਸਿਰਫ ਇੱਕ ਮੈਸੇਜ ਕਰਨਾ, ਉਸਤਾਦ ਜੀ ਮੈਂ ਜਾਵਾਂ, ਉਸਤਾਦ ਜੀ ਚਲੇ ਜਾਵਾਂ, ਹਾਂਜੀ ਤੂੰ ਚਲੇ ਜਾ, ਉਸਤਾਦ ਜੀ ਮੈਨੂੰ ਉਹਨਾਂ ਇਦਾਂ ਬੁਲਾਇਆ, ਇਹ ਗੱਲ ਹੁੰਦੀ ਰਹੀ ਹੈ, ਹੁੰਦੀ ਰਹੀ ਨਾ। ਮੈਨੇਜਰ ਸਾਹਿਬ ਨਾਲ ਸਾਡੇ ਇਸ ਕੰਮ ਦੀ ਜ਼ਿੰਮੇਵਾਰੀ ਸਾਡੀ, ਮੇਰੀ ਆ, ਮੈਨੇਜਰ ਸਾਹਿਬ ਦੀ ਹੈ ਜਾਂ ਇਹਨਾਂ ਲੋਕਾਂ ਦੀ ਹੈ। ਤੁਹਾਡੇ ਨਾਲ ਅਸੀਂ ਕਿਉਂ ਨਹੀਂ ਕਰ ਸਕਦੇ? ਕਿਉਂਕਿ ਤੁਹਾਨੂੰ ਅਸੀਂ ਹਰ ਗੱਲ ਡਿਪਰੈਸ਼ਨ 'ਚ ਨਹੀਂ ਦੇ ਸਕਦੇ ਕਿ ਯਾਰ ਉਸਤਾਦ ਨੂੰ ਆ ਵੀ ਕੰਮ ਕਹੀਏ, ਆ ਵੀ ਇਦਾਂ ਨਹੀਂ ਹੋਣ ਡਿਆ, ਫੈਸਲ ਨਹੀਂ ਆਣ ਡਿਆ, ਬਾਸ ਨਹੀਂ ਆਣ ਡਿਆ, ਮਿੱਠਾ ਨਹੀਂ ਆਣ ਡਿਆ, ਮੈਂ ਨਹੀਂ ਹੈ। ਇਸ ਗੱਲ ਤੋਂ ਸਿਰਫ ਡਰਦੇ ਹਾਂ ਕਿ ਯਾਰ ਹਰ ਗੱਲ ਨਾ ਕਰੋ, ਇਸ ਲਈ ਅਸੀਂ ਆਪਸ 'ਚ ਮੈਨੇਜ ਕਰਨ ਦੀ ਕੋਸ਼ਿਸ਼ ਕਰਦੇ ਰਹੇ। ਨਹੀਂ ਸਾਜੀ ਹੁਣ ਮੁੰਡੇ ਸਾਰੇ ਰੈਗੂਲਰ ਹੋ ਜਾਂਦੇ, ਇਨਸ਼ਾਅੱਲਾ ਕਰਾਂਗੇ। ਫਰੀਦ ਭਾਈ ਵੀ ਐਫਰਟ ਕਰਦੇ, ਜਾਨੀ ਕਿ ਚਾਲ ਵੀ ਭੱਜ ਦੌੜ ਕਰਦੇ, ਚਲੋ ਕੋਈ ਹੋ ਜਾਂਦਾ ਮਿਸ ਹੈ ਨਾ। ਜਿਹੜਾ ਪਰਸੋਂ ਜਦੋਂ ਮੁਸ਼ਾਰਾ ਕੀਤਾ ਨਾ, ਇਹ ਮੈਂ ਤੁਹਾਨੂੰ ਆ ਕੇ ਕਿਹਾ ਕਿ ਚਲੋ ਯਾਰ ਮੁਸ਼ਾਰਾ ਕਰਦੇ, ਮੈਨੂੰ ਇਹ ਦੱਸੋ ਕਿ ਤੁਸੀਂ ਕਿੱਦਣ ਇਹਨੇ ਆ ਕੇ ਮੈਨੂੰ ਅੰਦਰ ਕਿਹਾ ਉਸਤਾਦ ਜੀ ਮੁਸ਼ਾਰਾ ਕਰੀਏ? ਨਹੀਂ ਮੈਂ ਇਸ ਗੱਲੋਂ ਫਰੀਦ ਤੇਰੇ ਉਹ ਯਾਰ ਤੁਹਾਨੂੰ ਕਹਿੰਦਾ ਰਿਹਾ, ਤੁਸੀਂ ਕਿਹੜੀ ਦਲੀਲ ਲਈ? ਇਹ ਮੈਂ ਇਹਨੂੰ ਕਹਿੰਦਾ ਰਿਹਾ, ਇਹ ਮੈਂ ਇਹਨੂੰ ਕਹਿੰਦਾ ਰਿਹਾ, ਇਹ ਮੈਂ ਉਹਨੂੰ ਕਹਿੰਦਾ ਰਿਹਾ। ਨਹੀਂ ਉਸਤਾਦ ਜੀ ਦੀ ਗੱਲ ਸਹੀ ਹੈ, ਲੈ ਆਹ ਕੋਈ ਗੱਲ ਆ? ਇਹ ਮੈਂ ਉਹਨੂੰ ਕਹਿੰਦਾ ਰਿਹਾ, ਪੁੱਛੋ ਮੈਨੂੰ ਨਹੀਂ ਕਹਿੰਦਾ ਰਿਹਾ, ਉਹਨੂੰ ਮੈਂ ਕੀ ਕਰਨਾ ਵਾ? ਤੂੰ ਆ ਕੇ ਕਹਿ ਉਸਤਾਦ ਜੀ ਮੈਂ ਇਹਨੂੰ ਕਹਿ ਰਿਹਾ, ਉਹ ਨਹੀਂ ਕਰ ਰਿਹਾ। ਨਹੀਂ ਕੀਤਾ ਹੀ ਨਹੀਂ, ਤੂੰ ਇਹਨੂੰ ਕਹਿੰਦਾ ਰਿਹਾ, ਉਹਨੇ ਨਹੀਂ ਕੀਤਾ, ਤੂੰ ਵੀ ਫਿਰ ਰਿਹਾ, ਉਹ ਵੀ ਫਿਰ ਰਿਹਾ, ਉਹ ਵੀ ਫਿਰ ਰਿਹਾ, ਫਿਰ ਮੁਸ਼ਾਰੇ ਨੂੰ 18 ਦਿਨ ਹੋ ਗਏ ਤੇ ਤੂੰ ਦਲੀਲ ਢਿੱਡ 'ਚ ਲੈ ਕੇ ਬਿਠਾ, ਮੈਂ ਇਹਨੂੰ ਕਹਿੰਦਾ ਰਿਹਾ, ਮੈਂ ਇਹਨੂੰ ਕਹਿੰਦਾ ਰਿਹਾ, ਮੈਂ ਇਹਨੂੰ ਕਹਿੰਦਾ ਰਿਹਾ। ਗੱਲ ਕਰਨ ਵਾਲੀ ਬੰਦਾ ਕੋਈ ਗੱਲ ਪੱਕੀ ਕਰੇ, ਐਵੇਂ ਕਿਸੇ ਗੱਲ ਦਾ ਨਹੀਂ। ਇਹ ਅੰਦਰ ਮੈਨੂੰ ਕਿਉਂ ਨਹੀਂ ਦੱਸਿਆ? ਇਹ ਤੁਸੀਂ ਬਿਜ਼ੀ ਹੁੰਦੇ, ਤੁਸੀਂ ਫਲਾਣ ਦੇ, ਤੁਸੀਂ ਲੈ 36 ਵਾਰੀ ਤੂੰ ਹੋਣਾ ਮੇਰੇ ਕੋਲ। ਸਾਡਾ ਸਭ ਤੋਂ ਜ਼ਿਆਦਾ, ਮੈਂ ਜਿੰਨਾ ਮਰਜ਼ੀ ਬਿਜ਼ੀ ਆ, ਤੂੰ ਮੁਸ਼ਾਰੇ ਦਾ ਪੁੱਛਣਾ ਨਾ ਕਿ ਤੂੰ ਮੈਨੂੰ ਇਹ ਪੁੱਛਣਾ ਨਾ ਉਸਤਾਦ ਜੀ ਮੈਂ ਦੇਗ ਸਵੇਰੇ ਦੇਣੀ ਦੇ ਦਾਂ ਕਿ ਨਾ, ਐਡੀ ਗੈਰ ਜ਼ਰੂਰੀ ਪੁੱਛਣ। ਮੁਸ਼ਾਰਾ ਸਾਡਾ ਕੰਮ ਆ, ਤੂੰ ਅੰਦਰ ਆ, ਤੂੰ ਕਹ ਉਸਤਾਦ ਜੀ ਇਹ ਰੌਲਾ ਵਾ ਤੁਹਾਡੀ, ਤੁਸੀਂ ਮੈਨੂੰ ਕਿਹਾ ਸੀ, ਮੈਂ ਆਪਣੀ ਕੋਸ਼ਿਸ਼ ਕਰ ਰਿਹਾ, ਇਹ ਨਹੀਂ ਮੰਨਦੇ। ਉਸਤਾਦ ਜੀ ਸੁਣੋ ਤਾਂ ਸਹੀ, ਤੁਸੀਂ ਅਗਰੈਸਿਵ ਹੋਣ ਡੇ ਹੋ। ਮਾਮਲਾ ਐਸਾ ਵਾ ਕਿ ਹੁਣ ਤੁਹਾਨੂੰ ਮੈਂ 3 ਵਾਰੀ ਹੁਣ ਕਹਿ ਗਿਆ, 3 ਵਾਰੀ ਮਤਲਬ ਅੱਜ ਦੇ ਦਿਨ 'ਚ ਕਿ ਉਸਤਾਦ ਜੀ ਟੀ ਟਾਈਮ ਕਰੀਏ, 3 ਵਜੇ 4 ਵਜੇ ਦੇ ਆ ਗਏ, ਅਸੀਂ 5 ਵਜੇ ਦੇ ਲੱਗੇ ਆ ਉਸਤਾਦ ਜੀ, ਫਿਰ ਹੁਣ 7 ਵਜੇ ਟੀ ਟਾਈਮ ਸ਼ੁਰੂ ਹੋਣ ਡਿਆ। ਮੈਂ ਇਸੇ ਤਰ੍ਹਾਂ ਸੀ, ਤੁਸੀਂ ਭੁੱਲ ਜਾਂਦੇ ਹੋ ਕਿ ਯਾਰ ਇਹਨੇ ਮੈਨੂੰ ਕਿਹਾ ਕਿ ਨਹੀਂ, ਮੈਂ ਤੁਹਾਨੂੰ ਅੰਦਰ ਬਹਿ ਕੇ ਵੀ ਦੱਸੀ ਗੱਲ, ਉਸਤਾਦ ਜੀ ਫੈਸਲ ਨਹੀਂ ਆ ਰਿਹਾ, ਮਿੱਠੇ ਨੂੰ ਬਿਠਾਣਾ ਵਾ। ਫੈਸਲ ਤੋਂ ਬਗੈਰ ਅਸੀਂ ਮੁਸ਼ਾਰਾ ਕਰ ਲਿਆ, ਫੈਸਲ ਨੂੰ ਛੱਡ ਦੇ, ਫੈਸਲ ਦੀ ਕੋਈ ਲੌਜੀਕ ਨਹੀਂ ਬਣਦੀ। ਫੈਸਲ ਤੋਂ ਬਗੈਰ ਸਾਡੇ 4 ਬੰਦੇ ਪੂਰੇ ਸੀ, ਤੁਸੀਂ ਇਸ ਬੰਦੇ ਨੇ 4 ਛੁੱਟੀਆਂ ਕੀਤੀਆਂ ਨੇ ਹੁਣ,
ਉਸ ਤੋਂ ਪਹਿਲੇ ਆਉਂਦਾ ਹੀ ਰਿਹਾ ਵਾ ਅਸੀਂ ਸਾਡਾ ਟੀ ਟਾਈਮ ਕਿਦਨ ਮਿਸ ਹੋਇਆ ਨਹੀਂ ਉਸਤਾਦ ਜੀ ਤੁਸੀਂ ਨਹੀਂ ਨਾ ਯਾਦ ਹੈ ਤੇ ਗੱਲ ਹੈ ਹਾਂਜੀ। ਦੁਬਈ ਜਾਣ ਤੋਂ ਪਹਿਲਾਂ 3 ਛੁੱਟੀਆਂ ਦੀਆਂ ਨਹੀਂ ਸੀ ਦਾਨੇ ਸਾਹਿਬ? 3 ਨਹੀਂ 2 ਛੁੱਟੀਆਂ ਸੀ ਉਹ ਯਾਰ 3 ਸੁਣ ਲਓ, 3 ਛੁੱਟੀਆਂ ਇਹਨਾਂ ਦੀਆਂ ਸੀ। ਉਸ ਤੋਂ ਬਾਅਦ ਮਾਮਲਾ ਫਿਰ ਉਸ ਤੋਂ ਬਾਅਦ ਕੁਝ ਦੁਬਈ ਜਾਣ ਦੇ ਵਿੱਚ ਅਸੀਂ ਸ਼ੁਰੂ ਹੋ ਗਏ। ਜਾਨੀ ਕਿ 4 ਕਰਨੇ ਸੀ ਉਹਦੇ ਵਿੱਚ ਲੱਗੇ ਰਹੇ। ਟੀ ਟਾਈਮ ਸਾਨੂੰ ਚਾਹੀਦੇ ਸੀ ਉਹਦੇ ਲਈ ਐਡਵਾਂਸ। ਮੈਂ ਮੁਸ਼ਾਇਰੇ ਦਾ ਡੇਲੀ ਕਿਹਾ, ਮੈਂ ਸਲਮਾਨ ਸਾਹਿਬ ਗਵਾਹ ਡੇਲੀ ਕਹਿੰਦਾ ਰਿਹਾ ਕਿ ਭਾਈ ਨੇ ਤੁਹਾਨੂੰ ਵੀ ਜਾ ਕੇ ਇੱਕ ਵਾਰੀ ਕਿਹਾ ਉਸਤਾਦ ਜੀ ਮੁਸ਼ਾਇਰਾ ਕਰ ਲਈਏ, ਮੁਸ਼ਾਇਰਾ ਕਰ ਲਈ। ਤੁਸੀਂ ਇੰਨੇ ਬਿਜ਼ੀ ਹੋ, ਮੈਂ ਤੁਹਾਡੀ ਮਜਬੂਰੀ ਸਮਝਣਾ, ਮੈਂ ਇਸ ਲਈ ਇਹ ਨਹੀਂ ਕਹਿ ਰਿਹਾ ਤੁਸੀਂ ਗਲਤ ਹੋ। ਮੈਂ ਕਹਿ ਰਿਹਾ ਤੁਹਾਨੂੰ ਇੰਨੀਆਂ ਟੈਨਸ਼ਨਾਂ ਦੇ ਕੇ ਇਹ ਨਹੀਂ ਕਹਿ ਸਕਦੇ ਤੁਹਾਡੇ ਤੇ ਹੀ ਪਾ ਦਈਏ ਕਿ ਸਾਰਾ ਕੁਝ। ਹਾਂ, ਇਸੇ ਵਜ੍ਹਾ ਤੋਂ ਮੈਂ ਤੈਨੂੰ ਕਿਹਾ ਸੀ ਕਿ ਮੁਸ਼ਾਇਰੇ ਦੀ ਸਾਰੀ ਸਰਪ੍ਰਸਤੀ ਤੂੰ ਲੈ ਲਾ। ਤੇ ਉਸਤਾਦ ਜੀ ਮੈਂ ਕੋਸ਼ਿਸ਼ ਕੀਤੀ ਹੈ, ਮੇਰੇ ਕੋਲ ਜੇ ਨਹੀਂ ਤੁਸੀਂ ਉਹ ਵੀ ਗੱਲ ਨਹੀਂ, ਮੇਰੀ ਤਨਖਾਹ ਦਾ ਵੀ ਬਾਖੁਦਾ ਨਹੀਂ ਰੌਲਾ, ਨਾ ਮੈਨੂੰ ਇਹ ਕਿ ਮੇਰੇ ਤੇ ਤੁਸੀਂ ਜ਼ਿੰਮੇਵਾਰੀ ਪਾ ਕੇ ਮੈਂ ਤੁਹਾਨੂੰ ਮਯੂਜ਼ ਕੀਤਾ, ਇਹਦੇ ਲਈ ਮਾਜ਼ਰਤ। ਲੇਕਿਨ ਉਸਤਾਦ ਜੀ ਕੁਝ ਮਾਮਲੇ ਐਸੇ ਹੋਏ ਨੇ, ਉਹ ਕੋਈ ਫੰਡਾਮੈਂਟਲ ਮਾਮਲੇ ਹੋਏ ਨੇ, ਉਹ ਗਲਤ ਜਾਣਬੁੱਝ ਕੇ ਜਾਂ ਮੈਂ ਆਪਣੇ ਕੰਮ ਨਾਲ ਹਰਾਮਜ਼ਦਗੀ ਨਹੀਂ ਕੀਤੀ। ਲਾਹੌਰ ਵੀ ਮੈਂ ਗਿਆ ਵਾਂ ਤੇ ਮੈਂ ਜਿਸ ਤਰ੍ਹਾਂ ਗਿਆ ਵਾਂ, ਮੈਂ ਉੱਥੋਂ ਰਾਤ 11 ਵਜੇ ਮੈਂ ਟੁਰਿਆ, ਸਵੇਰੇ ਤੇ ਟੀ ਟਾਈਮ ਕਰਨਾ ਵਾ। ਮੇਰਾ ਅੱਲਾ ਸ਼ਾਹਿਦ ਹੈ ਕਿ ਮੈਂ ਇੱਥੇ ਆ ਕੇ ਟੀ ਟਾਈਮ ਲਈ ਸਵੇਰ 4 ਵਜੇ ਧੁੰਦ ਦੇ ਵਿੱਚ, ਜਿੱਥੇ ਬੱਸ ਵਾਲੇ ਨੂੰ 100 ਰੁਪਈਆ ਉਹਦੇ ਸਫ਼ਰ ਦੀ ਨਜ਼ਰ ਹੋਈ ਹੈ ਕਿ ਉਹ ਬੰਦਾ ਧੁੰਦ ਨਹੀਂ ਚ ਲੈ ਆਇਆ, ਤੇ ਮੈਂ ਇੱਥੇ 4 ਵਜੇ ਫੈਸਲਾਬਾਦ ਪਹੁੰਚਿਆ ਕਿ ਮੈਂ ਸਵੇਰ ਟੀ ਟਾਈਮ ਕਰਨਾ। ਮੈਂ ਅਲਹਮਦੁਲਿਲਾ ਮੈਂ ਆਪਣੇ ਕੰਮ ਨਾਲ ਲਾਇਲ ਹਾਂ, ਤੇ ਜੇ ਕੋਈ ਵਾਧਾ ਘਾਟਾ ਗਲਤੀ ਕੁਤਾਈ ਹੋ ਜਾਂਦੀ ਉਸਤਾਦ ਜੀ ਤੁਸੀਂ ਵੱਡੇ ਹੋ। ਨਹੀਂ ਭੈਣ, ਨਹੀਂ ਨਹੀਂ ਅਸੀਂ ਮੈਂ ਤੁਹਾਨੂੰ ਦੱਸ ਦਿੰਦਾ ਨਾ, ਹੁਣ ਤੁਸੀਂ ਇੰਨਾ ਬੋਲਿਆ, ਹੁਣ ਮੈਂ ਬੋਲਾਂ ਬੋਲਿਆ ਨਾ। ਹੁਣ ਦੇਖੋ ਮੇਰੀ ਗੱਲ ਸੁਣ, ਇਹ ਕੰਮ ਤੁਸੀਂ ਤੁਹਾਡੇ ਕੋਲ ਕਰਵਾਇਆ ਜਾਂਦਾ, ਤੁਸੀਂ ਕਰਦੇ ਨਹੀਂ। ਇਹ ਮੇਰੀ ਗੱਲ ਲਿਖ ਲਓ, ਇਹ ਕੰਮ ਤੁਹਾਡੇ ਕੋਲ ਕਰਵਾਇਆ ਜਾਂਦਾ ਵਾ। ਇਹ 100% ਗੱਲ ਆ। ਆਉਂਦੇ ਹੋ ਤੁਸੀਂ, ਆਉਂਦੇ ਹੋ, ਮੈਂ ਤੁਹਾਨੂੰ ਹੁਣ ਅੰਦਰ ਬੈਠੇ ਕਹਿ ਦੇਵਾਂ ਕਿ ਯਾਰ ਨਹੀਂ ਕਰਨਾ, ਟੀ ਟਾਈਮ ਰਹਿਣ ਦੋ, ਨਹੀਂ ਚਲਾਵਾਂਗੇ, ਤੁਸੀਂ ਦੂਜੀ ਵਾਰੀ ਮੈਨੂੰ ਮੁੜ ਕੇ ਨਹੀਂ ਵੇਖਣਾ, ਤੁਸੀਂ ਘਰਾਂ ਨੂੰ ਚੱਲ ਜਾਣਾ ਵਾ। ਔਰ ਕਰੋੜ ਵਾਰੀ ਇਦਾਂ ਹੋਇਆ ਵਾ ਕਿ ਮੈਂ ਕਹਤਾ ਨਾ ਯਾਰ ਨਹੀਂ ਕਰਨਾ। ਹੁਣ ਇਹਦੀ ਅਗਰ ਇਹ ਦਲੀਲ ਆ ਕਿ ਸਾਜੀ ਤੁਹਾਡੇ ਅੱਗੇ ਅਸੀਂ ਕਿੱਦਾਂ ਬੋਲੀਏ, ਇਹ ਨਹੀਂ ਗੱਲ। ਮੇਰਾ ਕਮਰਾ, ਮੇਰਾ ਪ੍ਰਾਈਵੇਟ ਆਫਿਸ ਆ, ਸਭ ਤੋਂ ਬਹੁਤਾ ਰਾਸ਼ੀ ਉੱਥੇ ਰਹਿੰਦਾ। ਇਹ ਮੇਰਾ ਪ੍ਰਾਈਵੇਟ ਕਮਰਾ ਜੇ। ਜਿਹੜੇ ਮਹਿਮਾਨਾਂ ਵਾਲੇ ਕਮਰੇ ਆ ਤੇ ਬਹਿਣ ਵਾਲੇ ਉਹ ਖਾਲੀ ਹੁੰਦੇ ਆ, ਤੇ ਜਿਹੜਾ ਐਗਜ਼ੈਕਟਿਵ ਕਮਰਾ ਉਹ ਭਰਿਆ ਹੁੰਦਾ 24 ਘੰਟੇ। ਠੀਕ ਆ ਜੀ। ਔਰ ਕੋਈ ਗੱਲ ਇਹ ਬਕਵਾਸ ਕਰ ਰਿਹਾ ਕਿ ਤੁਹਾਡੇ ਤੋਂ ਡਰਦੇ ਅਸੀਂ, ਕੋਈ ਨਹੀਂ ਇਹ ਡਰਦਾ ਮੇਰੇ ਤੋਂ, ਨਾ ਮੈਂ ਇਹਨਾਂ ਨੂੰ ਕਦੀ ਇਸ ਡਰ 'ਚ ਰੱਖਿਆ ਕਿ ਮੇਰੇ ਕੋਲ ਡਰੋ। ਜਦੋਂ ਇਹਨਾਂ ਦਾ ਦਿਲ ਕਰਦਾ, ਜਿਹਦਾ ਦਿਲ ਕਰਦਾ ਅੰਦਰ ਆ ਕੇ ਉਸਤਾਦ ਜੀ ਮੈਂ ਅੱਜ ਨਹੀਂ ਆਉਣਾ, ਉਸਤਾਦ ਜੀ ਮੈਂ ਕੱਲ ਨਹੀਂ ਆਉਣਾ, ਉਸਤਾਦ ਜੀ ਮੈਂ ਇੱਦਾਂ ਵਾਂ, ਉਸਤਾਦ ਜੀ ਮੈਂ ਚੱਲ ਜਾਵਾਂ, ਮੇਰੀ ਅੱਗੋਂ ਇਹ ਹੁੰਦਾ ਅੱਛਾ ਠੀਕ ਆ ਜਾਓ, ਠੀਕ ਆ ਜਾਓ। ਮੁਸ਼ਾਇਰੇ ਤੋਂ ਗੱਲ ਸ਼ੁਰੂ ਹੋਈ ਸੀ, ਮੁਸ਼ਾਇਰੇ ਤੇ ਆਏ ਨਾ ਉਸੇ ਪੁਆਇੰਟ ਤੇ ਕਿ ਇੱਕ ਡੀਲ ਹੋਈ, ਇੱਕ ਗੱਲਬਾਤ ਹੋਈ, ਫੈਸਲ ਨਹੀਂ ਆਇਆ, ਉਹਦੀ ਜਗ੍ਹਾ ਅਸੀਂ ਮਿੱਠੇ ਨੂੰ ਬਿਠਾ ਲਿਆ। ਠੀਕ ਆ ਜੀ। ਤੇ ਦੂਸਰੀ ਗੱਲ ਇਹ ਹੈ ਕਿ ਉਸ ਮੁਸ਼ਾਇਰੇ 'ਚ ਜੈਨੂਇਨ ਗੱਲ ਇਹ ਹੈ ਕਿ ਪਹਿਲੇ ਮੁਸ਼ਾਇਰੇ 'ਚ ਬੜੀ ਕੋਸ਼ਿਸ਼ ਹੋਈ ਹੈ, ਸਭ ਕੁਝ ਹੀ, ਉਸ ਤੋਂ ਬਾਅਦ ਨਹੀਂ ਹੋ ਰਹੀ ਐਸਾ। ਉਸ ਤੋਂ ਬਾਅਦ ਉਹ ਪਹਿਲੇ ਵਾਲੀ ਰੂਟੀਨ ਆ ਗਈ ਸੇਮ ਜਿੱਦਾਂ ਪਹਿਲੇ ਸੀ। ਤੇ ਤੁਸੀਂ ਵੀ ਮਤਲਬ ਇੱਕ ਅਦਾਰੇ 'ਚ ਕੰਮ ਕਰ, ਅਦਾਰੇ 'ਚ 100 ਮਸਲੇ ਹੁੰਦੇ ਆ, ਇਹ ਨਹੀਂ ਕਰਦਾ, ਉਹ ਨਹੀਂ ਕਰਦਾ, ਭਾਵੇਂ ਤੁਸੀਂ ਅੱਗੇ ਰਿਪੋਰਟ ਦੇਣੀ ਹੁੰਦੀ ਹੈ। ਮੈਂ ਟੀ ਟਾਈਮ ਨਹੀਂ ਕਰ ਰਿਹਾ, ਜਾਨੀ ਕਿ ਚਾਹ ਥੱਲੇ 4 ਬੰਦੇ ਨੇ, ਮਾਲਕ ਨੂੰ ਨਹੀਂ ਪਤਾ, 4 ਬੰਦੇ ਨੇ ਜਿਹੜੇ ਮੈਨੂੰ ਪੁੱਛਦੇ ਟੀ ਟਾਈਮ। ਉਹਨਾਂ ਨੂੰ ਜਦੋਂ ਮੈਂ ਕਹਿੰਦਾ ਨਾ ਯਾਰ ਮੈਂ ਟੀ ਟਾਈਮ ਨਹੀਂ ਕਰਨਾ, ਐਰਕੀ ਭਾਵੇਂ ਕੰਮ ਹੋ ਰਿਹਾ, ਉਹ ਫੌਰਨ ਉੱਪਰ ਰਿਪੋਰਟ ਦਿੰਦੇ ਆ ਕਿ ਜੀ ਜਿਹੜਾ ਐਰਕੀ ਟੀ ਟਾਈਮ ਨਹੀਂ ਨਾ ਹੋਣਾ ਬੌਸ, ਉਹ ਸਜਾਦ ਦਾ ਇਹ ਮਸਲਾ ਵਾ, ਇਸ ਤੋਂ ਐਰਕੀ ਨਹੀਂ ਜੀ ਹੋਣਾ, ਮੈਂ ਤੁਹਾਨੂੰ ਦੱਸਦਾ ਜੀ। ਜਾਨੀ ਕਿ ਚਾਹ ਕਦੀ ਇਦਾਂ ਹੋਇਆ ਵਾ ਕਿ ਮੈਂ ਉਹਨਾਂ ਨੂੰ ਕਹਿ ਦੇਵਾਂ ਤੇ ਉਹ ਮਾਲਕ ਨੂੰ ਦੱਸਣ ਹੀ ਨਾ। ਤੈਨੂੰ ਇੱਕ ਡਿਊਟੀ ਲੱਗੀ ਆ, ਤੂੰ ਆਪ ਲਵਾਈ ਆ, ਤੂੰ ਉਹਨੂੰ ਮੰਨਿਆ ਵਾ। ਹੁਣ ਤੂੰ ਟੋਟਲ, ਮੈਂ ਕਿਉਂ ਕਿਹਾ ਟੋਟਲ ਚੇਂਜ ਹੋ ਗਿਆ, ਕਿ ਟੋਟਲ ਗੱਲਾਂ ਚੇਂਜ ਹੋ ਗਈਆਂ। ਮੈਂ ਕਿੱਦਾਂ ਕਰਾਂ, ਮੈਂ ਇਹਨੂੰ ਕਿੱਦਾਂ ਬੁਲਾਵਾਂ, ਮੈਂ ਉਹਨੂੰ ਕਿੱਦਾਂ ਕਰਾਂ। ਇਹ ਉਧਰ ਨਹੀਂ ਸੀ, ਉਧਰ ਨੇ ਸਾਰੇ ਬੈਠਿਆਂ ਨੇ ਇੱਕ ਪੂਰਾ ਮੁਤਫੱਕਾ ਫੈਸਲਾ ਨਹੀਂ ਕੀਤਾ ਤੁਸੀਂ ਕਿ ਅਸੀਂ ਇੱਦਾਂ ਕਰਾਂਗੇ, ਆ ਸਾਡਾ ਲੀਡਰ ਆ, ਅਸੀਂ ਇੱਦਾਂ ਕਰਾਂਗੇ। ਸਾਜੀ ਅਸੀਂ ਲੀਡਰ ਤੋਂ ਨਹੀਂ ਮੈਂ ਗੱਲ ਕਰ ਰਿਹਾ। ਹੁਣ ਇੱਕ ਮਿਸਾਲ ਆ, ਇਹ ਬੰਦੇ ਦੀ ਡਿਊਟੀ ਆ, ਇਹਨੇ ਤੈਨੂੰ ਕਿਹਾ ਮੁਸ਼ਾਇਰਾ ਕਰ, ਤੂੰ ਕਿਹਾ ਮੈਂ ਨਹੀਂ ਕਰਨਾ, ਇਹਨੂੰ ਕਿਹਾ ਮੈਂ ਨਹੀਂ ਕਰਨਾ, ਉਹਨੇ ਕਿਹਾ ਮੈਂ ਨਹੀਂ ਕਰਨਾ। ਇਹਦਾ ਹੱਕ ਨਹੀਂ ਬਣਦਾ ਆ ਕੇ ਮੈਨੂੰ ਕੋਈ ਪੈਣਾ, ਦੇਖੋ ਮੈਂ ਮੁਸ਼ਾਇਰਾ ਤਿਆਰ ਆ, ਸਾਰੇ ਇਹਨਾਂ ਨੂੰ ਬੁਲਾਓ, ਇੱਧਰ ਆਓ ਭਾਈ। ਜਾਂ ਤੂੰ ਜਦੋਂ ਕਿਹਾ ਨਹੀਂ ਕਰਨਾ, ਅੰਦਰ ਜਾ ਕੇ ਉਸਤਾਦ ਨੂੰ ਕਹਿ ਦਿਓ ਯਾਰ, ਅੰਦਰ ਜਾ ਕੇ ਉਸਤਾਦ ਨੂੰ ਨਾ ਕਰ ਦਿਓ, ਕਿਉਂਕਿ ਭਾਈ ਉਹਨੇ ਮੈਨੂੰ ਪੁੱਛਣਾ ਵਾ ਮੇਰੇ ਕੋਲ ਤੂੰ ਕਿਦੋਂ ਆਇਆ। ਅੱਜ ਤੂੰ ਜਿੰਨੀਆਂ ਗੱਲਾਂ ਦੱਸੀਆਂ ਨੇ ਮੈਨੂੰ, ਇਹ ਤੂੰ ਕਸਮ ਖਾ ਕੇ ਦੱਸ ਵੀ 5% ਵੀ ਤੂੰ ਮੈਨੂੰ ਪਹਿਲੇ ਦੱਸੀਆਂ ਨੇ ਉਸਤਾਦ ਜੀ। ਹੁਣ ਤੂੰ ਅਗਰ ਇੱਕ ਵਾਰੀ ਆ ਕੇ ਇੱਕ ਗੱਲ ਦੱਸ ਦੇਈ ਆ ਤਾਂ ਤੂੰ ਸਾਰੀ ਆ ਜਿਹੜੀ 2.5 ਮਹੀਨੇ ਦਾ ਮੁਸ਼ਾਇਰਾ ਸਾਰਾ ਉਸ ਗੱਲ ਤੇ ਪਾਤਾ ਕਿ ਮੈਂ ਤੁਹਾਨੂੰ ਇੱਕ ਵਾਰੀ ਦੱਸਿਆ ਸੀ ਆ ਕੇ ਕਿ ਸਰ ਨਹੀਂ, ਫੈਸਲ ਖੁਦ ਗਿਆ ਤੁਹਾਡੇ ਕਮਰੇ, ਜਿਹਨੂੰ ਕਹਿੰਦੇ ਮੁਸ਼ਾਇਰਾ ਚਲਾ ਗਿਆ, ਫੈਸਲ ਚਲਾ ਗਿਆ, ਉਹਦੀ ਜਗ੍ਹਾ ਮਿੱਠਾ ਆ ਗਿਆ। ਅੱਗੇ ਗੱਲ ਨਹੀਂ ਜਦੋਂ ਫੈਸਲ ਨੂੰ ਕਹਿੰਦੇ ਸੀ ਨਾ, ਫੈਸਲ ਕਹਿੰਦਾ ਭਾਈ ਮੈਂ ਕਿਹਾ ਨਾ ਦਾਨੇ ਸਾਹਿਬ ਕੁਝ ਗੱਲਾਂ ਐਸੀਆਂ ਤੁਹਾਡੇ ਨਾਲ ਵੀ ਮੇਰੀ ਡਿਸਕਸ, ਤੁਸੀਂ ਕਿਹਾ ਯਾਰ ਅੱਜ ਤਿਆਰ ਨਹੀਂ ਹੈਗਾ, ਠੀਕ ਹੈ। ਮਿੱਠੇ ਨੂੰ ਕਿਹਾ, ਮਿੱਠੇ ਨੇ ਕਿਹਾ ਯਾਰ ਮੇਰਾ ਤਿਆਰ ਆ, ਇਹਨੂੰ ਪੁੱਛਿਆ ਯਾਰ ਮੇਰਾ ਤਿਆਰ ਨਹੀਂ ਹੈਗਾ। ਮੈਂ ਕਹਿ ਰਿਹਾ ਵਾਂ ਕਿ ਤੁਹਾਡੇ ਨਾਲ ਜਾ ਕੇ ਗੱਲਾਂ ਡਿਸਕਸ ਹੋਈਆਂ ਨੇ,
ਤੁਹਾਡੇ ਨਾਲ ਮਸਲਾ ਉਸਤਾਦ ਜੀ ਇਹ ਚੱਲਦਾ ਕਿ ਤੁਸੀਂ ਜਿੰਨੀਆਂ ਟੈਨਸ਼ਨਾਂ ਦੁਨੀਆ ਜਾਣਦੀਆਂ ਲੈ ਕੇ ਬੈਠੇ ਹੋ ਨਾ, ਤੁਹਾਨੂੰ ਯਾਦ ਨਹੀਂ ਰਹਿੰਦਾ। ਮੈਂ ਇਹ ਗੱਲ ਆ ਕੇ 3-4 ਵਾਰੀ ਸਲਮਾਨ ਸਾਹਿਬ ਵੀ ਨੇ, ਮੁਸ਼ਾਇਰੇ ਦੀ ਗੱਲ ਅੰਦਰ ਹੋਈ ਹੈ ਕਮਰੇ ਦੇ ਵਿੱਚ, ਮੈਂ ਕਿਹਾ ਜੀ ਸਲਮਾਨ ਸਾਹਿਬ ਇਹ ਮਾਮਲਾ ਵਾ, ਫੈਸਲ ਸਾਹਿਬ ਤੇ ਉਹਨਾਂ ਦਾ ਹੁਣ ਇੱਕ ਲੱਤ ਟੁੱਟੀ ਦਾ ਮੈਂ ਕੀ ਜਵਾਬ ਦਿਆਂ? ਉਹ ਯਾਰ ਤੂੰ ਉਹਦੀ ਲਾਤੀ ਵਿੱਚ ਪਾਈ ਜਾਣਾ, ਉਹਨੂੰ ਛੱਡ ਦੇ, ਉਹਦੀ ਜਗ੍ਹਾ ਆ ਗਿਆ ਫੈਸਲ ਦਾ। ਤੇਰਾ ਜ਼ਿਕਰ ਕਰਨਾ ਹੁਣ ਬੰਦਾ ਹੀ ਇਹਨਾਂ ਦੀਆਂ ਛੁੱਟੀਆਂ ਦਾ ਕੀ ਹਾਂ, ਜਵਾਬ ਇਹਦੀ ਦਿਆਂ? ਗੱਲ ਕਰਨਾ। ਫੈਸਲ ਨੂੰ ਛੱਡ ਦੇ, ਬਾਰ-ਬਾਰ ਫੈਸਲ ਨੂੰ ਘਸੀਟੀ ਜਾਣਾ। 4 ਮੁਸ਼ਾਇਰੇ ਅਸੀਂ ਫੈਸਲ ਤੋਂ ਬਗੈਰ ਕਰ ਲਏ, ਉਹ ਕਿੱਦਾਂ ਕਰ ਲਏ ਜੇ ਫੈਸਲ ਐਡਾ ਹੀ ਅਹਿਮ ਸੀ ਤੇ? ਉਸਤਾਦ ਜੀ ਫੈਸਲ ਦੀ ਗੱਲ ਛੱਡ ਦੇ, ਫੈਸਲ ਦੀ ਜਗ੍ਹਾ ਮਿੱਠਾ ਆ ਗਿਆ, ਛੱਡ ਦੇ ਉਹ ਦਲੀਲ ਨਾ ਦੇ। ਫੈਸਲ ਦੀ ਜਗ੍ਹਾ ਮਿੱਠਾ ਆ ਗਿਆ, ਸਾਡਾ ਮੁਸ਼ਾਇਰਾ ਪੂਰਾ ਹੋ ਗਿਆ, ਅੱਗੇਲੀ ਗੱਲ ਕਰ। ਉਸਤਾਦ ਜੀ ਤੁਸੀਂ ਫਿਰ ਸ਼ੁਰੂ ਤੋਂ ਨਾ ਕਹੋ ਵੀ ਸ਼ੁਰੂ ਤੋਂ ਮਿਹਨਤ ਹੋਈ ਤੇ ਬਾਅਦ ਚ ਇਹਨੇ ਛੱਡ ਹੀ ਦਿੱਤੀ। ਮੈਂ ਫੈਸਲ ਦੇ ਜਾਣ ਤੱਕ ਮਿਹਨਤ ਕੀਤੀ, ਇੱਕ ਫੈਸਲ ਚਲਾ ਗਿਆ, ਉਸ ਤੋਂ ਬਾਅਦ ਇਹਨਾਂ ਦੀਆਂ ਛੁੱਟੀਆਂ ਦਾ ਮੈਂ ਫਿਰ ਫੈਸਲ ਚਲਾ ਗਿਆ, ਇਹ ਮੇਰੀਆਂ ਛੁੱਟੀਆਂ। ਫਿਰ ਫੈਸਲ ਚਲਾ, ਉਹ ਫੈਸਲ ਦੀ ਜਗ੍ਹਾ ਮਿੱਠੇ ਦੇ ਨਾਲ ਸ਼ੋਅ ਨਹੀਂ ਕੀਤੇ, ਮੁਸ਼ਾਇਰੇ ਕੀਤੇ ਕਿ ਨਹੀਂ ਉਸਤਾਦ ਜੀ? ਕੀਤੇ ਤਾਂ ਗੱਲ ਮੁੱਕ ਗਈ। ਭਾਈ ਨੇ ਦੱਸੋ ਮੁਸ਼ਾਇਰੇ ਨਹੀਂ ਹੋ ਰਹੇ ਜੀ ਸਰ। ਉਹਦਾ ਕੀ ਕਰਨਾ ਵਾ? ਨਹੀਂ ਇਨਸ਼ਾਅੱਲਾ ਨਹੀਂ ਮੈਂ ਯਾਰ ਇਹ ਤੇ ਤੁਹਾਡੀ ਗੱਲ ਸਾਰੀ ਇਹ ਤਾਂ 5 ਸਾਲ ਤੋਂ ਗੱਲ ਹੈ ਨਾ, ਮੁਸ਼ਾਇਰੇ ਨਹੀਂ ਹੋ ਰਹੇ। ਉਹਨੇ ਸਾਰਾ ਮੇਰੇ ਤੇ ਪਾਤਾ ਕਿ ਜੀ ਇਹ ਮਤਲਬ ਇਹ ਨਹੀਂ ਚੰਗੇ, ਇਹ ਨਹੀਂ ਚੰਗੇ, ਇਹ ਨਹੀਂ ਚੰਗੇ, ਇਹ ਨਹੀਂ ਚੰਗੇ। ਜਿੱਦਣ ਅਸੀਂ ਆ ਮੁਸ਼ਾਇਰਾ ਕੀਤਾ ਵਾ ਆਖਰੀ, ਉਸ ਤੋਂ 2 ਦਿਨ ਬਾਅਦ ਮੈਂ ਤੈਨੂੰ ਪੁੱਛਿਆ, ਮੈਂ ਕਿਹਾ ਯਾਰ ਮੁਸ਼ਾਇਰਾ ਕਰੀਏ, ਤੂੰ ਲਿਖਿਆ? ਤੂੰ ਕਿ ਨਹੀਂ ਲਿਖਿਆ। ਲੇਕਿਨ ਸਰ ਜੀ ਮੈਂ ਲਿਖ ਲਿਆ ਵਾ, ਹੁਣ ਤਿਆਰ ਲਿਖ ਲਿਆ ਨਾ। ਮੈਂ ਗੱਲ ਇਹ ਕਰ ਰਿਹਾ, ਜ਼ਿੰਮੇਵਾਰੀ ਕੀ ਹੁੰਦੀ ਹੈ ਅਦਾਰੇ 'ਚ ਕੰਮ ਕਰਨ ਦੀ। ਕੋਈ ਗੱਲ ਅਸੀਂ ਜਾਣੀ ਕਿ ਚਾਹ ਦੇਈਦਾ ਨਾ, ਹਾਂ ਦੇ ਵੇਖੀ ਅਗਲੇ ਤੁਹਾਡਾ ਕੀ ਹਾਲ ਕਰਦੇ। ਇਹ ਹੁਣ ਲਾਹੌਰ ਜਾਂਦਾ ਵਾ ਜੀ, ਰਾਤ ਬਹਿਨੋਈ ਮਰਿਆ, ਅਗਲੇ ਦਿਨ ਲਾਹੌਰ ਸੀ, ਉੱਥੇ ਕਰਨ ਹਾਂ ਐਦਿਆਲਾ ਸਾਹਿਬ ਕਰਕੇ ਦੇਖਣ, ਫੈਸਲਾ ਕਰਕੇ। ਇੱਥੇ ਵੀ ਇਸੇ ਤਰ੍ਹਾਂ ਨਹੀਂ ਉਸਤਾਦ ਜੀ, ਅਸੀਂ ਇੱਥੇ ਵੀ ਫਰੀਦ ਮੇਰੀ ਗੱਲ ਸੁਣ, ਮੇਰੀ ਗੱਲ ਸੁਣ। ਪ੍ਰੋਬਲਮ ਪਤਾ ਕੀ ਹੈ? ਮੈਂ ਹੈਗਾ ਤੇ ਸ਼ੋਅ ਹੋਣਾ, ਮੈਂ ਹੈਗਾ ਤੇ ਸ਼ੋਅ ਹੋਣਾ, ਮੈਂ ਮੁਸ਼ਾਇਰਾ ਹੋਣਾ, ਮੈਂ ਹੈਗਾ ਤੇ ਜਾਨੀ ਕੀ ਚਾਹ ਹੋਣਾ, ਮੈਂ ਹੈਗਾ ਤੇ ਆ ਹੋਣਾ, ਮੈਂ ਨਹੀਂ ਹੈਗਾ ਤੇ ਨਹੀਂ ਹੋਣਾ। ਤੇ ਚੱਲ ਇਹੀ ਗੱਲ ਮੈਂ ਤੈਨੂੰ ਪੁੱਛਦਾ ਕਿ ਉਸਤਾਦ ਨੂੰ ਇੰਨੀ ਟੈਨਸ਼ਨ ਆ ਹੋਰ ਪਾਸੇ, ਸਾਨੂੰ ਤੇ ਉਹਦੇ ਨਾਲੋਂ ਇੰਨੀ ਵੀ ਨਹੀਂ ਉਸ ਹਿਸਾਬ ਨਾਲ। ਅਸੀਂ ਤੇ ਇੰਜ ਝਾੜ ਕੇ ਆਉਣਾ ਤੇ ਝਾੜ ਕੇ ਕਹਿਣਾ, ਸਾਨੂੰ ਤੇ ਇਹ ਵੀ ਨਹੀਂ ਪਤਾ ਅਸੀਂ ਚੱਲੇ ਆ ਪਿੱਛੋਂ ਦਫ਼ਤਰ ਦਾ ਕੀ ਹਾਲ ਆ, ਕਿੰਨੇ ਬੰਦ ਕਰਨਾ, ਕਿੰਨੇ ਤਾਲੇ ਲਾਉਣੇ, ਕਿੰਨੇ ਕੋ ਬੱਤੀਆਂ ਬੰਦ ਕਰਨੀਆਂ, ਕਿੰਨੇ। ਤੁਹਾਨੂੰ ਕੋਈ ਪਰਵਾਹ ਹੁੰਦੀ ਇਸ ਚੀਜ਼ ਦੀ? ਨਹੀਂ। ਇਹ ਮੈਨੂੰ ਹੁੰਦੀ ਹੈ। ਸਵੇਰੇ ਉੱਠ ਕੇ ਕਿਹੜੀ ਲਾਈਟ ਚੱਲ ਰਹੀ ਆ, ਕਿਹੜਾ ਬਟਨ ਚੱਲਦੇ ਆ, ਮਾਈਕ ਕੈਮਰੇ ਕਿੱਦਾਂ ਇਹਨੇ ਕਿੱਧਰ ਲਾਏ ਆ, ਉਹ ਯਾਰ ਰਾਤ ਦੇ ਕੈਮਰੇ ਇੱਥੇ ਲਾਏ, ਉਹ ਫਲਾਣਾ ਕੀਤਾ, ਉਹ ਐਡਿਟ ਕਿਉਂ ਨਹੀਂ? ਤੁਹਾਨੂੰ ਇਹਨਾਂ ਦੀ ਕੋਈ ਪਰਵਾਹ ਹੈਗੀ? ਤੁਹਾਨੂੰ ਤੇ ਹੈ ਹੀ ਕੋਈ ਰੌਲਾ ਨਹੀਂ। ਤੁਸੀਂ ਤੇ ਆਉਣਾ ਬਹਿਣਾ, ਕੋਈ ਸਕ੍ਰਿਪਟ ਯਾਦ ਕਰਦੇ? ਤੁਸੀਂ ਟੀ ਟਾਈਮ ਤੋਂ ਬਹਿਣ ਲੱਗੇ ਆ, 6 ਘੰਟੇ ਬਾਹਰ ਬੈਠੇ ਰਹੋ। ਕਦੀ ਸੋਚ ਕੇ ਆਏ ਹੋ ਕਿ ਸਾਹ ਜੀ ਅਸੀਂ 6 ਘੰਟੇ 'ਚ ਇਹ ਤਿਆਰ ਕਰਕੇ ਆਏ ਆ? ਕਦੀ ਕਿਹਾ ਤੁਸੀਂ? ਨਹੀਂ ਦੱਸੋ ਨਾ। ਤੁਸੀਂ ਘਰੋਂ ਆਉਂਦੇ ਜੇ ਬਹਿ ਜਾਂਦੇ, ਮੈਂ 4 ਘੰਟੇ ਬਾਅਦ ਸ਼ੋਅ ਸ਼ੁਰੂ ਕਰਾਂ, ਤੁਸੀਂ 4 ਘੰਟੇ ਇੱਕ ਕੱਖ ਭੰਨ ਕੇ ਦੂਰਾ ਨਹੀਂ ਕਰਦੇ। ਕਿਆ ਹੋਮਵਰਕ ਨਹੀਂ ਹੁੰਦਾ ਪਹਿਲੇ? ਮੈਂ ਟੀ ਟਾਈਮ ਤੇ ਬੈਠਾ, ਮੈਂ ਗੱਲ ਸ਼ੁਰੂ ਕਰਨੀ ਹੈ ਤੇ ਤੁਸੀਂ ਗੱਲ ਸ਼ੁਰੂ ਕਰਨੀ ਹੈ। ਮੈਂ ਹੁਣੇ ਚੁੱਪ ਕਰ ਜਾਣਾ, ਤੁਸੀਂ ਚਾਰੇ ਮੈਨੂੰ ਕਰਕੇ ਦਿਖਾਓ ਟੀ ਟਾਈਮ। ਤੁਸੀਂ ਕੀ ਮਿਹਨਤ ਕਰਦੇ ਪਏ ਹੋ ਮੈਨੂੰ ਦੱਸੋ ਨਾ। ਹਕੀਕਤ ਇਹ ਆ ਭੈਣ, ਜੈਨੂਇਨ ਹਕੀਕਤ ਇਹ ਆ ਕਿ ਤੁਸੀਂ ਘਰੋਂ ਆਉਂਦੇ ਹੋ, ਠੀਕ ਆ ਜੀ, ਨਹਾ ਧੋ ਕੇ ਕੱਪੜੇ ਪਾ ਕੇ ਮੋਟਰਸਾਈਕਲ ਖਿਲਾਰਦੇ ਆ ਕੇ ਬਹਿ ਜਾਂਦੇ ਹੋ। ਤੁਹਾਨੂੰ ਨਹੀਂ ਪਤਾ ਕਿ ਆਫਿਸ ਦੇ ਬਾਕੀ ਸਾਰੇ ਮਾਮਲਾਤ ਕੌਣ ਕਰ ਰਿਹਾ ਕੌਣ ਨਹੀਂ ਕਰ ਰਿਹਾ। ਤੁਸੀਂ ਬੈਠੇ ਹੋ, ਤੁਹਾਡੇ ਨਾਲ ਕੋਈ ਰਿਲੇਟਡ ਕੰਮ ਆ, ਜਿਵੇਂ ਜਾਨੀ ਕੀ ਚਾਹ ਹੋ ਗਿਆ, ਯਾਰਾ ਕਰ ਲਾ ਨਹੀਂ ਤੇ ਤੁਸੀਂ ਬੈਠੇ ਹੋ। ਅਗਰ ਜਾਨੀ ਕੀ ਚਾਹ ਸੈੱਟ ਓਕੇ ਹੋ ਗਿਆ, ਤੁਸੀਂ 2 ਵਜੇ ਆਏ ਹੋ, ਮੈਂ 6 ਵਜੇ ਸ਼ੋਅ ਸ਼ੁਰੂ ਕੀਤਾ, ਤੁਸੀਂ 6 ਵਜੇ ਤੱਕ 4 ਘੰਟੇ ਸਿਰਫ ਬੈਠੇ ਸਿਗਰਟਾਂ ਪੀ ਰਹੇ ਹੋ ਤੇ ਮੈਸੇਜ ਕਰ ਰਹੇ ਹੋ। 4 ਘੰਟੇ ਬਾਅਦ ਮੈਂ ਕਹਿਣਾ ਚਲੋ ਯਾਰ ਟੀ ਟਾਈਮ। ਹੁਣ ਉਹ 4 ਘੰਟੇ ਅੰਦਰ ਮੈਨੂੰ 36 ਬੰਦੇ ਮਿਲਣ ਵੀ ਆਉਣੇ ਨੇ, ਮੈਂ ਉਹਨਾਂ ਨੂੰ ਵੀ ਡੀਲ ਕਰਨਾ ਵਾ, ਮੈਂ ਕਿਤੇ ਜਾਣਾ ਵੀ ਆ, ਮੈਂ ਆਉਣਾ ਵੀ ਆ, ਮੈਂ ਐਡੀਟਰ ਨੂੰ ਵੀ ਪੁੱਛਣਾ, ਮੈਂ ਸ਼ੋਆਂ ਦਾ ਵੀ ਪੁੱਛਣਾ, ਮੈਂ ਬਾਕੀ ਵੀ ਕੰਮ। ਤੁਹਾਨੂੰ ਉਹ ਕੋਈ ਟੈਨਸ਼ਨ ਨਹੀਂ, ਤੁਸੀਂ ਸਿਰਫ ਬਾਹਰ ਸਿਗਰਟਾਂ ਪੀ ਰਹੇ ਹੋ ਤੇ ਮੋਬਾਈਲ ਨਾਲ ਲੱਗੇ ਹੋ, ਠੀਕ ਹੈ ਜੀ। ਮੈਂ ਕਿਹਾ ਟੀ ਟਾਈਮ ਕਰਨਾ, ਤੁਸੀਂ ਆ ਕੇ ਤੇ ਗੱਦੀ ਤੇ ਬਹਿ ਗਏ, ਤੁਹਾਨੂੰ ਇਹ ਵੀ ਨਹੀਂ ਪਤਾ ਅੱਗੋਂ ਗੱਲ ਕੀ ਹੋਣੀ। ਤੁਹਾਨੂੰ ਪਤਾ ਉਸਤਾਦ ਨੇ ਤੋੜ ਲੈਣੀ। ਇਹਨੂੰ ਜ਼ਿੰਮੇਵਾਰੀ ਕਹਿੰਦੇ ਨੇ। ਕਿੰਨੀ ਵਾਰੀ ਮੈਂ ਤੁਹਾਨੂੰ ਇਹ ਗੱਲ ਕਹੀ ਆ, ਸ਼ੋਅ 'ਚ ਕਿੰਨੀ ਵਾਰੀ ਕਹੀ ਆ ਕਿ ਭਾਵੇਂ ਤੁਸੀਂ ਜਦੋਂ 2 ਵਜੇ ਆਉਂਦੇ ਹੋ, 6 ਵਜੇ ਟੀ ਟਾਈਮ ਸ਼ੁਰੂ ਹੋਇਆ, 4 ਘੰਟੇ 'ਚ ਮੁਸ਼ਾਇਰਾ ਲਿਖਿਆ ਨਹੀਂ ਜਾ ਸਕਦਾ। ਮੈਂ ਕਿੰਨੀ ਵਾਰੀ ਤੁਹਾਨੂੰ ਗੱਲ ਕਿ ਤੁਹਾਡੇ ਕੋਲ ਤਾਂ ਚਾਹੀਦਾ ਜਿੰਨਾ ਤੁਸੀਂ ਵਿਹਲੇ ਬਹਿੰਦੇ ਹੋ, ਤੁਹਾਨੂੰ 20 25 30 ਮੁਸ਼ਾਇਰੇ ਲਿਖੇ ਹੋਣ। ਕਿੰਨੇ ਕੁ ਤੁਸੀਂ ਆ ਕੇ ਇੱਥੇ ਬਹਿ ਕੇ ਬਾਹਰ ਮੁਸ਼ਾਇਰੇ ਲਿਖਦੇ ਹੋ ਜਾਂ ਟੀ ਟਾਈਮ ਦੇ ਬਾਰੇ ਸੋਚਦੇ ਹੋ ਜਾਂ ਕੋਈ ਸੋਚਦੇ? ਚਲੋ ਇਹ ਦੱਸੋ ਮੈਨੂੰ। ਆ ਟੀ ਟਾਈਮ ਬਹਿ ਗਏ ਆ, ਗੱਲ ਸ਼ੁਰੂ ਹੋ ਗਈ, ਇਹਨੇ ਮੁੱਕ ਜਾਣਾ ਤੇ ਅੱਲਾ ਦਾ ਕਰਮ ਆ, ਬਸ ਉਹ ਕਰਮ ਖਾਈ ਜਾ ਰਹੇ ਅਸੀਂ। ਇਹ ਨਹੀਂ ਗੱਲ ਹੈਗੀ ਡਿਊਟੀ। ਜਾਂ ਫਿਰ ਮੈਂ ਤੁਹਾਨੂੰ ਕਹਿੰਦਾ ਯਾਰ ਤੁਸੀਂ ਆਰਟਿਸਟ ਬਣ ਜਾਓ, ਤੁਸੀਂ ਸੱਚੀ ਮੁੱਚੀ ਆਰਟਿਸਟ ਬਣ ਜਾਓ ਕਿ ਭਾਈ ਮੈਂ ਆਰਟਿਸਟ ਬੁਲਾ ਰਿਹਾ, ਇਹਨਾਂ ਨੇ ਸ਼ੋਅ ਕਰਨਾ। ਦੁਨੀਆ ਦੇ ਕਿਤੇ ਚਲੇ ਜਾਓ, ਤੁਸੀਂ ਕਿਸੇ ਸ਼ੋਅ 'ਚ ਚੱਲ ਜਾਓ, ਅਗਲੇ ਕਹਿੰਦੇ ਉੱਥੇ ਬੈਠੋ, ਇਹ ਸਕ੍ਰਿਪਟ ਹੈ, ਇਹਨੂੰ ਯਾਦ ਕਰੋ, ਰਿਹਰਸਲ ਕਰੋ, ਫਲਾਂ ਕਰੋ, ਟੀਂਗ ਕਰੋ, ਪੈਸੇ ਦੇਣੇ ਅਸੀਂ ਜੀ। ਇੰਜ ਦਾ ਕੰਮ ਕਿੱਥੇ ਹੈ ਮੈਨੂੰ ਦੱਸੋ ਨਾ। ਵੀ ਤੁਸੀਂ ਆਉਂਦੇ ਹੋ, ਆ ਕੇ ਬਹਿ ਜਾਂਦੇ ਹੋ ਤੇ ਗੱਲ ਸ਼ੁਰੂ ਹੋ ਜਾਂਦੀ ਹੈ।
ਇੱਕ ਸਿਰਫ ਸ਼ੋਬਾਜੀ 'ਚ ਤੁਹਾਨੂੰ ਲਿਖਣਾ ਪੈਂਦਾ, ਉਹ ਆ ਮੁਸ਼ਹਿਰਾ, ਜਿਹੜੇ ਅਸੀਂ ਸ਼ੁਰੂ ਕੀਤਾ ਸੀ ਕਿ ਯਾਰ ਹਫ਼ਤੇ 'ਚ 2 ਕਰ ਲਿਆ ਕਰਾਂਗੇ, ਠੀਕ ਆ ਜੀ। ਉਹ 4 ਮਹੀਨਿਆਂ 'ਚ 8 ਹੁੰਦੇ ਆ, ਯਾਨੀ ਮਹੀਨੇ ਜਿੰਨੇ 4 ਮਹੀਨਿਆਂ 'ਚ ਹੁੰਦੇ ਆ। ਉਹ ਵੀ ਕਿੱਦਾਂ ਹੁੰਦੇ ਸਾਨੂੰ ਪਤਾ। ਕੋਈ ਇੱਕ ਬੰਦਾ ਐਸਾ ਜ਼ਿੰਮੇਦਾਰ ਖੜਕ ਕੇ ਬੰਦ ਨਹੀਂ ਕਰ ਸਕਦਾ, ਓਏ ਭਾਈ ਕਰਨਾ ਵਾ। ਮੈਂ ਤੁਹਾਨੂੰ ਇਹ ਕਿੰਨੀ ਵਾਰੀ ਕਿਹਾ ਵਾ ਕਿ ਯਾਰ ਤੁਸੀਂ ਮੈਨੂੰ ਵੀ ਖਿੱਚ ਕੇ ਲਿਆਇਆ ਕਰੋਗੇ, ਉਸਤਾਦ ਜੀ ਨਹੀਂ ਕਰਨਾ, ਉਠੋ। ਕਿੰਨੀ ਵਾਰੀ ਮੈਂ ਤੁਹਾਨੂੰ ਗੱਲ ਕਹੀ ਹੈ? ਹਾਂਜੀ ਅਕਸਰ ਗਏ ਕਿਹਾ ਤੁਹਾਨੂੰ ਕਿੰਨੀ ਵਾਰੀ ਇਹ ਗੱਲ ਕਹੀ ਕਿ ਯਾਰ ਤੁਸੀਂ ਮੈਨੂੰ ਵੀ ਲੈ ਕੇ ਆਇਆ ਕਰੋ ਖਿੱਚ ਕੇ। ਜੀ। ਤੇ ਹੁਣ ਉਹਦੇ ਬਦਲੇ ਕਿ ਉਸਤਾਦ ਜੀ ਨਹੀਂ, ਉਹ ਮਤਲਬ ਤੁਸੀਂ ਹੋਰ ਤੁਹਾਨੂੰ ਇੰਨੇ ਰੌਲੇ ਨੇ, ਅਸੀਂ ਤੁਹਾਨੂੰ ਇਹ ਮੈਨੂੰ ਨਹੀਂ ਸਮਝ ਆ ਰਹੀ ਗੱਲ। ਕਿਉਂ ਨਹੀਂ ਤੂੰ ਲਿਖਿਆ ਬਈ? ਦਾਨਿਸ਼ ਨੇ ਕਿਹਾ ਮੈਂ ਨਹੀਂ ਲਿਖਿਆ, ਉਹਨੇ ਕਿਹਾ ਫੈਸਲ ਨਹੀਂ ਲਿਖ ਰਿਹਾ, ਕਿ ਫੈਸਲ ਨੂੰ ਫਾਰਗ ਕਰੋ, ਮਿੱਠੇ ਨੂੰ ਬਿਠਾਓ। ਯਾਰ ਬਾਸ ਨਹੀਂ ਗਏ ਦੀ ਜਗ੍ਹਾ ਕਿਸੇ ਨੂੰ ਹੋਰ ਨੂੰ, ਸਰੈਣ ਨੂੰ ਜਾਂ ਕਿਸੇ ਨੂੰ, ਯਾਰ ਉਸਤਾਦ ਜੀ ਤਿੰਨੇ ਕਰ ਲੈਣੇ ਆ, ਮੁਸ਼ਹਿਰਾ ਲਾਜ਼ਮੀ ਕਰਨਾ। ਸਮਝ ਆ ਰਹੀ? ਜੀ ਬਿਲਕੁਲ ਸਰ। ਹੁਣ ਮੈਂ ਤੇ ਦੁਆਵਾਂ ਕਰ ਕਰਕੇ, ਖੁਸ਼ੀ ਕਰ ਕਰਕੇ ਤੇ ਮੁਬਾਰਕਾਂ ਲੋਕਾਂ ਕੋਲ ਲੈ ਰਿਹਾ ਕਿ ਯਾਰ ਮੇਰੇ ਪੁੱਤਰ ਲਾਹੌਰ ਗਏ ਨੇ। ਤੇ ਇਹਦਾ ਮਕਸਦ ਇਹ ਨਹੀਂਗਾ ਕਿ ਵੀ ਮੈਨੂੰ ਕੋਈ ਉਹਦੇ ਚ ਗੱਲਬਾਤ, ਮੈਂ ਤੇ ਤੁਹਾਨੂੰ ਭੇਜਣ ਵਾਲਾ ਵਾ, ਤੁਸੀਂ ਤਾਂ ਨਾ ਕਰਨ ਵਾਲੇ ਹੋ ਕਿ ਅਸੀਂ ਨਹੀਂ ਜਾਣਾ, ਤੇ ਮੈਂ ਤੁਹਾਨੂੰ ਭੇਜਣ ਵਾਲਾ ਕਿ ਜਾਣਾ ਪੈਣਾ ਭੈਣ। ਲੇਕਿਨ ਮੈਂ ਇਹ ਦੇਖ ਰਿਹਾ ਕਿ ਉਹ ਜਿਹੜੀ ਜ਼ਿੰਮੇਵਾਰੀ ਆ ਉਹ ਇੱਥੇ ਨਹੀਂ ਗਈ। ਜ਼ਿੰਮੇਵਾਰੀ ਧੁੰਦ ਹੋਵੇ, ਜੋ ਮਰਜ਼ੀ ਹੋਵੇ, ਤੁਸੀਂ ਉੱਥੇ ਪਹੁੰਚਣਾ ਵਾ। ਇਹਨੂੰ ਕਹਿੰਦੇ ਕੰਮ। ਮੇਰੇ ਗੱਲ ਕਰਨ ਦਾ, ਸਮਝਾਉਣ ਦਾ, ਰੈਫਰੈਂਸ ਦਾ ਤਰੀਕਾ ਇਹ ਆ। ਇਹ ਨਹੀਂ ਕਿ ਮੈਨੂੰ ਲਾਹੌਰ ਜਾਣ ਦਾ ਸਾੜਾ ਤੁਹਾਡਾ। ਹਾਂਜੀ ਮਤਲਬ ਜ਼ਿੰਮੇਵਾਰੀ ਨੂੰ ਜੀ ਨਹੀਂ ਉਸਤਾਦ ਜੀ, ਮੈਂ ਇੱਥੇ ਵੀ ਉਸੇ ਤਰ੍ਹਾਂ ਆਇਆ ਵਾਂ, ਤੁਸੀਂ ਮੇਰੀ ਗੱਲ ਯਾਰ ਆਉਣਾ ਨਹੀਂ ਯਾਰ, ਫਰੀਦ ਆਉਣ ਦੀ ਨਾ ਦਲੀਲ ਦੇ, ਮੈਨੂੰ ਕੰਮ ਦਾ ਦੱਸ। ਤੁਸੀਂ ਕਹਿ ਰਹੇ ਹੋ ਕਿ ਉੱਥੇ ਜਿੱਦਾਂ ਪਹੁੰਚੇ ਹੋ ਤੁਸੀਂ, ਮੈਂ ਇੱਥੇ ਵੀ ਉਸੇ ਤਰ੍ਹਾਂ ਪਹੁੰਚਿਆ, ਤੁਸੀਂ ਇਸ ਗੱਲ ਨੂੰ ਤੇ ਮੰਨੋ ਨਾ। ਫਰੀਦ ਸਾਹਿਬ ਇੱਥੇ ਮਿਸ ਹੁੰਦੇ ਨਹੀਂ ਸ਼ੋ ਤੁਹਾਡੇ? ਨਹੀਂ, ਇੱਥੇ ਵੀ ਉਹ ਕਈ ਵਾਰ ਪਿਛਲੇ 8 ਦਿਨਾਂ ਚ ਕਿੰਨੇ ਮਿਸ ਹੋ ਗਏ। ਅੱਛਾ ਤੂੰ ਲਾਹੌਰ ਗਿਆ, ਟੀ ਟਾਈਮ ਨਹੀਂ ਸੀ ਹੈਗਾ, ਸੀ ਤੇਰੇ ਤੋਂ ਬਗੈਰ 2 ਸ਼ੋ ਕੀਤੇ। ਮੈਂ ਤੈਨੂੰ ਇੱਕ ਵਾਰੀ ਵੀ ਕਿਹਾ ਕਿ ਫਰੀਦ ਏਦਾਂ? ਮਕਸਦ ਇਹ ਨਹੀਂਗਾ, ਮਕਸਦ ਇਹ ਕਿ ਤੂੰ ਚੱਲਾ ਨਾ। ਹੁਣ ਅੱਜ ਤੈਨੂੰ ਪਤਾ ਵਾ ਕਿ ਯਾਰ ਮੈਂ 2 ਸ਼ੋ ਉੱਥੇ ਕਰਨੇ ਆ। ਹੁਣ ਅੱਜ ਅੰਦਰਾ ਕਹਿ ਰਿਹਾ ਉਸਤਾਦ ਜੀ ਮੈਂ ਜਾਣਾ ਵਾ, ਫੈਸਲ ਨੇ ਵੀ ਜਾਣਾ ਵਾ, ਐਡਵਾਂਸ ਟੀ ਟਾਈਮ ਕਰ ਲਈਏ। ਨਹੀਂ ਮੈਂ ਆਪਣੀ ਗੱਲ ਨਹੀਂ ਉਸਤਾਦ ਜੀ, ਫਿਰ ਇਹੀ ਗੱਲ ਆ। ਤੁਸੀਂ ਸੁਣਦੇ ਕਿੰਨੀ ਕੁ ਤੁਹਾਨੂੰ ਯਾਦ ਵਾ ਗੱਲ? ਮੈਂ ਕਿਹਾ ਮਿੱਠੇ ਨੇ 5 ਨੂੰ ਜਾਣਾ ਉਸਤਾਦ ਜੀ, ਫੈਸਲ ਦਾ ਮਸਲਾ ਚੱਲ ਰਿਹਾ, ਮੈਂ ਵੀ ਜਾਣਾ, 2 ਦਿਨ ਲਈ ਮੈਂ ਜਾਣਾ, ਮੇਰਾ ਤੇ ਏਡਾ ਇਸ਼ੂ ਨਹੀਂ ਹੈਗਾ। ਤੇ ਇਹੀ ਕਿਹਾ ਮੈਂ। ਤੁਸੀਂ ਕਿਹਾ ਮੈਂ ਜਾਣਾ ਤੇ ਫੈਸਲ ਨੇ ਜਾਣਾ, ਮੈਂ ਤੇ ਤੁਹਾਨੂੰ ਆਪਣੀ ਐਂਡ ਤੇ ਗੱਲ ਕੀਤੀ। ਮੇਰਾ ਤੇ ਮੈਂ ਨਾ ਜਾਵਾਂਗਾ, ਮੇਰੀ ਟੈਨਸ਼ਨ ਨਹੀਂ। ਮੈਂ ਮਿੱਠੇ ਦੀ ਦੱਸੀ ਕਿ 5 ਨੂੰ ਚਲੇ ਜਾਣਾ। ਉਸਤਾਦ ਜੀ ਅਸੀਂ 3-3 2-2 ਟੀ ਟਾਈਮ, ਉਸਤਾਦ ਜੀ ਕੰਮ ਦਾ ਪਤਾ ਸਾਡਾ ਕੀ ਇਸ਼ੂ ਆ। ਅਸੀਂ, ਤੁਸੀਂ ਵੱਡੇ ਹੋ, ਤੁਸੀਂ ਜੋ ਕਹਿੰਦੇ ਹੋ, ਇਹ ਵੀ ਸਾਡੀ ਫੈਮਿਲੀ, ਅਸੀਂ ਸੱਚ ਜੋ ਹੈਗੀ ਗੱਲ ਉਹ ਕਰਨੀ। ਉਸਤਾਦ ਜੀ ਮਾਮਲਾ ਇਹ ਵਾ ਕਿ ਪ੍ਰਾਈਮ ਮਿਨਿਸਟਰ ਵੀ ਆਵੇ ਨਾ, ਸਾਡੇ ਕੰਮ ਨਾਲੋਂ ਵੱਡਾ ਉਹ ਨਹੀਂ ਹੈਗਾ। ਅਸੀਂ ਉਹਨੂੰ ਟਾਈਮ ਨਹੀਂ ਦੇਣਾ ਜਿੰਨਾ ਚਿਰ ਸਾਡਾ ਕੰਮ ਕੰਪਲੀਟ ਨਹੀਂ। ਸਾਡਾ ਮਸਲਾ ਇਹ ਵਾ ਉਸਤਾਦ ਜੀ, ਤੁਹਾਡੇ ਕੋਲ ਰਸ਼ ਲੱਗਾ ਨਾ ਸਾਰੀ ਦਿਹਾੜੀ, ਮਾਮਲੇ ਜਨਮਨ ਉਹ ਭੁਗਤਣੇ ਪੈਂਦੇ। ਲੇਕਿਨ ਅਸੀਂ ਇੱਥੇ ਬਹਿ ਕੇ ਟੀ ਟਾਈਮ ਦੇ ਕਿੰਨੇ ਬਣਾ ਕੇ ਨਾ ਪਲਾਨ, ਉਹ ਅੰਦਰੋਂ ਅੰਦਰ ਮਰੇ ਹੁੰਦੇ ਨੇ। ਜਦੋਂ 4 ਘੰਟੇ, ਤੁਸੀਂ ਸਿਰਫ ਸਾਡੀ ਇਸ ਗੱਲ ਨੂੰ, ਮਜਬੂਰੀ ਨੂੰ ਸਮਝੋ ਕਿ ਅਸੀਂ ਉਹ ਚਾਹੁੰਦੇ ਕਿ ਤੁਸੀਂ ਸਾਡੇ ਨਾਲ 2 ਮਿੰਟ ਸਾਨੂੰ ਦਿਓਗੇ ਨਾ, ਅਸੀਂ ਪਤਾ ਨਹੀਂ ਕਿੱਡਾ ਵੱਡਾ ਕੰਮ, ਯਾਨੀ ਜਿਹੜਾ ਅਸੀਂ 30% ਕਰਨੇ ਸੀ 70 ਜਾਂ 100 ਕਰਨ ਦੀ ਕੋਸ਼ਿਸ਼ ਕਰੇ। ਕਿਦੋਂ ਨਹੀਂ ਤੁਹਾਨੂੰ 2 ਮਿੰਟ ਦਿੱਤੇ? ਮੈਨੂੰ ਤੇ ਇਹ ਦੱਸੋ ਨਾ ਉਸਤਾਦ ਜੀ, ਮੈਂ ਕਿਸ ਟਾਈਮ ਤੁਹਾਨੂੰ ਕਿਹਾ ਕਿ ਚਲੋ ਬਾਹਰ ਮੈਂ ਨਹੀਂ ਗੱਲ ਕਰਨੀ, ਜਾਂ ਕਿਸ ਟਾਈਮ ਤੂੰ ਕਿਹਾ ਉਸਤਾਦ ਜੀ ਮੈਂ ਗੱਲ ਕਰਨੀ ਤੇ ਮੈਂ ਤੈਨੂੰ ਕਿਹਾ ਵੇ ਨਹੀਂ ਕਰਨੀ, ਮੈਂ ਤੈਨੂੰ ਕਿਹਾ ਆ ਜਾ ਬਹਿ ਜਾ। ਮੈਨੂੰ ਇਹ ਦਲੀਲ ਦੇਣਾ ਤੇ ਤੂੰ ਮੈਨੂੰ ਇਹ ਤੇ ਤੂੰ ਨਜਾਇਜ਼ ਇਲਜ਼ਾਮ ਲਾਈ ਜਾ ਰਿਹਾ ਇਸ ਗੱਲ ਦਾ। ਤੂੰ ਮੈਨੂੰ ਇਹ ਦੱਸ ਕੇ ਉਸਤਾਦ ਜੀ ਐਦਾਂ ਤੁਸੀਂ ਸਾਨੂੰ ਕਹਿ ਦਿੰਦੇ ਹੋ ਵੀ ਨਿਕਲੋ ਬਾਹਰ, ਤੁਸੀਂ ਸਾਨੂੰ ਕਹਿ ਦਿੰਦੇ ਵੀ ਨਹੀਂ ਕੋਈ ਗੱਲ ਕਰਨੀ, ਮੈਂ ਤੇ ਤਰਸਨੇ ਆ ਕਿ ਤੂੰ ਇਹ ਗੱਲ ਕਰੇ ਤੇ ਤੂੰ ਦਲੀਲਾਂ ਹੁਣ ਉਹ ਦੇਈ ਜਾ ਰਿਹਾ, ਤੇ ਮੈਂ ਨਹੀਂ ਸਮਝੋ ਬਾਹਰ। ਨਹੀਂ ਉਸਤਾਦ ਜੀ ਤੁਸੀਂ ਸਹੀ ਕਹਿੰਦੇ ਹੋ, ਸਾਡੀ ਇਹ ਤੇ ਗਲਤੀ ਹੈ ਕਿ ਜਿਹੜਾ ਅਸੀਂ ਕੰਟੈਂਟ ਤੇ ਕੰਮ ਨਹੀਂ ਕਰਦੇ। ਲੇਕਿਨ ਮਸਲਾ ਇਹ ਵਾ ਯਾਰ ਮੈਂ ਕਹਿ ਰਿਹਾ ਸਾਡੇ 2 ਨੇ ਰਹਿ ਗਏ, ਠੀਕ ਹੈ ਨਾ, ਆ ਤੇ ਮੁਸ਼ਹਿਰਾ। ਤੁਸੀਂ ਮੈਨੂੰ ਹੁਣੇ ਹੀ ਦੱਸ ਦਿਓ, ਮੁਸ਼ਹਿਰੇ ਹੋਏ ਨੂੰ 10 ਦਿਨ ਹੋ ਗਏ ਨੇ, ਤੇ 10 ਦਿਨ ਤੋਂ ਪਹਿਲੇ ਮੇਰੇ ਖਿਆਲ 15 ਦਿਨ ਬਾਅਦ ਹੋਇਆ। ਤੁਸੀਂ ਰੋਜ਼ ਸਵੇਰ ਆਉਂਦੇ ਹੋ, ਰਾਤ ਨੂੰ ਘਰ ਜਾ ਕੇ ਵੀ ਤੁਸੀਂ 6 ਵਜੇ ਤੱਕ ਜਾਗਦੇ। ਤੁਸੀਂ ਮੈਨੂੰ ਸਿਰਫ 2-2 ਮੁਸ਼ਹਿਰੇ ਲਿਖੇ ਇਤਰਾ ਦਿਓ, ਮੈਂ ਮੰਨ ਜਾਗਾ ਕਿ ਤੁਸੀਂ ਸਾਰੇ ਸੱਚੇ ਹੋ। ਮੈਂ ਤੁਹਾਨੂੰ 2 ਦੇ 3 ਮੇਰੀ ਵੱਲੋਂ ਨਹੀਂ ਸਾਰੇ ਹੁਣ ਉਸਤਾਦ ਜੀ ਇਹੀ ਗੱਲ ਹੈ ਨਾ, ਇਹੀ ਫਿਰ ਗੱਲ ਆ, ਫਿਰ ਇਹੀ ਗੱਲ ਆ ਕਿ ਜ਼ਿੰਮੇਵਾਰੀ ਜਿਹੜੀ ਨਾ ਤੂੰ ਕੱਲੀ ਆਪਣੀ ਲਈ ਆ। ਨਹੀਂ ਉਸਤਾਦ ਜੀ, ਮੈਂ ਉਹਨਾਂ ਦੇ, ਮਿੱਠਾ ਜੀ ਦੱਸੋ ਯਾਰ, ਕੁਛ ਤੇ ਬੋਲੋ ਨਾ। ਫਰੀਦ ਦੇ ਹੱਕ ਚ ਕਿੰਨੇ ਕਿਹਨੂੰ ਨਹੀਂ ਲਿਖ ਕੇ ਦਿੱਤਾ? 4-5 ਚ ਦੱਸੋ ਕਿਹਨੂੰ ਨਹੀਂ ਮੁਸ਼ਾਰਾ ਲਿਖ ਕੇ ਦਿੱਤਾ? ਮੈਨੂੰ ਨਹੀਂ ਲਿਖ ਕੇ ਦਿੱਤਾ ਤਾਜੀ ਨੇ। ਉਦੋਂ ਜਦੋਂ ਉਸਤਾਦ ਜੀ ਰਾਤ ਨੂੰ ਮੈਨੂੰ ਉਹ ਯਾਰ ਤੇਰਾ ਤੇ ਮੈਂ ਲਿਖ ਕੇ ਨਹੀਂ ਕਦੇ ਦਿੱਤਾ। ਗੱਲ ਉਸਤਾਦ ਜੀ ਇਹ ਕਿ ਤੁਸੀਂ ਕਹੋ ਨਾ ਕਿ ਮੈਂ ਹਰਾਮ ਕਮਾਵਾਂ, ਮੈਂ ਗੱਲ, ਕਿਉਂਕਿ ਮੈਂ ਉਹ ਕੰਮ ਛੱਡ ਸਕਣਾ ਕਿ ਮੈਂ ਜੇ ਮੈਂ ਇਹਦੇ ਜ਼ਿਹਨ ਚ ਰੱਖਾਂ ਕਿ ਮੈਂ ਹਰਾਮ ਘਰ ਆਪਣੇ ਬੱਚਿਆਂ ਨੂੰ ਖਵਾਵਾਂ, ਮੈਂ ਇਸ ਨੀਅਤ ਨਾਲ ਮੈਂ ਕਦੀ ਵੀ ਨਹੀਂ ਕੰਮ ਕੀਤਾ। ਮੈਂ ਹੱਕ ਹਲਾਲ ਕਰਨ ਦੀ ਕੋਸ਼ਿਸ਼ ਕਰਨਾ ਵਾ। ਜੇ ਵਾਧੇ ਘਟੇ ਇਨਸਾਨ ਤੇ ਹੈ ਹੀ ਗਲਤ ਵਾ, ਤੇ ਅਸੀਂ ਗਲਤੀ ਦੇ ਵਿੱਚ ਤੁਸੀਂ ਜੇ ਇਹਨੂੰ ਸਾਨੂੰ ਹਰਾਮ ਮੈਨੂੰ ਕਹਿ ਦਿਓ ਨਾ ਕਿ ਯਾਰ ਹਰਾਮ ਕਮਾਉਣ ਡਿਆ, ਫਿਰ ਉਹ ਮੈਨੂੰ ਲੱਗਦਾ ਕਿ ਸ਼ਾਇਦ ਮੇਰੇ ਕੰਮ 'ਚ ਜਾਂ ਮੇਰੇ 'ਚ ਕੋਈ ਕਮੀ ਐਸੀ ਹੈ। ਨਹੀਂ ਫਰੀਦ ਸਾਹਿਬ, ਤੁਸੀਂ ਗੱਲ ਨਾ ਕਿਤੇ ਦੀ ਕਿਤੇ ਲੈ ਗਏ।
ਜਿਸ ਪੁਆਇੰਟ ਤੇ ਮੈਂ ਗੱਲ ਕੀਤੀ ਉਹ ਪੁਆਇੰਟ ਦੇ ਲੈ, ਪੁਆਇੰਟ ਉਹ ਲੈ ਕੇ ਦਲੀਲਾਂ ਤੋਂ ਟੋਟਲ ਆਫ ਕੰਟੈਂਟ ਦੇਈ ਜਾ ਰਿਹਾ। ਤੇਰੀ ਮੇਰੀ ਇੱਕ ਗੱਲ ਹੋਈ ਆ, ਡੀਲ ਹੋਈ ਆ, ਇੱਕ ਸੈਪਰੇਟ ਡੀਲ ਹੋਈ ਆ ਕਿ ਫਰੀਦ ਸਾਹਿਬ ਇਹ ਤੁਸੀਂ ਕੰਮ ਕਰਨਾ ਵਾ, ਚਲੋ ਵਧਾਉਣ ਨੂੰ ਛੱਡੋ, ਮੈਂ ਤੁਹਾਨੂੰ ਇਹਦੇ ਇੰਨੇ ਪੈਸੇ ਦਿਆਂਗਾ, ਲੈਦਾ ਜਿਹੜਾ ਤੇਰਾ ਮੇਰਾ ਪਹਿਲੇ ਚੱਲ ਰਿਹਾ ਸੀ ਉਹ ਤੋਂ ਲੈਦਾ। ਇਦਾਂ ਸਮਝ ਲਓ ਤੁਸੀਂ ਉਹਨੂੰ ਐਕਸੈਪਟ ਕੀਤਾ ਫਰੀਦ ਸਾਹਿਬ, ਕੀਤਾ? ਅੱਛਾ ਕੀਤਾ ਤੁਸੀਂ ਜੀ। ਉਹ ਜਿਹੜੇ ਪੈਸੇ ਸੀ ਉਹ ਤੁਸੀਂ ਅੱਜ ਤੱਕ ਲੈ ਰਹੇ ਹੋ ਜੀ। ਔਰ ਮੈਂ ਹਰਾਮ ਤੇ ਨਹੀਂ ਉਸਤਾਦ ਜੀ। ਸੁਣੋ ਨਾ, ਹੁਣ ਸੁਣੋ ਨਾ, ਉਹਦੇ ਅਵਜ਼ ਜਿਹੜੀ ਤੁਹਾਡੀ ਮੇਰੀ ਇੱਕ ਗੱਲ ਹੋਈ ਸੀ ਮੁਸ਼ਾਇਰੇ ਦੀ, ਠੀਕ ਆ, ਉਹਦੇ 'ਚ ਤੁਹਾਨੂੰ ਪ੍ਰੋਬਲਮ ਆਈ ਨਹੀਂ ਆਈ, ਤੁਸੀਂ ਉਹ ਹਾਲਾ ਲਾਲਾ ਕਿਉਂ ਨਹੀਂ ਪਾਈ ਕਿ ਭਾਈ ਕਰੋ ਜਿੱਦਾਂ ਮੈਂ ਟੀ ਟਾਈਮ ਕਰਦਾ, ਮੈਂ ਕਰਦਾ ਨਾ। ਕੱਲ 3 ਜਣੇ ਸੀ, ਮੈਂ 3 ਨੂੰ ਭਾ ਕੇ ਕਰ ਲਿਆ। ਪਰਸੋਂ 2 ਜਣੇ ਸੀ, ਮੈਂ ਨਾਲ ਉਹਨੂੰ 2 ਨੂੰ ਹੋਰ ਭਾ ਕੇ ਕਰ ਲਿਆ। ਯਾਨੀ ਜਿੱਦਾਂ ਰੋਟੀ ਖਾਈਦੀ ਹੈ ਨਾ ਉਦਾਂ ਇਹਨੂੰ ਕੀਤਾ ਨਾ ਟੀ ਟਾਈਮ ਨੂੰ ਮੈਂ। ਤੁਸੀਂ ਉਦਾਂ ਮੁਸ਼ਾਇਰੇ ਕਿਉਂ ਨਹੀਂ ਕੀਤੇ? ਤੁਸੀਂ ਭਗਦੜ ਕਿਉਂ ਨਹੀਂ ਪਾਈ? ਪਾਈਏ ਉਸਤਾਦ ਜੀ, ਮੈਂ ਪਾਈਏ। ਸਲਮਾਨ ਸਾਹਿਬ ਦੱਸੋ ਜੇ ਤੁਸੀਂ ਵੀ ਆਪਣਾ ਹਾਲ ਜਿੰਨਾ ਨੇ ਕਰਨਾ ਦੱਸੋ, ਮੈਂ ਨਹੀਂ ਪੜ੍ਹ। ਅੱਛਾ ਭਾਜੀ, ਫਿਰ ਇਹਦੀ ਫਿਰ ਦਲੀਲ ਇਹ ਹੈ ਕਿ ਤੁਸੀਂ ਮੈਨੂੰ ਨਹੀਂ ਪਾਈ ਨਾ ਮੈਨੂੰ ਦੱਸਿਆ, ਬਾਹਰੋਂ ਬਾਹਰ ਉਹਨਾਂ ਨੂੰ ਪਾਈ ਹੋਊਗੀ, ਚਲੋ ਤੁਸੀਂ ਪਾਈ ਠੀਕ ਹੋ ਗਏ ਫਿਰ। ਅੱਛਾ ਫਿਰ ਮੈਨੂੰ ਇਹ ਗਲਤੀ ਲੱਗ ਗਈ ਵੀ ਇਹਨੇ ਭਗਦੜ ਪਾਈ ਆ, ਲੇਕਿਨ ਪਾਈ ਕਿਤੇ ਬਾਹਰੋਂ ਬਾਹਰ ਹੀ ਆ, ਜਿਸ ਬੰਦੇ ਨਾਲ ਇਹਦੀ ਡੀਲ ਹੋਈ ਸੀ ਉਹਨੂੰ ਨਹੀਂ ਪਤਾ। ਇਹ ਚਲੋ ਦਲੀਲ ਮੰਨ ਲੈਣੇ ਤੁਹਾਡੇ। ਨਹੀਂ ਉਸਤਾਦ ਜੀ, ਤੁਸੀਂ ਦੁਬਈ ਗਏ ਹੋ ਵਿੱਚ ਅੱਗੇ, ਫਿਰ ਇਹ ਹਫਤਾ ਭਾਈਜਾਨ ਨਹੀਂ ਕੰਮ ਹੁੰਦਾ ਏਦਾਂ। ਤੂੰ ਉਹਨੂੰ ਕਹਿ ਵੀ ਨਹੀਂ ਕਰਨਾ, ਇਹ 5 ਮਿੰਟ ਬਾਅਦ ਤੈਨੂੰ ਕਵੇ ਕਿ ਭਾਈ ਮੇਰੀ ਗੱਲ ਹੋਈ ਉਸਤਾਦ ਨਾਲ, ਮੈਂ ਉਹਨੂੰ 2 ਮੁਸ਼ਾਇਰੇ ਦੇਣੇ ਨੇ। ਕਦੀ ਚੈਨਲਾਂ 'ਚ ਕੰਮ ਕੀਤਾ ਤੁਸੀਂ? ਨਹੀਂ ਉਸਤਾਦ ਜੀ, ਮੈਂ ਉਹਨੂੰ 2 ਮੁਸ਼ਾਇਰੇ ਦੇਣੇ ਨੇ। ਦਾਨਾ ਸਾਹਿਬ ਅੰਦਰ ਜਾਓ, ਇੱਧਰ ਆਓ ਮੇਰੇ ਨਾਲ। ਉਸਤਾਦ ਜੀ ਆ ਮੈਂ ਮੁਸ਼ਾਇਰਾ ਮੈਂ ਲਿਖਿਆ ਜੇ, ਸਾਰਾ ਕੁਝ ਕੀਤਾ ਜੇ, ਦਾਨਾ ਸਾਹਿਬ ਕਹਿੰਦੇ ਮੈਂ ਨਹੀਂ ਲਿਖਣਾ। ਨਹੀਂ ਉਸਤਾਦ ਜੀ, ਉਸਤਾਦ ਜੀ ਫੈਸਲ ਨਹੀਂ ਹੈਗਾ, ਅਸੀਂ ਮੁਸ਼ਾਇਰਾ ਕਰਨਾ, ਮੈਂ ਤੁਹਾਨੂੰ 2 ਦੇਣੇ ਨੇ ਹਫਤੇ ਦੇ। ਮੇਰੀ ਤੁਹਾਡੇ ਨਾਲ ਗੱਲ ਹੋਈ ਆ, ਮੇਰੀ ਜਾਨ ਤੇ ਬਣੀ ਆ, ਮੈਂ 2 ਦੇਣੇ ਨੇ, ਦੱਸੋ। ਫੈਸਲ ਨਹੀਂ ਹੈਗਾ, ਮੈਂ ਤੈਨੂੰ ਕਹਾਂ ਇਹਨੂੰ ਗੱਲ ਆ ਨਹੀਂ ਹੈਗਾ, ਮੈਂ ਕੋਈ ਯਾਰ ਆਪਾਂ ਤਿੰਨੇ ਕਰ ਲੈਣੇ। ਤੂੰ ਇਸ ਸਟੇਜ ਤੇ ਆ ਤੇ ਸਹੀ ਕਿ ਤੇਰੀ ਜਾਨ ਤੇ ਬਣੇ। ਨਹੀਂ ਉਸਤਾਦ ਜੀ, ਕੋਸ਼ਿਸ਼ ਕਰਦਾ। ਇੱਕ ਉਹ ਯਾਰ ਨਹੀਂ ਨਾ, ਗੱਲ ਸੁਣ ਲਓ ਕਿ ਤੁਸੀਂ ਦੁਬਈ ਤੋਂ ਵਾਪਸ ਆਏ ਹੋ, ਉਸ ਤੋਂ ਬਾਅਦ 1 ਹਫਤਾ ਪੂਰੇ ਦਫ਼ਤਰ 'ਚ ਬਿਜ਼ੀ ਸ਼ਡਿਊਲ ਰਿਹਾ, ਤੁਹਾਡੇ ਕੋਲ ਗੈਸਟ 24 ਆਵਰ ਰਹੇ ਨੇ, ਠੀਕ ਹੈ। ਉਸ ਦੌਰਾਨ ਨਾ ਸਾਨੂੰ ਲਿਖਣ ਦਾ ਵੀ ਮਤਲਬ ਕਿ ਟਾਈਮ ਨਹੀਂ ਮਿਲਿਆ, ਤੁਹਾਨੂੰ ਕਹਿਣ ਦਾ ਵੀ ਨਹੀਂ, ਕੰਟੈਂਟ ਤਿਆਰ ਨਾ ਕਰਨਾ ਸਾਡੀ ਸਰ ਗੈਰ। ਚਲੋ ਭਾਜਨ ਤੁਸੀਂ ਮੈਨੂੰ ਇਹ ਦੱਸ ਦਿਓ, ਤੁਸੀਂ ਅੱਜ ਕਿੰਨੇ ਵਜੇ ਆਏ ਹੋ? ਮੈਂ ਸਰ 3:30 ਵਜੇ ਆਇਆ। 3 ਵਜੇ ਲਾ ਲਓ ਤੁਸੀਂ, ਔਰ ਮੁਸਲਸਲ 3 4 5 ਦਿਨ ਹੋ ਗਏ ਤੁਹਾਨੂੰ 3 ਵਜੇ ਆਉਂਦੇ ਆ, ਔਰ 3 4 ਦਿਨ ਹੀ ਹੋ ਗਏ ਅਸੀਂ ਸਿਰਫ 1.5 ਘੰਟਾ ਟੀ ਟਾਈਮ ਕਰੀਦਾ। ਤੁਸੀਂ 3 ਵਜੇ ਆ ਕੇ ਜਾਂਦੇ ਕਿੰਨੇ ਵਜੇ ਹੋ? ਸਰ 8 9 10 8 ਵਜੇ। 3 4 5 6 7 8 5 ਘੰਟੇ। 5 ਘੰਟੇ ਲਈ ਤੁਸੀਂ ਦਫ਼ਤਰ ਆਏ। ਇੱਕ ਟੀ ਟਾਈਮ ਅਸੀਂ ਕਰੀਦਾ ਜਿਹੜਾ 1.5 ਘੰਟੇ ਦਾ ਹੁੰਦਾ, ਹਾਂਜੀ, ਯਾਨੀ 1.5 ਘੰਟਾ ਰਿਕਾਰਡਿੰਗ ਹੁੰਦੀ ਹੈ। ਬਾਕੀ 3.5 ਘੰਟੇ ਤੁਸੀਂ ਕੀ ਕਰਦੇ ਹੋ? ਸਰ 3.5 ਘੰਟਿਆਂ 'ਚ ਤਕਰੀਬਨ 2 ਘੰਟੇ ਇੱਥੇ ਹੀ ਬੈਠੇ ਰਹੀਦਾ ਕਿ ਉਸਤਾਦ ਜੀ ਆਣਗੇ ਤਾਂ ਸ਼ੋਅ ਸ਼ੁਰੂ ਹੋਣਾ। ਮੁਸ਼ਾਇਰਾ ਕਿਉਂ ਨਹੀਂ ਲਿਖਦੇ? ਮੁਸ਼ਾਇਰਾ ਉਸਤਾਦ 10 ਜੀ 15 20 25 ਲਿਖ ਲਓ, ਕਿਉਂ ਨਹੀਂ ਲਿਖਦੇ? ਉਸਤਾਦ ਜੀ ਦੇਖੋ, ਰੋਜ਼ ਦਾ ਇੱਕ ਲਿਖੀ ਜਾਓ, ਇਹਨਾਂ 3 ਘੰਟਿਆਂ 'ਚ ਕਿਉਂ ਨਹੀਂ ਲਿਖਦੇ? ਸਰ ਇੱਕ ਜਗ੍ਹਾ ਕ੍ਰੀਏਟਿਵ ਕੰਮ ਕਰਨ ਲਈ ਪੁਰਸਕੂਨ ਮਾਹੌਲ ਜ਼ਰੂਰੀ ਹੈ, ਜਿੱਥੇ ਮਿਸਤਰੀ ਲੱਗੇ ਹੋਣ ਜਾਂ ਗੈਸਟਾਂ ਦਾ ਰਸ਼ ਲੱਗਾ ਹੋਵੇ, ਮੁਸ਼ਕਲ ਹੁੰਦੀ ਹੁਣ ਸੁਣ ਲਓ ਨਾ, ਮੁਸ਼ਕਲ ਹੁੰਦੀ ਨਾ, ਤੁਸੀਂ ਮਿੱਠੇ ਨੂੰ ਫੜੋ, ਕਿਸੇ ਨੂੰ ਫੜੋ, ਤੁਸੀਂ ਬਾਹਰ ਨਿਕਲ ਜਾਓ ਕਿਤੇ, ਤੁਸੀਂ ਸਾਹਮਣੇ ਪਲਾਟ 'ਚ ਬਹਿ ਜਾਓ। ਗੱਲ ਇਹ ਹੈ ਜਿੰਨੇ ਕਰਨਾ ਹੋਵੇ, ਆਪਸ਼ਨ ਜਦੋਂ ਤੁਹਾਡੇ ਕੋਲ ਕੋਈ ਨਹੀਂ ਨਾ ਹੋਣਾ ਜੀ। ਭਾਵੇਂ ਦੇਖੋ, ਜਦੋਂ ਤੁਹਾਡੇ ਘਰ ਇੱਕਦਮ ਪਤਾ ਲੱਗੇ ਨਾ ਕਿ ਘਰ ਦੇ ਵਿੱਚ ਉਹਨੂੰ ਮੈਂ ਕਿਹਾ ਸੀ ਨਾ, ਉਹ ਜਿਹੜਾ ਉਹਦਾ ਮੈਂ ਹੁਣ ਕੀ ਉਹਦਾ ਨਾਂ ਹੀ ਨਹੀਂ ਲੈਣਾ ਚਾਹੁੰਦਾ ਮੈਂ ਕਿ ਤੁਹਾਨੂੰ ਜਦੋਂ ਪਤਾ ਲੱਗ ਜਾਏ ਨਾ, ਉਹਨੂੰ ਮੈਂ ਕਿਹਾ ਕਿ ਤੂੰ ਕਹਿਣਾ ਕਿ ਵੀ ਆਹ ਨਹੀਂ ਸੀ, ਉਹ ਨਹੀਂ ਮਿਲੀ, ਉਹ ਨਹੀਂ ਮਿਲੀ, ਤੇਰੇ ਘਰ ਦੇ ਵਿੱਚ ਤੈਨੂੰ ਆਵਾਜ਼ ਆਵੇ ਵੀ ਇਹ ਫਲਾਂ ਮੇਰੇ ਜੀ ਨੂੰ ਹਾਰਟ ਅਟੈਕ ਹੋ ਗਿਆ, ਕੀ ਕਰੇਗਾ? ਕੀ ਕਰੋਗੇ ਤੁਸੀਂ? ਭੈਣੇ ਇਹ ਕੰਮ ਉਦਾਂ ਹੀ ਆ ਜੀ, ਠੀਕ ਹੈ ਨਾ। ਹੁਣ ਮਿਸਤਰੀ ਲੱਗੇ ਬਾਹਰ, ਉਹ ਉੱਥੇ, ਤੁਸੀਂ ਇਸ ਕਮਰੇ 'ਚ ਬਹਿ ਜਾਓ, ਉਹਨਾਂ ਨੂੰ ਕਹੋ ਯਾਰ ਚਲੋ ਬਾਹਰ ਅਸੀਂ ਮੁਸ਼ਾਇਰਾ ਲਿਖਣਾ। ਇੱਕ ਮਿਸਾਲ ਆ, ਤੁਸੀਂ ਉਸ ਕਮਰੇ 'ਚ ਬਹਿ ਜਾਓ, ਤੁਸੀਂ ਪਿੱਛੇ ਚਲੇ ਜਾਓ, ਉੱਥੇ ਜਾ ਕੇ ਮੁਸ਼ਾਇਰਾ ਵੀ ਲਿਖ ਲਓ। ਇਹ ਨਹੀਂ ਦਲੀਲ ਹੈਗੀ ਕਿ ਮਿਸਤਰੀ ਤੇ ਉਹ ਲੱਗੇ ਬਾਹਰ, ਔਰ ਮਿਸਤਰੀ ਤੁਹਾਨੂੰ ਕੁਝ ਨਹੀਂ ਕਹਿੰਦੇ। ਐਡਾ ਮੈਨੂੰ ਨਹੀਂ ਭਲਾ ਪਤਾ, ਤੁਸੀਂ ਇੱਥੇ ਬਹਿ ਜਾਓ ਬਾਹਰ। ਮਾਜ਼ਰਤ, ਚਲੋ ਸਰ ਨਹੀਂ ਯਾਰ ਇਹ ਨਹੀਂ, ਚਲੋ ਸਾਡੀ ਗੱਲ ਸਾਨੂੰ ਤੁਸੀਂ ਮਾਫ ਕਰ ਦਿਓ। ਇਦਾਂ ਨਾ ਕਰੋ। ਗੱਲ ਇਹ ਆ, ਤੁਸੀਂ ਗੱਲ ਸਹੀ ਕਰ ਰਹੇ ਹੋ ਕਿ ਕੁਝ ਵੀ ਮੀਂਹ ਆਵੇ, ਹਨੇਰੀ ਆਵੇ, ਨਹੀਂ ਤੁਹਾਨੂੰ ਇਹ ਲੱਗ ਰਿਹਾ। ਅੱਜ ਤੁਹਾਨੂੰ ਮੈਂ ਦੱਸਦਾ ਸੱਚੀ ਗੱਲ, 18 ਬੰਦੇ ਨੇ ਦਫ਼ਤਰ 'ਚ, 18 ਬੰਦਿਆਂ ਦਾ ਭਾਰ ਸਿਰਫ ਟੀ ਟਾਈਮ ਤੇ ਆ। ਤੁਹਾਨੂੰ ਤੇ ਜਾਨੀ ਕੀ ਚਾਹ ਮੈਨੂੰ ਇੰਨੇ ਕੁ ਪੈਸੇ ਮਿਲਦੇ ਨੇ ਕਿਉਂਕਿ ਫੈਸਲਾਬਾਦ ਦੇ ਵਿੱਚ ਆਪਸ 'ਚ ਵੀ ਨਾ ਹੋਇਆ ਵਰਗੇ, ਵੀ ਉੱਤੇ ਹੀ ਲੱਗ ਜਾਂਦੇ। ਠੀਕ ਹੈ ਜੀ। ਤੁਹਾਨੂੰ ਜ਼ਾਹਰੀ ਇਹ ਲੱਗਦਾ ਹੋਏਗਾ ਯਾਰ ਅਸੀਂ 30 ਸ਼ੋਅ ਕਰੀਦੇ, ਫਲਾਂ ਕਰਦੇ, ਠੀਕ। ਭਾਵੇਂ ਤੁਸੀਂ ਸ਼ੋਅ ਨਹੀਂ ਕਰਦੇ, ਤੁਸੀਂ ਬਹਿੰਦੇ ਹੋ ਤੇ ਇੱਥੇ ਨਾ ਬੈਠੇ ਹੋ ਆਪਣੇ ਘਰ ਦੀ ਬਾਹਰ ਥੜੀ ਤੇ 4 ਜਣੇ ਬੈਠੇ ਹੋ, ਤੁਸੀਂ ਇਹ ਕੁਝ ਕਰਦੇ ਹੋਣਾ। ਤੁਸੀਂ ਸ਼ੋਅ ਉਹ ਕਰਦੇ ਹੋ ਜਿੰਨਾ ਤੁਹਾਡੇ ਦਿਮਾਗ ਤੇ ਪ੍ਰੈਸ਼ਰ ਨਹੀਂ ਹੁੰਦਾ।
ਤੁਹਾਡਾ ਦਿਮਾਗ, ਤੁਸੀਂ ਬੋਲਣਾ ਵਾ ਬਸ ਫਿਰ ਤੁਸੀਂ 4 ਜਣੇ ਹੋ, ਗੱਲ ਤੋਰੀ ਨਹੀਂ ਤੁਰੀ। ਜਿਹੜੀ ਗੱਲ ਹੈ ਨਾ ਕਿ ਮੈਨੂੰ ਪਤਾ ਨਾ, ਲੋਕੀ ਸਮਝਦੇ ਪਤਾ ਨਹੀਂ ਮੈਂ ਕਿੰਨੇ ਕੁ ਪੈਸੇ ਕਮਾ ਰਿਹਾ ਵਾਂ, ਪਤਾ ਨਹੀਂ, ਮੈਨੂੰ ਪਤਾ ਕੀ ਭਾਅ ਵਿਕਣ ਹੀ ਹੈ। ਪੈਸੇ ਆਉਂਦੇ ਨੇ ਲੇਕਿਨ ਖਰਚਾ ਦੇਖੋ। 18 ਬੰਦੇ ਨੇ ਜਿਨ੍ਹਾਂ 'ਚ 5 ਬੰਦਿਆਂ ਨੇ ਕੰਮ ਕਰਨਾ ਤੇ 2 ਐਡੀਟਰਾਂ ਨੇ ਕੰਮ ਕਰਨਾ, ਬਾਕੀ ਕੋਈ ਐਂ ਨੂੰ ਕੋਈ ਚੱਕਰ ਨਹੀਂ। ਹੁਣ 6 ਬੰਦੇ ਜੋ ਮੈਂ ਟੀਟਿਆਂ ਵਾਸਤੇ ਰੱਖ ਲਵਾਂ, 7 ਬਹਿਣਾ ਤੇ ਚਾਹਣਾ ਹੀ ਹੈ ਨਾ, ਬਾਕੀ ਬਾਹਰ 3 ਖੜੇ, ਉਹਨਾਂ ਦੇ ਪੈਸੇ ਪੈ ਰਹੇ ਨੇ। ਹਾਂਜੀ ਸਮਝ ਆ ਰਹੀ ਗੱਲ ਦੀ? ਇੱਕ ਬੰਦੇ ਦੀ ਤਨਖਾਹ ਵਾ, ਇੱਕ ਮਿਸਾਲ ਹੈ ਇੰਬਲੀ ਸੀ, ਉਹਦੀ ਇੱਕ ਤਨਖਾਹ ਵਾ, ਉਹਨੇ ਬਹਿਣਾ UC ਵਾਲਾ ਐਪੀਸੋਡ ਕਰਨ, ਮਹੀਨੇ 'ਚ 4 ਵਾਰੀ ਬਹਿ ਜਾਊਗਾ, ਠੀਕ ਆ ਜੀ, ਉਹ 4 ਵਾਰੀ ਮਹੀਨੇ 'ਚ ਬਹਿ ਜੂ ਬਸ, ਲੇਕਿਨ 4 ਵਾਰੀ 'ਚ ਤਨਖਾਹ ਤੁਹਾਡੇ ਜਿੰਨੀ ਉਹਦੀ। ਮੈਨੂੰ ਉਹ ਨਹੀਂ ਪਏ, ਮੈਨੂੰ ਇੰਬਲੀ ਦੀ ਵਜ੍ਹਾ ਤੋਂ YouTube ਨੇ ਬਹੁਤੇ ਨਹੀਂ ਦੇ ਦੇਣੇ, ਕਹਿ ਲਾ 3 ਬਾਹਰ ਖੜੇ ਆ, ਇਹਨਾਂ ਦੇ ਵੀ ਲੈ ਲਾ। ਸਮਝ ਆ ਰਹੀ ਗੱਲ ਦੀ? ਗੱਲ ਕਰਨ ਦੇ ਨਾ ਕਿ ਸਾਡੀ ਜ਼ਿੰਮੇਵਾਰੀ, ਜੈਨੂਇਨ ਗੱਲ ਇਹ ਹੋਈ ਆ, ਸੱਚ ਹੱਕ ਦੀ ਗੱਲ ਇਹ ਆ ਕਿ ਸਾਡੇ ਕੋਲ ਭਾਵੇਂ ਮੀਂਹ ਆਵੇ, ਹਨੇਰੀ ਆਵੇ, ਕੁਛ ਵੀ ਹੋਵੇ, ਅਸੀਂ ਬਿਮਾਰ ਹੋਈਏ, ਸਮਾਰ ਹੋਈਏ, ਜਦੋਂ ਕਮੇਟੀਜ਼ ਕਮਿਟ ਕੇ ਅਸੀਂ ਕੰਮ ਕਰਨਾ ਵਾ ਤੇ ਉਹ ਕਰਕੇ ਦੇਣਾ, ਅਸੀਂ ਉਹ ਲਾਜ਼ਮੀ, ਮੈਂ ਸਮਝਦਾ ਇਹ ਤੁਸੀਂ ਨਹੀਂ, ਇਹ ਸਾਡਾ ਯਾਨੀ ਇਖਲਾਕੀ ਹੱਕ ਵੀ ਬਣਦਾ ਕਿ ਅਸੀਂ ਕੰਮ ਕਰਕੇ ਮੁਕੰਮਲ ਦਈਏ। ਮਸਲੇ ਉਸਤਾਦ ਜੀ ਸਮ ਟਾਈਮ ਹੁੰਦੇ, ਸਿਰਫ ਥੋੜਾ ਜਿਹਾ ਉਹ ਤੁਸੀਂ ਆ ਜਿੰਨੀ ਲਚਕ ਸਾਨੂੰ ਦਿੰਦੇ ਹੋ, ਅਸੀਂ ਉਹਦੀ ਥੋੜਾ ਜਿਹਾ ਸ਼ਾਇਦ ਇਹਦੀ ਵਜ੍ਹਾ ਹੋ ਜਾਂਦੇ। ਮੈਂ ਇਹੀ ਗੱਲ ਕਰ ਰਿਹਾ ਨਾ ਕਿ ਤੁਸੀਂ ਦੇਖੋ 64 ਸਾਲਾਂ ਦੇ ਵਿੱਚ ਕਿੰਨੇ ਕੁ ਹਜ਼ਾਰਾਂ ਵਾਰੀ ਇਹ ਪ੍ਰੋਗਰਾਮ ਬਣੇ ਨੇ, ਤੇ ਤੁਸੀਂ ਕਹਿ ਕੇ ਉੱਠਦੇ ਹੋ ਆ ਲੋ, ਯਾਨੀ ਮੈਂ ਇੱਕ ਭੌਂਕਾ ਟਾਈਪ ਕਰੈਕਟਰ ਬਣਨਾ, ਪੌਣਾ ਘੰਟਾ ਮੈਂ 4 ਗਾਲਾਂ ਆਪਣੇ ਆਪ ਨੂੰ ਕੱਢਦਾ, 4 ਇਹਨਾਂ ਨੂੰ ਕੱਢਦਾ, ਇਹ ਇੱਕ ਦਰੀ ਇੰਜ ਹੋ ਜਾਂਦੇ ਨੇ। ਠੀਕ 24 ਘੰਟੇ ਬਾਅਦ ਜਿਵੇਂ ਪਕਾਨੇ 'ਚੋਂ ਫੂਕ ਨਿਕਲਦੀ ਨਾ, ਉੱਥੇ ਹੀ ਵਾਪਸ ਆ ਜਾਂਦੇ। ਠੀਕ ਆ ਜੀ। ਹੁਣ ਆ ਜਾ ਕੇ ਇੱਕ ਮੁਸ਼ਾਇਰਾ ਰਹਿ ਗਿਆ ਯਾਰ, ਐਡੀ ਅੱਛੀ ਸਾਡੀ ਪ੍ਰੋਡਕਟ ਆ, ਉਹ ਵੀ ਪੂਰਾ ਭਾਰ ਮੇਰੇ ਤੇ। ਮੈਂ ਜਦੋਂ ਕਹਿਣਾ ਨਾ ਚਲੋ ਮੁਸ਼ਾਇਰਾ ਕਰੋ, ਉਦੋਂ ਹੋਣਾ। ਨਾ ਕਿਸੇ ਕੈਮਰਾਮੈਨ ਨੇ, ਨਾ ਕਿਸੇ ਡਾਇਰੈਕਟਰ ਨੇ, ਨਾ ਕਿਸੇ ਨੇ ਨਾ ਐਡੀਟਰ। ਜਿਹੜਾ ਐਡੀਟਰ ਮੁਸ਼ਾਇਰਾ ਐਡਿਟ ਕਰ ਰਿਹਾ ਨਾ, ਉਹਨੂੰ ਤੁਸੀਂ 6 ਮਹੀਨੇ ਨਾਲ ਮੁਸ਼ਾਇਰਾ ਦਿਓ, ਤੁਹਾਨੂੰ ਅੰਦਰ ਆ ਕੇ ਇਹ ਨਹੀਂ ਕਹੂਗਾ ਭੈਣ ਮੁਸ਼ਾਇਰਾ ਕਰਨਾ, ਉਹ ਦੇ ਦੋਗੇ, ਕਰ ਲਾਂਗੇ, ਨਹੀਂ ਤਾਂ ਬੈਠੇ। ਉਸਤਾਦ ਜੀ 1 ਮਿੰਟ ਕਰੋ, ਜਿਹੜੇ ਗੈਸਟ ਆਉਂਦੇ ਉਹਨਾਂ ਨੂੰ ਗੈਸਟ ਰੂਮ 'ਚ ਬਿਠਾ ਕੇ ਨਾ, ਅਸੀਂ ਆਪਣਾ ਕੰਮ ਕੰਪਲੀਟ ਕਰਕੇ ਨਾ, ਤੁਹਾਨੂੰ ਆਜ਼ਾਦ, ਤੁਸੀਂ ਉਹਨਾਂ ਕੋਲ ਭਾਵੇਂ ਰਾਤ ਸਾਰੀ ਦਿਹਾੜੀ। ਉਹ ਯਾਰ ਤੂੰ ਗੈਸਟ ਨੂੰ ਛੱਡ, ਮੇਰੇ ਕਿੰਨੀ ਕੁ ਦੇਰ ਲੱਗਦੀ ਆ ਕਿ ਤੁਸੀਂ ਜਦੋਂ ਮੈਨੂੰ ਆ ਕਹਿੰਦੇ ਉਸਤਾਦ ਜੀ ਲੱਗ ਗਿਆ, ਟੀ ਟਾਈਮ ਹੋ ਗਿਆ, ਸਾਰਾ ਕੁਝ ਹੋ ਗਿਆ, ਅੱਧੇ ਘੰਟੇ 'ਚ ਪੌਣੇ ਘੰਟੇ 'ਚ ਮੈਂ ਹੁਣ ਤੂੰ ਕਿਹਨੂੰ ਕਹਿ, ਮੈਂ 3 ਵਾਰੀ ਤੁਹਾਨੂੰ ਕਹਿ ਕੇ ਆਇਆ। ਹਾਂਜੀ ਉਸਤਾਦ ਜੀ। ਤੇ ਤੂੰ ਮੈਨੂੰ ਇੱਕੋ ਵਾਰੀ ਵੀ ਕਹਿ ਕੇ ਆਉਂਦਾ, ਮੈਂ 19 ਵਾਰੀ ਆਉਣਾ ਸੀ। ਹੁਣ ਜਦੋਂ ਤੂੰ 3 ਵਾਰੀ ਮੈਨੂੰ ਕਹਿ ਕੇ ਆਇਆ, ਇਦਾਂ ਹੀ ਨੂੰ ਮੁਸ਼ਾਇਰੇ ਦੇ 4 ਬੰਦੇ ਬਿਠਾ ਕੇ, ਮਾਈਕ ਲਵਾ ਕੇ, ਕੈਮਰੇ ਲਵਾ ਕੇ ਮੈਨੂੰ 3 ਵਾਰੀ ਕਹਿ, ਮੈਂ 4ਥੀ ਵਾਰੀ ਆ ਜਾਊਂਗਾ। ਕਿੰਨੀ ਕੁ ਵਾਰੀ ਤੂੰ ਮੈਨੂੰ ਕਹਿ ਮੁਸ਼ਾਇਰੇ ਦਾ ਇਦਾਂ, ਚੱਲ ਇਧਰਲੇ ਪਾਸੇ ਹੀ ਆ ਜਾ। ਜੀ ਹੁਣ ਇੱਕ ਵਾਰੀ ਉਹ ਚੱਲ ਇਧਰਲੇ ਪਾਸੇ ਆ ਨਾ। ਮੈਂ ਤੁਹਾਨੂੰ ਕਿੰਨੀ ਵਾਰੀ ਇਹ ਗੱਲ ਕਹੀ ਆ ਕਿ ਤੁਸੀਂ ਪਤਾ ਕੀ ਕਰਿਆ ਕਰੋ, ਤੁਸੀਂ ਮੈਨੂੰ ਨਾ ਕਿਹਾ ਕਰੋ, ਤੁਸੀਂ ਬਹਿ ਜਿਆ ਕਰੋ, ਬਹਿ ਕੇ ਕੈਮਰੇ ਔਨ ਕਰਾ ਲਿਆ ਕਰੋ, ਫਿਰ ਮੇਰੇ ਤੇ ਭਾਰ ਪੈਂਦਾ ਵਾ। ਤੁਸੀਂ ਆ ਕੇ ਮੈਨੂੰ ਕਿਹਾ ਕਰੋ ਉਸਤਾਦ ਜੀ ਕੈਮਰੇ ਰੈਡੀ ਨੇ, ਕਾਰਡ ਪੈ ਗਏ ਨੇ, ਕੈਮਰੇ ਔਨ ਨੇ, ਮਾਈਕ ਲੱਗ ਗਏ ਨੇ, ਲਾਈਟਾਂ ਚੱਲ ਰਹੀਆਂ ਨੇ, ਇਹ ਕਹਿ ਕੇ ਤੁਸੀਂ ਨਿਕਲ ਜਿਆ ਕਰੋ। ਇੱਕ ਬੰਦਾ ਅੰਦਰ ਬਿਠਾਇਆ ਜਿਹੜਾ ਸਲਮਾਨ ਡੇਲੀ ਕਹਿਣਾ ਉਸਤਾਦ ਜੀ ਉੱਠ ਜਾਓ, ਕੈਮਰੇ ਲੱਗ ਗਏ। ਹਾਂ ਉਹ ਯਾਰ ਤੁਸੀਂ ਆਪਣੇ 'ਚ ਮੇਰੇ 'ਚ ਫਰਕ ਵੀ ਤੇ ਵੇਖੋ ਨਾ। ਤੁਸੀਂ ਮੇਰੀ ਜਗ੍ਹਾ ਹੋ, ਤੁਸੀਂ ਮੰਜੀ ਤੋਂ ਨਾ ਉਠੋ, ਜੋ ਕੰਡੀਸ਼ਨ ਹੁੰਦੀ ਹੈ। ਨਹੀਂ ਉਹ ਸਹੀ ਗੱਲ ਹੈ। ਤੁਸੀਂ ਤੁਹਾਡੀਆਂ ਲੱਤਾਂ 'ਚ ਜਾਨ ਨਾ ਹੋਵੇ, ਤੁਸੀਂ ਕਹੋ ਇਸ ਕੰਡੀਸ਼ਨ 'ਚ ਅਸੀਂ ਕਾਮੇਡੀ ਕਰਨੀ ਹੈ। ਤੁਸੀਂ ਆਪਣੇ 'ਚ ਮੇਰੇ 'ਚ ਫਰਕ ਤੇ ਵੇਖੋ। ਸਪੋਰਟ ਕਿੱਥੇ ਕਰਦੇ ਪਏ ਤੁਸੀਂ ਮੈਨੂੰ? ਸਪੋਰਟ ਇਹ ਹੁੰਦੀ ਆ ਕਿ ਨਹੀਂ ਅੰਦਰ ਨਹੀਂ ਜਾਣਾ, ਉਸਤਾਦ ਪਰੇਸ਼ਾਨ। ਸਪੋਰਟ ਇਹ ਨਹੀਂ ਹੁੰਦੀ, ਸਪੋਰਟ ਇਹ ਹੁੰਦੀ ਆ ਕਿ ਉਸਤਾਦ ਦਾ ਮੁਸ਼ਾਇਰਾ ਨਹੀਂ ਰੁਕਣਾ ਚਾਹੀਦਾ, ਭਾਵੇਂ ਜੋ ਮਰਜ਼ੀ ਆ, ਅਸੀਂ ਨਹੀਂ ਰੁਕਣ ਦੇਣਾ। ਅਸੀਂ ਬਿੰਤ ਅੱਲਾ ਸ਼ੁਗਲ ਮੇਲਾ ਕਰਕੇ 1 ਘੰਟੇ ਵਾਸਤੇ 40 ਮਿੰਟ ਵਾਸਤੇ ਉਸਤਾਦ ਨੂੰ ਉਠਾ ਕੇ ਸਿਰਫ ਲਿਆ ਕੇ ਉਹਨੂੰ ਕਹਾਂਗੇ ਬੋਲ ਵੀ ਨਾ, ਤੇ ਉਸਤਾਦ ਨੂੰ ਬਾਹਰ ਚੱਲ ਜਾ, ਮੈਨੂੰ ਵੀ ਮਜ਼ਾ ਆਵੇ। ਕੋਈ ਆਹ ਕੀ ਹੋਇਆ? ਰਾਤੀ ਲਾਹੌਰੋਂ ਬੰਦੇ ਆਏ। ਹਾਂਜੀ ਰਾਤੀ ਅਸੀਂ ਜਾਨੀ ਕੀ ਚਾਹ ਕੀਤੀ। ਹੁਣ ਮੈਂ ਤੁਹਾਨੂੰ ਲਾਹੌਰੀਆਂ ਦਾ ਦੱਸਦਾ ਕਿ ਉਹ ਕੀ ਬੰਦੇ ਨੇ। ਮੈਂ ਕਿਉਂਕਿ ਸਟਾਰਟ ਮੇਰਾ ਲਾਹੌਰ ਆ, ਮੈਂ ਉਹਨਾਂ ਨਾਲ ਕੰਮ ਕੀਤਾ, ਮੈਂ ਉਹ ਇੱਥੇ ਟੈਂਪੋ, ਉਹ ਲਾਹੌਰੋਂ ਬੰਦੇ ਆਏ, ਮੈਂ ਨਹੀਂ ਉਹਨਾਂ ਨੂੰ ਜਾਣਦਾ। ਉਹਨਾਂ ਨੂੰ ਸਿਰਫ ਇੱਕ ਗੱਲ ਹੋਈ ਕਿ ਤੁਸੀਂ ਬਾਹਰ ਜਾਨੀ ਕੀ ਚਾਹ ਸ਼ੂਟ ਕਰਨਾ। ਉਸਤਾਦ ਜੀ ਉਹ ਮੈਨੂੰ ਮਿਲਣ ਨਹੀਂ ਆਏ, ਮੈਨੂੰ ਇੰਨਾ ਪਤਾ ਲੱਗਾ ਗੱਡੀ ਆਈ ਆ। ਮੈਂ ਅੱਧੇ ਘੰਟੇ ਬਾਅਦ ਬਾਹਰ ਗਿਆ, ਲਾਈਟਾਂ ਕੈਮਰੇ ਲੱਗੇ ਨੇ, ਉਹ ਕਹਿੰਦੇ ਆਓ ਭੈਣ। ਉਹ ਕਿਹੜੇ ਇਨਸਾਨ ਨੇ? ਉਹਨਾਂ ਨੇ ਅੰਦਰ ਆ ਕੇ ਇਹ ਵੀ ਨਹੀਂ ਪੁੱਛਿਆ, ਉਹਨਾਂ ਨੇ ਦੇਖਿਆ ਅੱਛਾ ਸੈੱਟ ਆ, ਇਹੀ ਸ਼ੂਟ ਕਰਨਾ। ਮੈਨੂੰ ਮਿਲੇ ਹੀ ਨਹੀਂ, ਇੱਕ ਜਣਾ ਅੰਦਰ ਆਇਆ, ਬਾਕੀ ਚੌਣੇ। ਮੈਂ ਬਾਹਰ ਗਿਆ ਤੇ ਆਡੀਓ ਦਾ ਸੈਟਅਪ ਲਹਿਦਾ ਲੱਗਾ, ਵੀਡੀਓ ਦੇ ਕੈਮਰੇ ਲਹਿਦਾ ਲੱਗੇ, ਲਾਈਟਾਂ ਸੈੱਟ ਹੋ ਰਹੀਆਂ ਨੇ, ਸਾਰਾ ਕੁਝ। ਫਿਰ ਮੈਂ ਤੈਨੂੰ ਬਾਹਰ ਕੀ ਕਿਹਾ? ਮੈਂ ਕਿਹਾ ਇਹਨੂੰ ਕਹਿੰਦੇ ਲਾਹੌਰ। ਇਹੀ ਕਿਹਾ ਤੈਨੂੰ ਮੈਂ ਕਿ ਮੈਨੂੰ ਪਤਾ ਹੀ ਨਹੀਂ। ਬਿਲਕੁਲ ਇੰਦਾ ਹੀ ਉਹਨਾਂ ਨੇ ਆਂਦੇ ਹੀ ਆਪਣਾ ਸੈਟਅਪ ਲਾਇਆ। ਕਿਸੇ ਨੂੰ ਪੁੱਛਿਆ ਉਹਨਾਂ ਨੇ ਜਾਂ ਬੈਠੇ ਸੀ? ਹਾਂਜੀ ਕੀ ਕਰਨਾ, ਹਾਂਜੀ ਕਰੀਏ, ਫਿਰ ਕੋਈ ਗੱਲ ਕੀਤੀ ਉਹਨਾਂ ਨੇ? ਉਹਨਾਂ ਨੇ ਆਉਂਦੇ ਇੰਜ ਕੈਮਰੇ ਲਾਏ ਨੇ, ਇੰਜ ਲਾਈਟਾਂ ਲਾਈਆਂ, ਇੰਜ ਸੈਟ। ਮੈਨੂੰ ਨਹੀਂ ਪੁੱਛਿਆ ਕਿੱਥੇ ਕਿਹੜੀ ਲੋ। ਉਹਨਾਂ ਨੂੰ ਕੰਮ ਦਾ ਪਤਾ ਹੈ ਕਿ ਭਾਈ ਨਾ ਇੱਥੇ ਇਹ ਕੰਮ ਹੋਣਾ ਵਾ, ਗੱਲ ਮੁੱਕੀ। ਇਹ ਹੁੰਦਾ ਤੇ ਇੰਜ ਅਗਲੇ ਸ਼ੋਅ ਕੀਤਾ ਰਾਤ ਨੂੰ, ਅਗਲੇ ਵਾਪਸ।
ਬਿਲਕੁਲ ਸਹੀ ਗੱਲ ਹੈ ਉਸਤਾਦ ਜੀ। ਹੁਣ ਇੱਕ ਵਾਰੀ ਸਾਨੂੰ ਮਾਫ ਉਹ ਯਾਰ ਇਹ ਤੇ 5 ਸਾਲ ਹੋ ਗਏ ਇਸ ਗੱਲ ਨੂੰ। ਮਕਸਦ ਇਹ ਨਹੀਂ ਤੁਹਾਨੂੰ, ਮਕਸਦ ਇਹ ਨਹੀਂ ਹੈਗਾ, ਮਕਸਦ ਤੁਹਾਨੂੰ ਸਮਝ ਜ਼ਿੰਮੇਦਾਰੀ, ਤੁਸੀਂ ਜਿਹਨੂੰ ਜ਼ਿੰਮੇਦਾਰੀ ਸਮਝਦੇ, ਜ਼ਿੰਮੇਦਾਰੀ ਨਹੀਂ ਕਿ ਜ਼ਿੰਮੇਦਾਰੀ ਤੁਹਾਡੇ ਤੇ ਪਈ ਨਹੀਂ ਕਦੀ। ਬਿਲਕੁਲ ਠੀਕ ਹੈ, ਮੇਥੇ ਆਉਣ ਤੋਂ ਪਹਿਲੇ ਵੀ ਨਹੀਂ ਤੁਹਾਡੇ ਤੇ ਕਦੀ ਪਈ ਬਿਲਕੁਲ ਸਹੀ ਗੱਲ। ਜ਼ਿੰਮੇਦਾਰੀ। ਜਦੋਂ ਜ਼ਿੰਮੇਦਾਰੀ ਤੁਹਾਨੂੰ ਅੰਦਾਜ਼ਾ ਹੀ ਨਹੀਂ ਕਹਿੰਦੇ ਕਿਹਨੂੰ ਆ ਜ਼ਿੰਮੇਦਾਰੀ। ਇਹਨੂੰ ਕਹਿੰਦੇ ਆ ਕਿ ਸ਼ੋਅ ਹਫਤੇ 'ਚ 2 ਦੇਣੇ, ਜਾਓ ਕਿਸੇ ਟੀਵੀ ਚੈਨਲ ਤੇ ਫੌਤਗੀ ਹੋ ਜਾਓ, ਉਹਨੇ ਕਹਿਣਾ ਦਾਣੇ ਸਾਹਿਬ ਇਹ ਕਰਨਾ ਪੈਣਾ। ਬਿਲਕੁਲ ਸਹੀ ਗੱਲ ਤੁਹਾਡੀ। ਇਹ ਨਹੀਂ ਰੁਕਣਾ, ਸਮਝ ਆ ਰਹੀ ਗੱਲ ਦੀ। ਤੇ ਜਿੱਧਰ ਮੇਰਾ ਹੱਥ ਢਿੱਲਾ ਹੁੰਦਾ ਉਧਰੋਂ ਸ਼ੋਅ ਮਿਸ ਹੋਣੇ ਸ਼ੁਰੂ ਹੋ ਜਾਂਦੇ। ਟੀ ਟਾਈਮ ਵੱਲੋਂ ਢਿੱਲਾ ਹੋਵੇ, ਟੀ ਟਾਈਮ ਦੇ ਮਿਸ ਹੋਣੇ ਸ਼ੁਰੂ ਹੋ ਜਾਂਦੇ। ਟੀ ਟਾਈਮ ਮੈਂ ਕਰ ਰਿਹਾ, ਮੈਂ ਬਹਿਣਾ, ਮੈਨੂੰ ਪਤਾ ਤੁਸੀਂ ਹੈਗੇ। ਮਸ਼ਹਿਰੇ ਵੱਲੋਂ ਮੇਰੇ ਹੱਥ ਢਿੱਲਾ ਹੋਇਆ, ਮਸ਼ਹਿਰੇ ਮਿੱਟੀ 18 ਬੰਦੇ ਇੱਕ ਮਸ਼ਹਿਰਾ ਨਹੀਂ ਮੇਰੇ ਕੋਲੋਂ ਕਰਾ ਸਕਦੇ। ਕਿ ਭਗਦੜ ਬਚੀ ਹੋਵੇਗਾ ਭਾਜੀ ਸਾਡਾ ਤਵਾਰ ਨੂੰ ਮਸ਼ਹਿਰਾ ਚੱਲਣਾ, ਉਹ ਭਾਈ ਅੱਜ ਜਾਣੀ ਕਿ ਚਾਹ ਕਿੱਦਾਂ ਕਰੀਦਾ ਸੀ ਕਿ ਸਾਡਾ ਹਫਤੇ ਨੂੰ ਚੱਲਣਾ ਕਰਨਾ ਪੈਣਾ। ਏਦਾਂ ਹੀ ਮਸ਼ਹਿਰਾ ਕਿਉਂ ਨਹੀਂ ਸੋਚਦੇ ਸੀ? ਇਹ ਗੱਲ ਬਿਲਕੁਲ ਠੀਕ, ਇਹ ਗੱਲ ਬਸ ਇਹੀ ਗੱਲ ਆ। ਉਹਦੇ ਚ ਕਦੀ ਜਾਨੀ ਕਿ ਚਾਹ ਚ ਦਲੀਲ ਦਿੱਤੀ ਹੈ? ਉਹ ਨਹੀਂ ਹੈਗਾ, ਉਹ ਨਹੀਂ ਹੈਗਾ, ਉਹ ਨਹੀਂ ਹੈਗਾ, ਮੈਂ ਨਹੀਂ ਹੈਗਾ, ਫਲਾਣਾ ਨਹੀਂ ਹੈਗਾ, ਉਹ ਨਹੀਂ ਹੈਗਾ। ਅਗਲਾ ਸਿਰ ਤੇ ਪਹੁੰਚਦੇ ਕਿ ਨਹੀਂ ਲਾਹੌਰੋਂ ਆ ਕੇ ਬੈਠੇ ਹੁੰਦੇ ਕਿ ਨਹੀਂ ਬਾਹਰ? ਬਿਲਕੁਲ। ਤੁਸੀਂ ਉਹਨੂੰ ਕਹੋ ਵੀ ਤੂੰ ਨਹੀਂ ਹੈਗਾ, ਉਹਨੇ ਕਹਿਣਾ ਯਾਰ ਨਹੀਂ ਹੈਗਾ ਤੇ ਉਹ ਕਰੋ। ਪ੍ਰੋਗਰਾਮ ਨਹੀਂ ਮਿਸ ਹੋਣਾ। ਬਿਲਕੁਲ ਸਹੀ ਗੱਲ। ਭਾਵੇਂ ਸਜਾਦ ਜਾਨੀ ਵੀ ਨਹੀਂ ਹੈਗਾ ਭਾਜੀ, ਪ੍ਰੋਗਰਾਮ ਨਹੀਂ ਮਿਸ ਹੋਣਾ। ਰਾਤੀ ਧੁੰਦ ਦੇ ਵਿੱਚ ਨਜ਼ਰ ਕੁਛ ਨਹੀਂ ਸੀ ਆ ਰਿਹਾ, ਮੈਂ ਉਹਨੂੰ ਕਿਹਾ ਯਾਰ ਧੁੰਦ ਬੜੀ ਹੈ, ਕੈਮਰੇ ਦੇ ਵਿੱਚ ਧੁੰਦ ਆ ਰਹੀ ਹੈ। ਉਹਨੇ ਕਿਹਾ ਯਾਰ ਆਉਣ ਦੇ ਤੁਹਾਡਾ ਕਸੂਰ ਆ, ਤੁਸੀਂ ਸ਼ੋਅ ਭੇਜੋ। ਉਹਨਾਂ ਨੂੰ ਆਪੇ ਪਤਾ ਲੱਗ ਜੂ ਭਾਈ ਧੁੰਦ ਸੀ, ਏਦਾਂ ਹੀ ਅਸੀਂ ਕੀਤਾ ਸੀ ਤੇ ਕੀਤਾ ਨਾ। ਇੰਜ ਕਦੀ ਤੁਸੀਂ ਸ਼ੋਅ ਕੀਤਾ? ਮੈਨੂੰ ਇਹ ਦੱਸੋ। ਸਰ ਜੀ ਸਿਰਫ ਅਸੀਂ ਇੱਥੇ ਆਉਣ ਨੂੰ ਹੀ ਜ਼ਿੰਮੇਵਾਰੀ ਸਮਝਿਆ ਅੱਜ ਤੁਸੀਂ ਜੀ। ਇਹ ਜ਼ਿੰਮੇਵਾਰੀ ਉਹ ਆ ਕਿ ਮੈਂ ਆਉਂਦਾ ਨਹੀਂ। ਹਾਂਜੀ ਨਹੀਂ ਉਹਨੇ ਕਿਹਾ ਕੀ ਸਿੱਖਿਆ? ਉਹਨੇ ਕਿਹਾ ਕੀ ਸਿੱਖਿਆ 1.5 ਸਾਲ ਚ? ਕਹਿੰਦਾ ਹੁਣ ਮੈਂ ਸਿੱਧਾ ਪਹੁੰਚ ਨਹੀਂ ਜਾਂਦਾ। ਨਹੀਂ ਅਲਹਮਦੁਲਿਲਾ ਇਨਸ਼ਾਅੱਲਾ ਉਸਤਾਦ ਜੀ ਸ਼ਿਕਾਇਤ ਦਾ ਮੌਕਾ ਨਹੀਂ ਮਿਲੇਗਾ। ਕੱਲ ਗੱਲ ਫਰੀਦ ਭਾਈ ਕਰ ਰਹੇ ਹਾਂ, ਫਰੀਦ ਭਾਈ ਨੇ ਐਫਰਟ ਕਰਦੇ ਨੇ, ਠੀਕ ਹੈ, ਸਾਡੇ ਨਾਲ ਵੀ ਲਿਖਵਾਉਂਦੇ ਨੇ ਬਾਹਰ ਜਾਨੀ ਕਿ ਚਾਹ ਲਈ ਵੀ ਉਸਤਾਦ ਜੀ ਐਫਰਟ। ਉਹ ਭਾਈ ਜਾਨ ਮੇਰੀ ਗੱਲ ਸੁਣੋ, ਮੇਰੀ ਗੱਲ ਸੁਣੋ। ਬਿਜ਼ਨਸ ਹੋਰ ਚੀਜ਼ ਹੁੰਦੀ, ਤੁਹਾਡਾ ਆਪਣਾ ਤਲਕ ਹੋਰ ਚੀਜ਼ ਹੈ। ਹਾਂਜੀ ਬਿਲਕੁਲ ਠੀਕ ਗੱਲ, ਠੀਕ ਹੈ ਨਾ। ਇਸ ਬੰਦੇ ਦੀ ਅਗਰ ਡਿਊਟੀ ਲੱਗੀ ਹੈ ਨਾ ਕਿ ਇਹਨੇ ਮਸ਼ਹਿਰਾ ਦੇਣਾ ਮੈਨੂੰ, ਇਸ ਅਦਾਰੇ ਨੂੰ, ਫਿਰ ਤੇਰੇ ਨਾਲ ਬਦੀਦ ਹੋਣਾ ਚਾਹੀਦਾ। ਬਿਲਕੁਲ ਹੋਣਾ ਚਾਹੀਦਾ। ਫਿਰ ਇਹ ਨਹੀਂ ਹੋਣਾ ਚਾਹੀਦਾ ਮੈਂ ਤੇ ਇਹਨਾਂ ਨੂੰ 20 ਵਾਰੀ ਕਿਹਾ ਉਹ ਨਹੀਂ ਕਰਦੇ ਹੁਣ। ਨਹੀਂ ਫਿਰ ਇਹ ਨਹੀਂ ਹੁੰਦਾ। ਸਾਡਾ ਕੰਮ ਉਹ ਨਹੀਂ ਹੈਗਾ, ਸਾਡਾ ਕੰਮ ਐਂਟਰਟੇਨਮੈਂਟ। ਜਦੋਂ ਮੈਂ ਇਹਦੇ ਨਾਲ ਬਦੀਦ ਹੋਣਾ ਨਾ ਸਾਜੀ ਕੰਮ ਨਹੀਂ। ਇਹਦੇ ਨਾਲ ਤੇ ਹੋਣਾ ਹੀ ਨਹੀਂ। ਤੂੰ ਮੈਂ ਕਿਸੇ ਦੀ ਗੱਲ ਕਰਨਾ, ਇਹਦੇ ਨਾਲ ਤੇ ਹੋਣਾ ਹੀ ਨਹੀਂ। ਤੂੰ ਇਹਨੂੰ ਕਹਿਣਾ ਭੈਣਾ ਜਿੰਨੀ ਮੈਨੂੰ ਆ ਨਾ ਦਾਣੇ ਸਾਹਿਬ ਇਹ ਦੇਣਾ ਵਾ ਮਸ਼ਹਿਰਾ, ਇਹ ਮਸ਼ਹਿਰਾ ਤਵਾਰ ਨੂੰ ਚੱਲਣਾ ਵਾ, ਇਹ ਇਦਾਂ ਹੀ ਆ ਜਿਵੇਂ ਅਸੀਂ ਰੋਟੀ ਖਾਣੀ ਆ। ਸਰ ਜੀ ਨੈਕਸਟ ਇਦਾਂ ਹੀ ਕਰਾਂਗੇ। ਬਸ ਤੁਹਾਨੂੰ ਸਮਝ ਹੀ ਨਹੀਂ ਆ ਰਹੀ ਗੱਲ ਦੀ। ਮੈਂ ਤੁਹਾਡੀ ਗੱਲ ਬਿਲਕੁਲ ਸਮਝ ਗਿਆ ਵਾ। ਅਸੀਂ ਮਿਊਚੁਅਲੀ ਬੈਠੀ ਦਾ ਵੇ ਗੱਲਬਾਤ ਕਰੀ ਦੀ ਹੈ। ਸ਼ੁਰੂ ਦੇ ਵਿੱਚ ਅਸੀਂ ਫਰੀਦ ਸਾਹਿਬ ਨੂੰ ਕਹਿੰਦੇ ਰਹੇ ਹਾਂ, ਫਰੀਦ ਸਾਹਿਬ ਸਾਨੂੰ ਕਹਿੰਦੇ ਰਹੇ ਨੇ, ਲੇਕਿਨ ਉਹ ਥੋੜਾ ਜਿਹਾ ਡਿਸਟਰਬਿੰਗ ਮਾਹੌਲ ਰਿਹਾ ਛੁੱਟੀਆਂ ਦਾ ਕਰਕੇ। ਤੇ ਹੁਣ ਇੱਕ ਦੁਬਾਰਾ ਸਾਨੂੰ ਨਾ ਤੁਸੀਂ ਫਰੀਦ ਸਾਹਿਬ ਹੁਣ ਇਹਨੂੰ ਸੀਰੀਅਸ ਲਈਏ ਸਾਰੇ ਭਾਈਜਾਨ। ਤੁਸੀਂ ਦੇਖੋ ਨਾ ਸਰ ਦੇਖੋ ਨਾ, ਸੁਣੋ, ਤੁਸੀਂ ਮੈਨੂੰ ਕਹੋ ਉਸਤਾਦ ਜੀ ਅੱਜ 2 ਟੀ ਟਾਈਮ ਕਰਨੇ, ਕੱਲ 2 ਮਸ਼ਹਿਰੇ ਕਰ ਲੈਣੇ, ਪੂਰੇ ਹਫਤੇ ਦਾ ਬੰਨੇ। ਸਰ ਜੀ ਅੱਗੇ ਜਿਹੜੀ ਮੈਂ ਗੱਲ ਕੀਤੀ ਤੁਹਾਨੂੰ ਯਾਦ ਹੈ? ਤੁਸੀਂ ਤੇ ਮੈਂ ਮਿੱਠੇ ਦਾ ਦੱਸਣ ਡਿਆ, ਤੁਸੀਂ ਉਹ ਵੀ ਭੁੱਲ ਗਏ ਕਿ ਮੈਂ ਕੀ ਕਿਹਾ। ਮੈਂ ਤੁਹਾਨੂੰ ਦੱਸਿਆ, ਮੈਂ ਕਿਹਾ ਉਸਤਾਦ ਜੀ ਅਸੀਂ ਡੇਲੀ ਦਾ ਨਾ 2 ਟੀ ਟਾਈਮ ਇੱਕ ਮੁਸ਼ਾਇਰਾ ਕਰੀਏ ਨਾ, 25 ਤਰੀਕ ਤੱਕ ਅਸੀਂ ਕਮ ਅਜ਼ ਕਮ। ਉਹ ਯਾਰ ਇਹ ਅੱਜ ਦੀ ਗੱਲ ਕਰਕੇ ਤੇ ਤੂੰ ਸਾਰਾ ਕੁਝ ਠੀਕ ਕਰੀ ਜਾ ਰਿਹਾ 6 ਸਾਲ ਦਾ। ਇਸ ਤੋਂ ਪਹਿਲੇ ਕਦੋਂ ਆਇਆ ਤੂੰ ਐਸੇ ਇਦਾਂ ਦੀ ਗੱਲ ਕਰਨ? ਇਸ ਤੋਂ ਪਹਿਲਾਂ ਉਸਤਾਦ ਜੀ ਸਾਡੇ 3-4 ਮੈਨੇਜਰ ਸਾਹਿਬ ਨੇ, ਅਸੀਂ ਤੁਹਾਡੇ ਨਾਲ ਮੈਨੇਜਰ ਸਾਹਿਬ ਫਰੀਦ ਭਾਈ ਵੀ ਆਰ ਰੋਂਗ। ਦੱਸ ਯਾਰ, ਬਾਤ ਮੰਨਤੇ ਹੋ ਯਾਰ। ਤੂੰ ਜਦੋਂ ਹਰ ਗੱਲ ਤੂੰ ਮੇਰੇ ਨਾਲ ਜਿਹੜੀ ਮੇਰੇ ਨਾਲ ਕਰਨ ਵਾਲੀ ਹੁੰਦੀ ਹੈ, ਇੱਕ ਤੇਰੀ ਮੇਰੇ ਨਾਲ ਡੀਲ ਹੋਈ ਆ, ਗੱਲ ਹੋਈ, ਤੂੰ ਮੇਰੇ ਨਾਲ ਕਰ। ਤੇਰਾ ਮੈਨੇਜਰ ਵੀ ਨਹੀਂ ਮੰਨ, ਤੈਨੂੰ ਡਾਇਰੈਕਟ ਇੱਕ ਕੰਪਨੀ ਦਾ ਜਾਂ ਕਿਸੇ ਚੀਜ਼ ਦਾ ਓਨਰ ਕਹਿ ਰਿਹਾ ਕਿ ਬੇਟਾ ਤੂੰ ਮੈਨੂੰ ਜਵਾਬ ਦੇਣਾ, ਇਹ ਤੇਰੀ ਮੇਰੀ ਡੀਲ ਹੋਈ ਹੈ। ਤੈਨੂੰ ਮੈਨੇਜਰ ਵੀ ਨਹੀਂ ਮੰਨ ਰਿਹਾ। ਉਹਨੂੰ ਕਹ ਭਾਈਜਾਨ ਮੈਨੂੰ ਆ ਕੇ ਕਹਿ ਸਾਹ ਜੀ ਕੱਲ 2 ਮਸ਼ਹਿਰੇ ਦੇਣੇ ਸੀ, ਠੀਕ ਆ ਜੀ, 1 ਦਿਨ ਰਹਿ ਗਿਆ ਜੇ। ਇਹ ਭਾਜਨ ਮੈਂ ਸਾਰਿਆਂ ਨੂੰ ਕਹਿਤਾ ਜੀ, ਉਸਤਾਦ ਜੀ ਮੈਨੇਜਰ ਸਾਹਿਬ ਵੀ ਨਹੀਂ ਮੰਨਦੇ ਪਏ, ਇਹ ਵੀ ਨਹੀਂ ਮੰਨਦਾ ਪਿਆ, ਇਹ ਵੀ ਨਹੀਂ ਮੰਨਦਾ ਪਿਆ। ਭਾਜੀ ਕੋਈ ਨਹੀਂ ਜੇ ਮੰਨਦਾ ਪਿਆ, ਉਸਤਾਦ ਜੀ ਮੈਨੂੰ ਦੱਸੋ, ਮੈਂ ਬੈਠਾ ਜੇ ਮਸ਼ਾਇਰਾ ਕਰਨ, ਤੂੰ ਇਦਾਂ ਕੀਤਾ, ਇਹ ਹੁੰਦੀ ਜ਼ਿੰਮੇਦਾਰੀ। ਲੇਕਿਨ ਉਹ ਤਵਾਰ ਲੰਘ ਗਈ। ਦੁੱਖ ਤਕਲੀਫ ਇਹ ਹੈ ਤਵਾਰ ਕਿਉਂ ਲੰਘ ਰਹੀ ਹੈ? ਉਹਦਾ ਰੌਲਾ ਉਹ ਤਵਾਰ ਤੇ ਲੰਘ ਗਈ ਨਾ ਯਾਰ। ਹਾਂਜੀ ਮਿਸ ਹੋ ਗਿਆ। ਉਹ ਕਿਉਂ ਮਿਸ ਹੋਇਆ? ਕਿਉਂਕਿ ਉਹਦਾ ਭਾਰ ਕੋਈ ਨਹੀਂ। ਜੀ ਬਿਲਕੁਲ ਠੀਕ ਗੱਲ ਸਾਹਿਬ। ਸਾਰੇ ਇਨਸ਼ਾਅੱਲਾ ਹੁਣ ਸਾਰੀ ਮਿਹਨਤ ਕਰਦੇ ਆ। ਫਰੀਦ ਸਾਹਿਬ ਸਾਰੇ ਮਾਦਰਤ ਕਰੋ ਤੇ ਸੀਰੀਅਸ ਹੋ ਕੇ ਮੁਸ਼ਾਇਰੇ ਯਾਰ ਤਿਆਰ ਕਰਕੇ ਨਾ ਸਟਾਕ ਕਰੀਏ। ਬੱਤੀ ਚਲੀ ਗਈ ਯਾਰ ਨਾਜ਼ਰੀਨ। ਬਈ ਮੈਨੂੰ ਕੋਈ ਫਿਕਰ ਨਾ ਹੋਵੇ ਕਿੱਦਾਂ ਕੈਮਰੇ ਲਾਉਣੇ ਆ, ਕਿੱਦਾਂ ਕੀ ਕਰਨਾ ਵਾ, ਕਿੱਦਾਂ ਕੀ ਕਰਨਾ, ਕਿੰਨੇ ਕੱਪੜੇ ਪਾਉਣੇ ਆ, ਕਿੰਨੇ ਕੀ ਲਿਖਿਆ ਵਾ, ਕਿੰਨੇ ਸੈੱਟ ਦੀ ਸਫਾਈ ਕਰਨੀ ਆ, ਕਿੰਨੇ ਲਾਈਟਾਂ ਲਾਉਣੀਆਂ ਨੇ। ਮੈਨੂੰ ਕੋਈ ਫਿਕਰ, ਮੈਨੂੰ ਇਹ ਫਿਕਰ ਹੋਵੇ ਕਿ ਯਾਰ ਮੈਂ ਅੱਧੇ ਘੰਟੇ ਬਾਅਦ ਸੈੱਟ ਤੇ ਮੁਸ਼ਾਇਰੇ ਤੇ ਬਹਿਣਾ। ਸਾਜੀ ਐਨਜੀ ਹੋਏਗਾ ਇਨਸ਼ਾਅੱਲਾ ਉਸਤਾਦ ਜੀ। ਇੱਥੇ ਤੁਸੀਂ ਇਦਾਂ ਬਹਿੰਦੇ ਹੋ, ਸਾਰਾ ਕੁਝ ਮੈਂ ਕਰੋ ਨਾ, ਤੇ ਤੁਹਾਨੂੰ ਮੈਂ ਇਦਾਂ ਭਾਉਣਾ ਕਿ ਮੁਸ਼ਾਇਰੇ ਤੇ ਬਹਿ ਜਾਓ ਯਾਰ, ਤੁਹਾਡੀ ਮਿਹਰਬਾਨੀ। ਇਨਸ਼ਾਅੱਲਾ ਉਸਤਾਦ ਜੀ
ਬਿਹਤਰ ਹੋਏਗਾ ਸਾਰਾ ਕੁਝ ਫਰੀਦ ਬਸ ਸਾਹਿਬ। ਉਹ ਥੋੜੀ ਜਿਹੀ ਅਲਾਈਨਮੈਂਟ ਸਾਡੀ ਸੀਗੀ, ਉਹ ਹੁਣ ਥੋੜੀ ਜਿਹੀ ਠੀਕ ਹੋ ਗਈ ਹੈ, ਇਨਸ਼ਾਅੱਲਾ ਠੀਕ ਹੋ ਜਾਏਗਾ। ਤੁਸੀਂ ਨਾਰਾਜ਼ ਨਾ ਹੋਇਆ ਕਰੋ, ਚਲੋ ਆਪਾਂ ਇਹਨਾਂ ਨੂੰ ਹਸਾਈਏ। ਅੱਲਾ ਖੈਰ ਕਿਤੇ ਸਾਡੀ ਸੱਚ ਚਲੋ ਫਰੀਦ ਉਹ ਠੀਕ ਕਰ ਲਿਆ ਫਰੀਦ ਨੇ ਝੂਠ ਬੋਲਿਆ, ਲਾਈਟ ਹੀ ਬੰਦ ਹੋ ਗਈ। ਫਰੀਦ ਮਾਫੀ ਮੰਗ ਚੱਲ ਉਸਤਾਦ ਜੀ ਕੋ। ਉਹ ਦੂਰ ਜਾਂਦਾ ਉਹਨੇ ਨਹੀਂ ਹੁਣ ਕਿਦਾਂ ਲਾਹੌਰ ਜਦੋਂ ਨਹੀਂ ਮਾਫੀ ਇਹ ਉਸਤਾਦ ਜੀ ਫਰੀ ਸ਼ਹਜ਼ਾਦਾ ਨਹੀਂ ਯਾਰ ਉਹੀ ਗੱਲ ਕਿੱਥੇ ਲਾਹੌਰ ਜਦੋਂ ਨਹੀਂ ਮਾਫੀ। ਲਓ ਜੀ ਮੈਂ ਤੁਹਾਨੂੰ ਸਹੀ ਗੱਲ ਦੱਸਾਂ, ਤੁਸੀਂ ਉਸਤਾਦ ਜੀ ਮੁਹੱਬਤ ਨਾਲ ਸਾਰਿਆਂ ਨੂੰ ਖਰਾਬ ਕੀਤਾ ਵਾ, ਹੁਣ ਭੁਗਤੋ। ਸਾਡੇ ਨਾਲ ਤੁਸੀਂ ਇੰਨੀ ਮੁਹੱਬਤ ਕੀਤੀ ਹੈ, ਸਾਨੂੰ ਲੱਗਦਾ ਹੀ ਨਹੀਂ ਹੈ ਕਿ ਅਸੀਂ ਇੱਥੇ ਕੰਮ ਤੇ ਆਨੇ। ਉਸਤਾਦ ਜੀ ਹੁਣ ਸਾਨੂੰ ਮਾਫੀ ਦਿਓ, ਇਹ ਟੀ ਟਾਈਮ ਕਰਕੇ ਸਾਨੂੰ ਛੁੱਟੀ ਦਿਓ, ਅਸੀਂ ਘਰ ਜਾਈਏ, ਜਾ ਕੇ ਮੁਸ਼ਾਇਰੇ ਤਿਆਰ ਕਰੀਏ। ਕਿਉਂ ਜੀ? ਮਾੜਾ ਬੰਦਾ ਨਾਲੇ ਉਸਤਾਦ ਜੀ ਮਾਫ ਕਰ ਦਿਓ। ਤੁਸੀਂ ਬਾਪ ਹੋ, ਬਾਪ ਸ਼ਫਕਤ ਹੀ ਕਰਦਾ। ਹਾਂ ਬੱਚੇ ਜੋ ਮੈਂ ਮਰਜ਼ੀ ਥੋੜੇ ਦਿਨ ਪਹਿਲੇ ਗੱਲ ਕੀਤੀ ਸੀ ਨਾ ਇੱਕ ਆਪਣੇ ਰੱਬ ਦੀ, ਕਿ ਜਦੋਂ ਔਖਾ ਮੈਂ ਨਾਂ ਲਿਆ ਵਾ ਆਪਣੇ ਮਾਲਕ ਦਾ, ਕੈਸਾ ਇਹਨੂੰ ਕਹਿੰਦੇ ਕਰਮ। ਏਸੀ ਕਿਹਨੇ ਚਲਾਤਾ ਵਾ? ਟਿਕਰੀ ਆਵਾਜ਼ ਆਈ ਬੇਟੋ ਟਿਕ ਦੀ ਆਵਾਜ਼ ਆਈ ਕਿ ਜਦੋਂ ਔਖਾ ਵੇਲਾ ਆਉਂਦਾ ਨਾ ਉਦੋਂ ਪਤਾ ਲੱਗਦਾ ਵਾ ਜੀ। ਠੀਕ ਹੈ ਨਾ। ਹੁਣ ਤੁਹਾਡਾ ਪਿਓ ਆ, ਉਸਤਾਦ ਆ, ਕੋਈ ਇੱਕ ਮਿਸਾਲ ਆ ਉਸਤਾਦ ਜੀ, ਉਹਦਾ ਪਿਆਰ ਉਹਦਾ ਕੋ ਪਿਆਰ ਲਈ ਜਾ ਰਹੇ ਆ, ਉਹਦੇ ਕੋ ਖਾਣ ਪੀਣ ਨੂੰ ਵੀ ਲਈ ਜਾ ਰਹੇ, ਉਹਦੇ ਕੋ ਖਰਚਾ ਵੀ ਲਈ ਜਾਂਦੇ, ਉਹਦੇ ਕੋ ਮਾੜੀ ਚੰਗੀ ਮਨਾਈ ਵੀ ਜਾ ਰਹੇ। ਤੇ ਆਪਣੇ ਵੱਲੋਂ ਤੁਸੀਂ, ਮੈਂ ਆਪਣੇ ਬਾਪ ਨਾਲ, ਉਸਤਾਦ ਨਾਲ, ਮਾਂ ਨਾਲ ਬਹੁਤ ਪਿਆਰ ਕਰਦਾ ਜੀ। ਉਸਤਾਦ ਜੀ ਤੇ ਜਦੋਂ ਚਾਰ ਬੰਦਿਆਂ 'ਚ ਕਿਤੇ ਬਾਹਰ ਖਲੋਤੇ, ਉਹਨੇ ਆਪਣਾ ਹੱਕ ਜਤਾਇਆ ਕਿ ਕੋਈ ਗੱਲ ਆਈ, ਉਹਨੇ ਕਿਹਾ ਤੇਰੀ ਠਾ। ਤੇ ਹੁਣ ਪੁੱਤਰ ਨੇ ਵੇਖਣਾ ਇੱਧਰ ਵੀ ਮੇਰੇ ਯਾਰ ਦੋਸਤ ਖੜੇ, ਇੱਧਰ ਵੀ ਖੜੇ, ਬੰਦਿਆਂ ਦੇ ਸਾਹਮਣੇ ਪਿਓ ਨੇ, ਉੱਥੇ ਪਤਾ ਲੱਗਣਾ ਹੈ ਕਿ ਤੂੰ ਕਿੰਨਾ ਕੁ ਪਿਆਰ ਕਰਦਾ ਪਿਓ, ਔਰ ਤੂੰ ਉਹਨੂੰ ਕਿੰਨਾ ਕੁ ਹੱਕ ਦਿੱਤਾ ਪਿਓ ਹੋਣ ਦਾ। ਬਿਲਕੁਲ ਸਹੀ ਗੱਲ ਹੈ ਉਸਤਾਦ ਜੀ। ਉਹ ਨਾ ਤੁਹਾਡੀ ਗੱਲ ਕਿ ਤੁਸੀਂ ਸ਼ਫਕਤ ਕੀਤੀ ਨਾ, ਅਸੀਂ ਉਸ ਲਾਈਨ ਤੇ ਹੀ ਚੱਲੇ, ਅਸੀਂ ਜ਼ਿੰਮੇਵਾਰੀ ਨੂੰ ਸਮਝੇ। ਲੇਕਿਨ ਤੁਸੀਂ ਸਿਰਫ ਸ਼ਫਕਤ ਹੀ ਲਈ ਨਾ, ਮੈਂ ਗਾਲ ਵੀ ਬਹੁਤ ਵਾਈ, ਉਹ ਤੇ ਅਸਰ ਨਹੀਂ ਹੋਈ ਤੁਹਾਡੇ ਤੇ। ਉਹ ਚੰਗੇ ਭਲੇ ਠੰਡੇ ਹੁੰਦੇ ਆ, ਤੂੰ ਐ ਹਲਕਾ ਜਿਹਾ ਨੀਵੇਂ ਸੁਣਦਾ। ਹਮਨੇ ਆਪਕੋ ਨਾਲੇ ਹੁਣ ਸਾਜੀ ਫਰੀਦ ਨੂੰ ਨਾ ਇੰਨਾ ਝਿੜਕਿਆ ਕਰੋ, ਵੱਡਾ ਫਨਕਾਰ ਹੋ ਗਿਆ, ਅੱਲਾ ਮਾਫੀ ਦੇਵੇ, ਵੱਡੀ ਦੁਨੀਆ ਹੋ ਗਿਆ। ਇੱਕ ਸ਼ੋਅ ਕਰਕੇ ਆਇਆ, ਲੋਰ ਥਰਥੱਲੀ ਮਚਾ ਆਇਆ। ਓਏ ਤੁਹਾਡੀਆਂ ਜੁੱਤੀਆਂ ਦਾ ਸਦਕਾ, ਪੁੱਛੋ ਵੱਡੇ ਵੱਡੇ ਫਨਕਾਰ ਸ਼ਾਨ ਸਾਹਿਬ ਆਟੋਗ੍ਰਾਫ ਲੈਣ ਲਈ ਗਏ। ਤੁਹਾਡੀਆਂ ਜੁੱਤੀਆਂ ਦਾ ਸਦਕਾ ਤੇ ਇਹਦਾ ਸਿਰ ਥਰਤਲੀ ਵਿੱਚ ਆਇਆ ਭਾਈ, ਜਿੱਥੇ ਕਰਨਾ ਸ਼ੋਅ ਉੱਥੇ ਗਿਆ ਹੀ ਨਹੀਂ, ਪਰ ਕਿਤੇ ਕਰ ਆਇਆ। ਕਹਿੰਦੇ ਕਿਤੇ ਮੇਰਾ ਸ਼ੋਅ ਕਰ ਕਹਿੰਦੇ ਆ ਜਾ ਯਾਰ, ਸ਼ੋਅ ਸ਼ੁਰੂ ਹੋਣ ਵਾਲਾ, ਤੂੰ ਹਾਜੀ ਕੈਂਪ ਹੀ ਫਿਰੀ ਜਾ ਰਹੇ ਹੋ। ਉੱਥੇ ਸਾਜੀ ਲੰਡਾ ਲੱਗਦਾ ਨਾ, ਉੱਥੇ ਸ਼ਰਟਾਂ ਉਹ ਦੇਖ ਭਾਜੀ ਪਹਿਲੇ ਤਾਂ ਲਾਰੀ ਅੱਡੇ ਗਿਆ ਨਾ, ਇਮਰਾਨ ਖਾਨ ਨੇ ਬਣਾਇਆ ਨਹੀਂ ਉੱਥੇ, ਉੱਥੇ ਐਂਟਰੀ ਕਰ ਆਇਆ ਆਪਣੀ। ਨਹੀਂ ਰਕਸ਼ਾ ਹੀ ਸਿੱਧਾ ਲੈ ਗਿਆ ਸੈੱਟ ਤੇ, ਕਹਿੰਦਾ ਲਓ ਜੀ ਕਿਰਾਇਆ ਦਿਓ ਪਹਿਲੇ 200 रुपया, ਫਿਰ ਐਂਟਰੀ ਸ਼ੁਰੂ ਕਰੀਏ। ਉਹ ਯਾਰ ਬੱਚਾ ਆਪਣਾ ਨਾਲ ਲੈ ਗਿਆ, ਉਹਨੂੰ ਲੈ ਕੇ ਕਹਿੰਦਾ ਭੱਟ ਸਾਹਿਬ ਕੀ ਗੋਦ ਵਿੱਚ ਬੈਠੋ, ਮੈਂ ਐਂਟਰੀ ਕਰ ਲੂੰ। ਘਰ ਦੇ ਵੀ ਲੈ ਗਿਆ ਨਾਲ। ਮਿੰਟ ਦੀ ਐਂਟਰੀ ਤੇ ਸੈੱਟ ਪੂਰਾ, ਸਾਰੀ ਆਡੀਅנס ਬੈਠੀ ਹੈ ਤੇ हर 2 मिनट बाद वो जिन्हों बुला रहे हैं ना, तो जी तुसी आप कहाँ से आए हैं? मैं फरीद की फुप्पो हूँ। उन्हें पिछों एक बंदे ने कहा जी तू, उन्हें कहा जी मैं भी ब्याह नाल। ऐसा उन्होंने 20 मिनट बाद एंकर नूं ते चैनल वालों नूं पता लगा कि इन्हां चों एक भी बंदा बाहर दा नहीं है, सारे इहदे घर दे ही आ। 1000 ਬੰਦਾ ਫਰੀਦ ਦੇ ਮਹੱਲੇ ਦੇ ਬੈਠਾ, 10-15 ਦਾ ਨਾਮ ਨਹੀਂ ਲਿਆ, ਉਹ ਧਰਨਾ ਦੇਣ ਲੱਗੇ ਉੱਥੇ ਹੀ। ਉਹਨੇ ਪਹਿਲੇ ਦਿਨ ਹੀ ਸ਼ੋਅ ਬੰਦ ਕਰਾਤਾ। ਯਾਰ 1 ਮਿੰਟ ਦੀ ਐਂਟਰੀ ਹੈ ਤੇ ਡਾਇਰੈਕਟਰ ਨੂੰ ਕਹਿ ਰਿਹਾ ਛਤਰੀ ਮੇਰੇ ਤੇ ਕਰ ਯਾਰ। ਆਹੋ ਫਰੀਦ ਭਾਈ ਕੈਸਾ ਰਿਹਾ ਤੁਹਾਡਾ ਐਕਸਪੀਰੀਅੰਸ? ਉਹ ਰਿਹਰਸਲ ਕਰ ਰਿਹਾ ਰੋਣੇ ਦੀ, ਰੋਣੇ ਦੀ ਰਿਹਰਸਲ। ਫਰੀਦ ਚੱਲ ਮਾਫੀ ਮੰਗ ਯਾਰ, ਬਾਜੀ ਬਾਪ ਕੋ ਗਲਤੀ, ਬੱਚਿਆਂ ਕੋ ਗਲਤੀਆਂ ਹੋ ਹੀ ਜਾਂਦੀਆਂ, ਬਾਪ ਨੇ ਸ਼ਫਕਤ ਹੀ ਕਰਨੀ ਹੈ, ਬੱਚੇ ਕੋ ਜੋ ਮਰਜ਼ੀ ਕਰਨਾ, ਮਾਫੀ ਮੰਗ। ਚੱਲ ਮਾਫੀ, ਚੱਲ ਬਸ, ਚੱਲ ਛੁੱਟੀ ਕਰ ਜਾ ਤੂੰ ਤਾਂ, ਤੇਰੇ 4 ਤੇ ਛੁੱਟੀਆਂ ਹੋਈਆਂ ਵਾ, 8 ਤੋਂ ਬਾਅਦ ਮੰਗੀ ਦੀ ਮਾਫੀ। ਚਲੋ ਯਾਰ ਸਾਜੀ ਹੋਰ ਤੂੰ ਕੋਈ ਗੱਲ ਮਾਫੀ ਮੰਗਣ ਦੇ। ਉਸਤਾਦ ਜੀ ਅੱਜ ਇਜਤਮਾਈ ਮਾਫੀ ਦੇ ਦਿਓ ਸਾਨੂੰ। ਉਹ ਕਹਿੰਦੇ ਗੂਠਾ ਮੂੰਹ ਚ ਪਾ, ਨੱਕ ਟੁੱਟਾ ਵਾ। ਸਾਡੀ ਅੱਜ ਇਜਤਮਾਈ ਮਾਫੀ ਦੇ ਦਿਓ ਸਾਨੂੰ। ਨਾਲੇ ਉਸਤਾਦ ਜੀ ਫਲੇਵਰ ਬੜਾ ਅੱਛਾ, ਮੈਨੂੰ ਖੁਸ਼ਬੂ ਬੜੀ ਪਿਆਰੀ ਲੱਗਣ ਰਹੀ ਹੈ। ਮੈਂ ਇਦਾਂ ਦੇ ਕੰਮ ਕਰਦਾ ਨਹੀਂ ਕਿ ਮੈਂ ਤੁਹਾਡੇ ਕੋਲ ਵੇਪ ਚੁੱਕਣਾ ਵਾ ਤੁਹਾਡਾ। ਦੁਖੀ ਹੋ ਗਿਆ ਸਰ। ਲੈ ਮੈਂ ਪਾਵੇ ਸਰਾਣੇ ਦੁਖੀ ਹੋ ਗਈ। फरीद इनोसेंट, पोलाइट, हम्बल और फंबल, माशाल्लाह बड़ा अच्छा इंसान है यार, शहजादा बंदा वा यार। भाजी एंट्री करके अग लाया उथे, पता की गल है, सिगरेट ਚੱਲਦਾ ਛੋਟਾ ਆਇਆ ਸੀ ਨਾ ਤੇ ਅੱਗ ਲੱਗ ਗਈ। ਇਹ ਫਰੀਦ ਦੇ ਦੌਰ ਚ ਅਸੀਂ ਜੀ ਰਹੇ ਹਾਂ। ਉਸਤਾਦ ਸ਼ੋਰਾ ਹੋਇਆ ਵਾ, ਇਹ ਫਰਸਤੂ ਆ। फरस्तू की फरीद फरस्तू यार, देखो उसकी आंखें भीग जाती हैं। लोग कह रहे ने कि मैं मिठे दा शागिर्द होना। ਉਹ ਕੌਣ ਆ? ਉਹ ਯਾਰ ਇੱਕ ਮੁੰਡਾ ਮੇਰੇ ਮਗਰ ਪਿਆ ਵਾ, ਕਸਮੇ ਤੂੰ ਕਮੈਂਟ ਪੜ, ਉਹ ਤੂੰ ਵੀ ਤਾਂ ਕਮੈਂਟ ਪੜਦਾ ਹੀ ਆ। ਹਾਂਜੀ ਠੀਕ ਹੈ ਨਾ, ਤੇ ਤੂੰ ਪੜਿਆ ਤੇ ਕਰਨਾ।
ਮੈਂ ਕਮੈਂਟ ਉਸਤਾਦ ਜੀ ਬਹੁਤ ਘੱਟ ਪੜਦਾ, ਬਹੁਤ ਘੱਟ। ਇਹਦਾ ਸ਼ਾਗਿਰਦ ਆਹ ਤੈਨੂੰ ਪਤਾ ਨਹੀਂ ਪਤਾ ਹੁੰਦਾ ਇਹਨੇ ਆ ਕਰਨੇ ਆ। ਨਹੀਂ ਉਸਤਾਦ ਜੀ ਪਤਾ ਕੀ ਗੱਲ ਹੈ, ਮੈਂ ਨਾ ਆਪ ਤੇ ਲਿਖ ਕੇ ਦੇਣਾ, ਤੂੰ ਕਾਹਤੋਂ ਪੜ੍ਹਨੇ। ਹਾਲਾਂਕਿ ਜਿਹੜਾ ਕਮੈਂਟ ਹੈ ਸਾਰੇ ਪੜ੍ਹਦਾ ਹੈ, ਇਹਨੂੰ ਪਤਾ ਵਾ, ਇਹਨੂੰ ਹੋਰ ਕਹੀ ਯਾਰ ਇਕੱਠੇ ਕਰ, ਇਕੱਠੇ 2 4 5 10 ਇਕੱਠੇ ਕਰਿਆ ਕਰ, ਇੱਕ ਕਰਕੇ ਚੁੱਪ ਨਾ ਰਿਹਾ ਕਰ। 1000 ਕਮੈਂਟ ਦੇ ਵਿੱਚ ਤੇਰਾ ਕੀ ਪਤਾ ਲੱਗਣਾ, ਇਕੱਠੇ ਕਰ। ਉਹ ਫਿਰ ਲੈਣ ਲਾ ਦਿੰਦਾ, ਮੈਂ ਮਿੱਠੇ ਕਾ ਸ਼ਾਗਿਰਦ ਹੋਣਾ ਹੈ, ਮੈਂ ਮਿੱਠੇ ਕਾ ਸ਼ਾਗਿਰਦ ਹੋਣਾ। ਦੋਸਤਾ ਮੈਨੂੰ ਮਾਫੀ ਦੇ ਦੇ, ਮੈਂ ਤਾਂ ਤੈਨੂੰ ਜਾਣਦਾ ਮੇਰੀ ਕੌਣ ਆ ਬਿਰਿਆ, ਇੱਥੇ ਸਾਡਾ ਆਪਣਾ ਰੌਲਾ ਬੜਿਆ ਹੋਇਆ ਵਾ। ਨਹੀਂ ਤੇ ਕਰ ਲਾ ਸ਼ਾਗਿਰਦ, ਉਹਨੇ ਸਿੱਖਣਾ ਕੀ ਤੇਰੇ ਉਹ ਕੋਲ। ਨਹੀਂ ਸਾਜੀ, ਇਹਦੇ ਨਾਲ ਉਹ ਉਸਤਾਦ ਕਮਰ ਚੂਹੇ ਪਕੜਨੇ ਵਾਲੇ ਦਾ ਹੋ ਜਵੇ, ਇਹਦਾ ਨਾ ਹੋਵੇ। ਯਾਰ ਉਹ ਵੇਲਾ ਮੈਂ ਉਹਦਾ ਕਾਰਡ ਮੈਂ ਦੱਸਿਆ ਸੀ ਤੇ ਉਹ ਕੈਸਾ ਹੋਇਆ ਨਾ, ਉਹਨੇ ਫਰੀਦ ਦਾ ਫੋਨ ਹੀ ਚੁੱਕਿਆ ਭਾਈ, ਅੱਗੇ ਫਰੀਦ ਕਰਦਾ ਚੂਹੇ ਫੜਦਾ ਵਾ। ਹਾਂਜੀ ਸਾਜੀ, ਉਹ ਤੇ ਬੜੇ ਬੜੇ ਚੈਨਲਾਂ ਤੇ ਉਹਨੂੰ ਗੈਸਟ ਬੁਲਾ ਰਹੇ। ਅੱਛਾ ਜੀ, ਹਾਂਜੀ ਭਾਜੀ ਉਹ ਅਸੀਂ ਵੀ ਯਾਰ ਕਹਿੰਦੇ ਕੀ ਦੌਰ ਆ ਗਿਆ ਯਾਰ। ਜਾਨੀ ਕੀ ਚਾਹ ਉਹਨੂੰ ਬੁਲਾਈਏ, ਫਰੀਦ ਭਾਈ ਅੱਗੋਂ ਕਾਲ ਕਰਦੇ ਰਹੇ, ਉਹਨੇ ਚੁੱਕੀ ਨਹੀਂ। ਉਹਦੇ ਵਾਲਦ Busy ਸਾਹਿਬ ਬਹੁਤ ਆ। ਉਹਦੇ ਵਾਲਦ ਸਾਹਿਬ ਦੀ ਇੰਟਰਵਿਊ ਆਇਆ, ਕਹਿੰਦੇ ਮੈਂ ਇਹਨੂੰ ਖੋਟਾ ਸੀਗਾ ਕਰਾ ਦਿੱਤਾ ਸੀ ਆਪਣੇ ਬੱਚੇ ਨੂੰ, ਘਰ ਰੱਖਿਆ ਸੀ ਕਿ ਜਾਂ ਸਿਰਫ ਸਬਜ਼ੀ ਲਿਆ ਜਾਂ ਘਰ ਦਾ ਸਾਧਨ ਸੁਣ ਲਿਆ ਤੇ ਕਹਿੰਦੇ ਉਹਨੇ ਭਾਈ ਕਾਰਡ ਚੇਦੇ ਨਾਲ ਕਾਰਡ ਛਪਿਆ ਉਹਦਾ, ਉਹ ਵਾਇਰਲ ਹੋ ਗਿਆ। ਕਹਿੰਦੇ ਭਾਈ ਚੈਨਲਾਂ ਨੂੰ ਸਾਹ ਹੀ ਨਹੀਂ ਆਉਣ ਡਿਆ। ਉਹਨੇ ਫਰੀਦ ਦੀ ਕਾਲ ਨਹੀਂ ਚੁੱਕੀ, ਫਰੀਦ ਹਾਲਾਂਕਿ ਅੱਗ ਲਾ ਕੇ ਆਇਆ ਵੇਲੇ ਪੀਐਨ ਤੇ। ਲੋਰ ਤੈਨੂੰ ਪਤਾ ਫਰੀਦ ਹੋਈ ਪਈ। ਪੀਣ ਤੇ ਕਿਦਾਂ ਅੱਗ ਲਾਇਆ ਹੈ? ਉਹ ਹੁਣ ਤੱਕ ਬੁਝਾਉਂਦੇ ਭਾਜੀ। ਕਿਉਂ? ਵੈਸੇ ਲੈਟ ਠੋਡਾ ਮਾਰਿਆ, ਲੈਟ ਉੱਤੇ ਡੈ ਕੇ ਖਲੀਦ ਦੇ। फरीद भाई आप दुखी ना हो, बाप तो डांटते हैं, डांटा भी सही जवाब पे आप इजी हो जाए, ਮਿੰਟ ਦੀ नाराज नहीं होते। ਮਿੰਟ ਦੀ ਇੰਟਰੀ ਹਾਊਸ। ਉਹ ਬੱਸ ਕਰ ਦੇ ਤੂੰ। ਹਾਂਜੀ 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 ਤੁਸੀਂ ਦੱਸੋ ਗਾਲੀ ਉਹਦਾ ਸਾਇਲੈਂਟ ਤੇ ਲਾਇਆ ਸੀ। ਸਾਇਲੈਂਟ ਤੇ ਸਾਜੀ ਮੈਨੂੰ ਤੈਨੂੰ ਪਤਾ ਹਰਾਮ ਖਾਣਾ ਕਿਹਨੂੰ ਕਹਿੰਦੇ? ਇਹਦੇ ਪਤਾ ਤੈਨੂੰ? ਇਹਦੇ ਦੇਖ ਕੇ ਨਹੀਂ ਮੇਰੀ ਗੱਲ ਸੁਣ, ਤੂੰ ਜੇ ਇੱਕ ਜਗ੍ਹਾ ਤੇ ਤੂੰ ਕੋਈ ਚੀਜ਼ ਲੈਣ ਜਾਵੇਂ, ਹਾਂਜੀ ਠੀਕ ਹੈ, ਹਰਾਮ ਖਾਣਾ ਯਾਨੀ ਕਿ ਕਿਹਨੂੰ ਕਹਿੰਦੇ, ਹਰਾਮ ਕਿਹਨੂੰ ਕਹਿੰਦੇ ਸਾਜੀ? ਹਾਂ ਕਿਹਨੂੰ ਕਹਿੰਦੇ? ਆ ਛੁੱਟੀਆਂ ਜੀ ਪਤਾ ਚੱਲਿਆ, ਛੁੱਟੀਆਂ ਤੋਂ ਬਾਅਦ। ਨਹੀਂ ਛੁੱਟੀਆਂ ਨੂੰ ਨਹੀਂ ਕਹਿੰਦੇ, ਹਾਂਜੀ ਇਹ ਛੁੱਟੀਆਂ ਨੂੰ ਹਰਾਮ ਖਾਣਾ ਨਹੀਂ ਕਹਿੰਦੇ। ਛੁੱਟੀਆਂ ਹੋ ਜਾਂਦੀਆਂ, ਅਗਲੇ ਨੂੰ ਮਾਲਕਾਂ ਤੱਕ ਨੂੰ ਵੀ ਕਿਤੇ ਵੀ ਨਹੀਂ ਗਿਣਨਾ ਤੇ ਦੱਸਣ ਪੁੱਛਣ ਤੋਂ ਬਗੈਰ ਜੇ ਉਹਦਾ ਫੋਨ ਆ ਜੇ ਤੇ ਕਹਿਣਾ ਕਿ ਮੈਂ ਨਹੀਂ ਆਉਣਾ, ਨਹੀਂ ਤੇ ਬੈਠੇ ਆ ਘਰ। ਤੂੰ ਕਾਤੋਂ ਯਾਰ ਇਦਾਂ? ਨਹੀਂ ਮੈਂ ਤੈਨੂੰ ਗੱਲ ਕਰ ਰਿਹਾ, ਤੂੰ ਜੋ ਕਿਸੇ ਨੂੰ ਕਵੇ ਕਿ ਭਾਈ ਨਾ 100 ਰੁਪਏ ਦੀ ਮੈਨੂੰ ਮੂੰਗਫਲੀ ਦੇ ਦਿਓ, ਉਹ 100 ਲੈ ਕੇ ਕਵੇ ਦੌੜ ਜਾ ਹੈ ਨਹੀਂ ਮੂੰਗਫਲੀ, 100 ਵੀ ਰੱਖ ਲਵੇ, ਤੂੰ ਘਰ ਆ ਕੇ ਸੋਚੇਂਗਾ ਨਾ ਇਹਨੇ ਹਰਾਮ ਖਾਦਾ ਮੇਰਾ, ਕਿੰਨਾ ਗੋਸ਼ੀ ਕਹੂੰਗਾ ਸਾਜੀ ਕਿ 100 ਮੇਰਾ ਹਰਾਮ, ਹਾਂਜੀ। ਕਿੰਨਾ ਕੁ ਦੁਖੇਗਾ ਤੈਨੂੰ 100 ਹੈ? ਤੇ ਜਿਹੜਾ 3-4 ਹਜ਼ਾਰ ਰੋਜ਼ ਦਾ ਬੰਦਾ ਖਾਂਦਾ ਹੋਵੇ ਕਿਸੇ ਦਾ, ਉਹ ਕਿੱਡਾ ਕੁ ਹਰਾਮ ਖਾਣ ਵਾਲਾ ਹੋਊਗਾ? ਔਰ ਬਗੈਰ ਦੱਸਿਓ ਪੁੱਛਿਓ। ਹਾਂਜੀ ਹੈ ਸਾਜੀ ਕੋਈ ਕਲਮਾ ਹੁੰਦਾ ਤੈਨੂੰ? ਕਲਮਾ ਬਿਸਮਿਲ੍ਲਾ ਸੁਣਾ, ਬਿਸਮਿल्लाह साजी ये ਪੂਰੀ ਬਿਸਮਿਲ੍ਲਾ ਸੁਣਾ ਨਾ। बिस्मिल्लाहिर्रहमानिर्रहीम। ਹਾਂ कलमा सुना। किन्ने साजी? पहला पहला के दूसरा? पहला पहला कलमा तैयब, तैयब मैंने पाक ला इलाहा इल्लल्लाह मुहम्मद रसूल। लो जी ऐ ते अज मुक्का कर। मुबारक होवे भाई। अच्छा हुण ऐ बंदे नूं कलमा क्यों पढ़ाया? क्योंकि तू पता नहीं कितों दा पढ़िया होना। नहीं ताजी हर टाइम बंदा पढ़दा अपना जिक्र जेड़ा वो ताजी करदा ही रहंदा, करदा होना जिक्र। ते ਇਹਦਾ ਅੱਗੇ ਵੀ ਸਿਸਟਮ ਆ। ਹੁਣ ਇਹ ਹੁਣ ਤੇ ਮੈਂ ਹਰ ਤਰੀਕੇ ਨਾਲ ਸਮਝਾ ਲਿਆ। ਹੁਣ ਮੈਂ ਤੈਨੂੰ ਇਹ ਵੀ ਇੱਕ ਇਹ ਨਾ ਸਮਝੀ ਕਿ ਉਸਤਾਦ ਨੇ ਹੁਣ ਇਸ ਤਰੀਕੇ ਨਾਲ, ਕਿਉਂਕਿ ਬਾਕੀ ਮੈਂ ਜ਼ਮਾ ਲਏ ਸਾਰੇ। ਹੁਣ ਇਹ ਰਹਿ ਗਿਆ ਸੀ ਇੱਕ ਕਿ ਐਜ਼ ਏ ਮੁਸਲਮ ਸ਼ਾਇਦ ਠੀਕ ਹੈ ਨਾ, ਭਾਵੇਂ ਜਦੋਂ ਤੁਸੀਂ ਕਿਤੇ ਕੰਮ ਕਰ ਰਹੇ ਹੋ ਨਾ ਤੇ ਤੁਹਾਨੂੰ ਉੱਥੇ ਪੈਸੇ ਮਿਲ ਰਹੇ ਹੈ, ਠੀਕ ਹੈ ਜੀ, ਤੇ ਤੁਸੀਂ ਜਦੋਂ ਬਗੈਰ ਦੱਸਿਓ ਪੁੱਛਿਓ ਛੁੱਟੀ ਕਰਨੀ ਹੈ ਨਾ, ਤੇ ਇਹਦਾ ਭਾਵੇਂ ਉਹ ਤੁਹਾਨੂੰ ਕੁਝ ਕਹਿ ਰਿਹਾ ਨਹੀਂ ਕਹਿ ਰਿਹਾ, ਭਾਵੇਂ ਉਹ ਤੁਸੀਂ ਕਿਸ ਤਰ੍ਹਾਂ ਤੁਹਾਨੂੰ ਹੁੰਦਾ ਮੈਨੂੰ ਨਹੀਂ ਸਮਝ ਆਉਂਦੀ। ਤੁਸੀਂ ਕਿੱਦਾਂ ਮਤਲਬ ਉਹ ਪੈਸੇ ਤੁਸੀਂ ਮਹੀਨੇ ਬਾਅਦ ਉਹ ਛੁੱਟੀਆਂ ਦੇ ਵੀ ਕਿੱਦਾਂ ਲੈ ਕੇ ਘਰ ਚਲੇ ਜਾਂਦੇ ਹੋ? ਮੈਨੂੰ ਇਹ ਸਮਝਾਓ। ਉਹ ਵੀ ਬਗੈਰ ਦੱਸਿਓ। ਤੂੰ ਮੈਨੂੰ ਕਹੇ ਉਸਤਾਦ ਜੀ ਮੈਂ 3 ਦਿਨ ਨਹੀਂ ਆਉਣਾ, ਹਾਂਜੀ ਮੈਨੂੰ ਕੰਮ ਆ, ਮੈਂ ਤੈਨੂੰ ਕਹਾਂ ਅੱਛਾ ਯਾਰ ਇਦਾਂ ਕਰ, ਇਹਨੇ ਨਹੀਂ ਨਾ ਆਉਣਾ 3 ਦਿਨ, ਤੇ ਤੂੰ ਇਦਾਂ ਕਰ ਪਹਿਲੇ 2 ਦਿਨ, ਇਹ ਵੀ 3-4 ਦਿਨ ਪਹਿਲੇ ਦੱਸੀਦਾ ਹੁੰਦਾ। ਹਾਂਜੀ ਉਹ ਦੱਸਣਾ ਪਹਿਲੇ 3-4 ਦਿਨ ਪਹਿਲੇ ਦੱਸੀਦਾ। ਉਸ 3-4 ਦਿਨ ਚ ਅਸੀਂ ਤੇਰੇ 3-4 ਟੀ ਟਾਈਮ ਰਿਕਾਰਡ ਕਰ ਲਿਆ। ਬਿਲਕੁਲ ਤੂੰ 3 ਛੁੱਟੀਆਂ ਕਰ ਲਾ, ਕਿਉਂਕਿ ਤੂੰ ਜਿਹੜਾ ਉਹਨਾਂ 3 ਦਿਨਾਂ ਦੇ ਤੇਰੇ ਪੈਸੇ ਨਾ ਤੂੰ ਉਹ ਪਹਿਲੇ ਕਰ ਗਿਆ। ਖੁਦਾ ਨਾ ਖਾਸਤਾ ਹਾਦਸਾ ਐਸਾ ਹੋ ਗਿਆ ਕਿ ਤੈਨੂੰ ਛੁੱਟੀ ਕਰਨੀ ਪੈ ਗਈ, ਠੀਕ ਹੈ। ਉਹਦੇ ਵਿੱਚ ਭਾਵੇਂ ਤੁਹਾਨੂੰ 6 ਵਜੇ ਫੋਨ ਕਰ ਲਈਏ, ਸ਼ਾਮ ਨੂੰ 7 ਵਜੇ ਕਰ ਲਈਏ, 8 ਵਜੇ ਕਰ ਲਈਏ, 4 ਦਿਨ ਬਾਅਦ ਵੀ ਕਰੀਏ, ਅਸੀਂ ਕਰਨਾ ਵਾ। ਤੁਸੀਂ ਨਹੀਂ ਜ਼ਹਿਮਤ ਕਰਨੀ ਕਿ ਮੈਂ ਅਗਰ 2 ਵਜੇ ਪਹੁੰਚਣਾ ਸੀ ਤੇ ਮੇਰੇ ਸੱਟ ਲੱਗ ਗਈ ਹੈ ਤਾਂ ਮੇਰੀ ਇਹ ਜ਼ਿੰਮੇਵਾਰੀ ਹੈ ਕਿ ਮੈਂ ਕਹਾਂ ਉਸਤਾਦ ਜੀ ਮੈਂ ਅੱਜ ਨਹੀਂ ਜੀ ਆਉਣਾ, ਆਪਣਾ ਇੰਤਜ਼ਾਮ ਕਰ ਲਓ, ਆ ਦੇਖੋ ਮੇਰੇ ਸੱਟ ਲੱਗ ਗਈ ਆ, ਮੈਂ ਕੋਸ਼ਿਸ਼ ਕਰਾਂਗਾ, ਜੇ ਨਾ ਆਇਆ ਗਿਆ ਤਾਂ ਮੈਂ ਇਦਾਂ ਕਦੀ ਤੂੰ ਕੀਤਾ? ਤੇ ਫਿਰ ਹਾਂਜੀ ਤੁਸੀਂ ਪੁੱਛਿਆ ਵੀ ਨਹੀਂ ਨਾ ਇਹ ਤੇ ਹਰਾਮ ਯਾਰ ਮੈਂ ਤੁਹਾਡੇ ਸਾਹਮਣੇ ਮੈਂ ਤਾਜੀ ਕਿਸੇ ਨੇ ਵੀ ਨਹੀਂ, ਨਾ ਫਰੀਦ ਨੇ ਨਾ ਯਾਰ ਇਹ ਕਿਉਂ ਪੁੱਛਣ ਤੈਨੂੰ ਯਾਰ? ਉਹ ਇਹ ਤੈਨੂੰ ਕਹਿੰਦਾ ਕਿਉਂ ਮੇਰਾ ਪੁੱਛਣ? ਪਤਾ ਨਹੀਂ ਲਿਆ। ਪੁੱਛ ਲੈਣਾ ਮੈਂ ਨਹੀਂ ਇਹਨਾਂ ਨੂੰ ਯਾਰ ਤੇਰਾ ਪਤਾ ਤਦ ਲੈਂਦਾ ਜਦੋਂ ਕੋਮੇ ਚ ਹੁੰਦਾ, ਫੋਨ ਕਰਨ ਜੋਗਾ ਵੀ ਨਾ ਹੁੰਦਾ।
ਤਾਜੀ ਕੋਮਿਆਂ ਦਾ ਹਿਸਾਬ ਦਰਦ ਓਏ, ਸਹੀ ਸੀ ਵਿੱਚ ਤੇ ਬੰਦਾ ਹੋ ਤਾਂ- ਜਾਵੇ ਯਾਰ ਇਹ ਤੇ ਇੱਕ ਮਿੰਟ ਠਹਿਰ ਜਾਓ ਓਏ, ਤੂੰ ਹੁਣ ਗੱਲ ਹੁਣ ਲੁਕਾਉਣੀ ਨਹੀਂ। ਤੁਸੀਂ ਦੱਸੋ ਭੈਣ, ਕੀ 4 ਦਿਨਾਂ 'ਚ ਇਸ ਕੰਡੀਸ਼ਨ 'ਚ ਨਹੀਂ ਸੀ ਕਿ ਸਾਨੂੰ ਦੱਸ ਸਕਦਾ? ਜੀ ਆਉਣਾ ਚਾਹੀਦਾ, ਇਹ ਆਉਣ ਵਾਲੀ ਵੀ ਕੰਡੀਸ਼ਨ 'ਚ ਐ ਸੀ। ਬਿਲਕੁਲ ਹੈ ਸੀ। ਇਹ ਕਿੰਨੇ ਗਿਆ? ਤੇਰੇ ਅੱਬੂ ਨੇ ਅੱਬੂ ਤੇ ਕਹਿੰਦੇ ਸੀ, ਉਹ ਅੱਬੂ ਤੇ ਜਿੱਦਣ ਪਹਿਲੇ ਦਿਨ ਵੀ ਕਹਿੰਦੇ ਉਸਤਾਦ ਜਿੱਦਣ ਸੋਚ ਪਈ ਮੈਂ ਉਦੋਂ ਵੀ ਕਹਿੰਦੇ ਸਾਜੀ ਤੂੰ ਚੱਲ ਜਾ, ਕੱਲ੍ਹ- ਉੱਥੇ ਬਹਿਣ ਵਾਲਾ ਹੀ ਕੰਮ ਆ। ਯਾਰ ਜਾਰੀ ਫੈਸਲ ਦੀ ਲੱਤ ਅੱਲਾ ਕੀਤਾ, ਮਾਸ਼ਾਅੱਲਾ ਕਹਿਣ ਲੱਗਾ ਹਾਂ। ਫੈਸਲ ਦੀ ਲੱਤ ਟੁੱਟੀ ਸੀ, ਹਾਂਜੀ ਪਲੇਟਾਂ ਪਈਆਂ ਸੀ, 10 ਦਿਨ ਉਹਨੂੰ ਆਪਰੇਸ਼ਨ ਹੋਏ ਸੀ ਤੇ ਉਹ ਲੰਗੜਾਉਂਦਾ ਆਉਂਦਾ ਹੁੰਦਾ ਸੀ, ਹਾਂਜੀ ਆਉਂਦਾ ਹੁੰਦਾ ਸੀ। ਲੱਤ ਲੱਥੀ ਹੋਵੇ ਨਾ, ਉਹਦਾ ਪਤਾ ਇੱਕ ਰੁਟੀਨ ਤੇ ਦਰਦ ਚੱਲੀ ਜਾਂਦੀ ਆ, ਪਤਾ ਵਾ ਉਹ ਮਤਲਬ ਇੱਕ ਲਹਿਰ ਤੇ ਜਿਹੜਾ ਉਹ ਚੱਲਦਾ ਸੌਂਗ। ਤਾਂ ਜੀ ਜਦੋਂ ਦਰਦ ਫੈਲਦੀ ਹੈ ਨਾ, ਫਿਰ ਸਿਰ ਝੂਣ ਲੱਪੀ, ਇੱਧਰ ਆ ਗਈ, ਇੱਥੇ ਆ ਗਈ, ਉਹ ਡਿਸਟਰਬਿੰਗ ਕਰਦੀ ਤਾਂ ਜੀ। ਯਾਰ ਉਹਨੂੰ ਉਸਤਾਦ ਜੀ ਉਹਦੇ ਕਹਿਣ ਦਾ ਇਹ ਤੇ ਇੰਨਾ ਹਰਾਮ ਖਾਂਦਾ, ਹੋਟਲ ਤੇ ਜਾ ਕੇ ਕਹਿੰਦੇ ਕੋਈ ਹਰਾਮ ਪੱਕਿਆ। ਓਏ ਯਾਰ ਬਾਹਰ ਦੇ ਕੋਲ ਕੋਈ ਜੂਸ ਨਹੀਂ ਆਂਦਾ, ਉੱਤੇ ਲਿਖਿਆ ਹੁੰਦਾ ਹਲਾਲ, ਉਹਨੂੰ ਪਰੇ ਕਰਕੇ ਕਹਿੰਦਾ ਹੋਰ ਕੁਤੇ ਯਾਰ। ਕਰਿਆਨੇ ਨੂੰ ਕਹਿੰਦਾ ਯਾਰ ਹਰਾਮ ਦੇ 2 ਪੈਕਟ ਦੇ। ਘਰ ਆ ਕੇ ਬੜੇ ਬੁਰੂ ਕਮੋ ਤਾਲੀ ਹਰਾਮ ਲੈ ਕੇ ਆਇਆ। ਅੱਛਾ, ਇਹਦੇ ਅੱਬੂ ਦਾ ਰੌਲਾ ਚੱਲਦਾ ਵਾ ਇਹਦੇ ਨਾਲ, ਇਹ ਆਪਸ ਦੇ ਵਿੱਚ ਵੀ ਰੌਲਾ। ਉਹਨੇ ਕਿਤੇ ਥਾਣੇ ਜਾ ਕੇ ਕਿਹਾ ਯਾਰ ਮੇਰੇ ਮੁੰਡੇ ਦੇ ਚਰਸ ਪਾਓ ਕਿਸੇ ਤਰੀਕੇ ਨਾਲ, ਉਹਨੇ ਮੈਂ ਚਿੱਤਰ ਮਰਵਾਉਣੇ ਆ। ਇਹਦੇ ਅੱਬੂ ਦਾ ਵੀ ਯਕੀਨ ਨਾ ਕਰੋ। ਐਨ ਸੋਹਣਾ ਬਿਸਤਰਾ ਵਿਛਾ ਕੇ ਉੱਤੇ ਖਾਣਾ ਰੱਖ ਕੇ ਆ ਕੇ ਕਹਿੰਦਾ ਅੱਬੂ ਜੀ ਕਰੋ ਹਰਾਮ। ਯਾਨੀ ਕਿ ਖਾਣਾ ਖਾਓ ਤੇ ਹਰਾਮ ਕਰੋ। ਅੱਛਾ ਕਹਿੰਦਾ ਲੱਤ ਕੱਟੀ ਦੀ, ਸੌਰੀ ਲੱਤ ਟੁੱਟੀ ਦੀ ਨਹੀਂ ਦਰਦ ਅੱਗੇ ਘੱਟ ਕੋਈ ਵਾ। ਗੱਲ ਨਹੀਂ ਸੁਣੀ। ਕਹਿੰਦਾ ਲੱਤ ਕੱਟੀ ਦਾ ਨਾ ਇੱਕ ਕਨਫਰਮ ਹੁੰਦਾ ਕਿ ਵੀ ਇੱਥੇ ਦਰਦ ਹੋਣੀ ਆ, ਇੱਥੋਂ ਕੱਟੀ ਇੱਥੇ ਦਰਦ ਹੋਣੀ ਆ। ਜਿਵੇਂ ਕਹਿੰਦਾ ਉਹ ਗਾਣਿਆਂ 'ਚ ਨਹੀਂ ਉਹ ਜਿਹੜੀ ਲਹਿਰ ਬਣਦੀ ਹਾਂਜੀ ਇੱਕ ਰੁਟੀਨ ਆ, ਅਗਲੀ ਮਿਸਾਲ ਤੁਹਾਡੇ ਨਾਲ ਹਾਂਜੀ। ਜਿਵੇਂ ਗਾਣਿਆਂ 'ਚ ਲਹਿਰ ਬਣਦੀ। ਕਹਿੰਦਾ ਸਰ ਜੀ ਦੇਖੋ ਇਹਨੇ ਆਪਣਾ ਜ਼ਖਮ ਦਿਖਾਇਆ, ਤੁਹਾਨੂੰ ਹੈ ਵੀ ਨਹੀਂ। ਹੈ ਵੀ ਨਹੀਂ। ਇਹ ਦੇਖੋ ਮੇਰੇ ਅੰਦਰੂਨੀ ਸੱਟ ਇਹ ਹੈ ਸਾਰੀ ਨਾ ਬਹੁਤੀ ਸਾਡੀ। ਦਰਦ ਤੇ ਤੂੰ ਬਾਹਰ ਪੱਟੀ ਕਾਤੋਂ ਬੰਨੀ ਹੈ? ਤਾਜੀ ਪੱਟੀ ਹਵਾ ਤੋਂ ਉਹ ਮਤਲਬ ਉਹ ਕਹਿੰਦਾ ਲੈਟ ਵੀ ਨਹੀਂ ਨਹੀਂ ਤਾਂ ਹੁਣ ਪੱਟੀ ਲੱਥ ਵੀ ਗਈ ਤੇ ਤੈਨੂੰ ਕੁਝ ਵੀ ਨਹੀਂ ਤਾਜੀ ਹੋਣਾ। ਹੁਣ ਸ਼ੋਅ ਦਾ ਕਰਕੇ ਮੈਂ ਕਿਹਾ ਉਹ ਤੇ ਲੱਗ 3 ਦਿਨ 4 ਦਿਨ ਪਹਿਲੇ ਸ਼ੋਅ ਦਾ ਕਰਕੇ ਕਰ ਲੈਂਦੇ। ਤਾਜੀ ਉਦੋਂ ਤੇ ਕੰਮ ਸ਼ੁਰੂ ਹੋਇਆ ਸੀ। ਤੁਸੀਂ ਵਾਈਂਡ ਅਪ ਦੇਣਾ ਨੇ, ਇੱਦੇ ਉੱਠ ਕੇ ਘਰ ਜਾਣਾ ਤੁਸੀਂ ਦੇਖਿਓ। ਤੁਹਾਡੇ ਕਦੇ ਵਾਲ ਲੱਥਾ ਕਦੀ ਕਿਸੇ ਦਾ ਇੱਥੋਂ ਬੂਟੇ ਤੋਂ? ਬੜੇ ਲੱਥੇ ਆ। ਮੇਰੇ ਡੇਲੀ ਡਿੱਗਦੇ ਆ ਵਾਲ ਨਹੀਂ ਉਹ ਸਿਰ ਦੇ ਵਾਲ ਆ ਨਾ, ਹੋਰ ਕਿੱਥੋਂ ਦੇ? ਇੱਥੋਂ ਪੁੱਟਿਆ ਗਿਆ, ਉਹ ਬਾਅਦ ਚੋਂ ਆਪਣਾ ਜਿਹੜਾ ਫੈਕਟ ਪਾਉਂਦਾ ਹੁੰਦਾ, ਉਹ ਕਦੀ ਕਿਸੇ ਨੂੰ ਪਾਇਆ ਨਹੀਂ। ਓਏ ਉਸਤਾਦ ਜੀ ਇਹਦਾ ਚਾਈਨਾ ਚਲਾ ਜਾ ਜਾਂ ਮੇਰੇ ਖਿਆਲ ਪੁਰਤਗਾਲ 'ਚ ਜਾਂ ਮਾਲਟਾ 'ਚ, ਇਹ 2-3 ਸ਼ਹਿਰਾਂ ਮੁਲਕਾਂ 'ਚ ਹੀ ਇਹ। ਨਹੀਂ ਹਲੇ ਲਾਲ ਆ ਜੀ। ਭਾਈ ਇੱਕ ਬੰਦੇ ਦਾ ਵਾਲ ਪੱਟ ਹੋਇਆ ਸੀ, ਉਹਨੂੰ ਵਸੀਅਤ ਲਿਖਤੀ ਸੀ, ਉਹਨੇ ਕਿਹਾ ਮੈਂ ਨਹੀਂ ਬਚਣਾ। ਪਾ ਜਾਣਾ। ਤੁਸੀਂ ਦੇਖੋ ਨਾ ਕਿ ਜਦੋਂ ਇਹ ਆਖਰੀ ਵਾਰੀ ਆਇਆ, ਉਸ ਤੋਂ ਪਹਿਲੇ ਵੀ ਜਦੋਂ 6 ਵਜੇ ਆਇਆ, 5 ਵਜੇ, ਅਗਲੇ ਦਿਨ 3-4 ਵਜੇ ਆਇਆ ਜਦੋਂ ਹਸੀਬ ਬੈਠਾ ਸੀ। ਹਸੀਬ ਤੇ ਜਦੋਂ ਇਹਦੀ ਡੀਲ ਹੋਈ ਹੈ, ਹਸੀਬ ਨੇ ਇੱਕ ਗੱਲਬਾਤ ਕੀਤੀ, ਇਹਨੇ ਕਿਹਾ ਜੀ ਕੱਲ ਤੋਂ ਇਦਾਂ। ਉਸ ਦਿਨ ਤੋਂ ਬਾਅਦ ਇਹ ਅੱਜ ਆਇਆ ਜੀ। ਇਹਦੇ ਨਾਲ ਡੀਲ ਕਰੋ ਹੀ ਨਾ ਸਰ। ਜਾ ਵੀ ਹਸੀਬ ਬਹੁਤ ਤੇਰੇ ਵੀ ਹੱਲ ਹੈ। ਤਾਜੀ ਮਾਰਾ ਇਹ ਰੋਡ ਲਾ ਲਾ, ਲੱਤ ਨਾ ਦਰਦ ਕਰਨ। ਰੌਂਡ ਕਿਤੇ ਮਤਲਬ ਕਿਤੇ ਛੱਕਾ ਮਾਰਿਆ। ਅੱਛਾ ਦੂਜੇ ਗੁੱਠ ਨਾਲੋਂ ਆਹ ਜ਼ਿਆਦਾ ਚਮਕਦਾਰ ਲੱਗਣ ਡਿਆ, ਜ਼ਿਆਦਾ ਖੂਬਸੂਰਤ ਲੱਗਣ। ਭਾਈਜਾਨ ਉਹ ਪੱਟੀ ਨਹੀਂ ਘੁੱਟ ਕੇ ਬੰਨੀ ਸੀ, ਤੂੰ ਬੰਨ ਅੱਧੇ ਘੰਟੇ 'ਚ ਤੇਰਾ ਇਹਦਾ ਬੁਰਾ ਹਾਲ ਹੋ ਜਾਣਾ। ਤਾਜੀ ਇੱਕ ਹੋਰ ਵੀ ਹੈ ਇਹਦੇ ਚ ਬੜੀ। ਜਿੱਥੋਂ ਵਾਲ ਤੋੜ ਹੁੰਦਾ ਨਾ, ਉੱਥੇ ਇੱਕ ਚੀਜ਼ ਬਣ ਜਾਂਦੀ ਆ, ਉਹ ਡੈਮੇਜ ਹੋ ਜਾਂਦਾ, ਉੱਥੇ ਪੀਪ ਭਰੀ ਜਾਂਦੀ ਆ, ਉੱਥੇ ਪਤਾ ਲੱਗਦਾ ਇਦਾਂ ਹੀ ਹੁੰਦਾ ਭਾਂ ਜਿੱਥੋਂ ਵਾਲ ਪੁੱਟ ਹੁੰਦਾ, ਉਹ ਪੂਰਾ ਭਰ ਜਾਂਦਾ ਤੇ ਦਾਣਾ ਟੈਪ ਬਣ। ਉਹ ਦੱਸੋ ਮੈਨੂੰ, ਤੁਹਾਨੂੰ ਲੱਗ ਰਿਹਾ ਵਾਲ ਤਾਜੀ ਇੱਕ ਮਿੰਟ ਟਾਰਚ ਤੇ ਵਾਲੋ, ਉਹ ਟਾਰਚ ਨਹੀਂ ਛੋਟੇ ਮੂੰਹ ਕਿਤੇ ਗੁਜ਼ਰੇ। ਮੈਂ ਆਪ ਮੰਨਦਾ ਹਾਂ ਕੋਈ ਸੋਜਨ ਨਜ਼ਰ ਆ ਰਹੀ ਤੈਨੂੰ? ਤਾਜੀ ਮੈਂ ਸੋਜਨ ਇਤਫਾਕ ਕਰਦਾ ਤੁਹਾਡੀ। ਨਹੀਂ ਠਹਿਰ, ਇਤਫਾਕ ਨਾ ਕਰ ਤੂੰ। ਮੁਤਮਿਨ ਨਾ ਤੁਹਾਡੇ ਤੇ ਤਾਜੀ, ਇਹ ਵਾਕਈ ਇਦਾਂ ਹੁੰਦਾ, ਉਹ ਜਿਹੜਾ ਉਹਦਾ ਨਿਸ਼ਾਨ ਜਿਹਾ ਵਾਲ ਦਾ ਮੂੰਹ ਬਣਦਾ ਉਹਦਾ। ਮੂੰਹ ਬਣਦਾ ਤਾਜੀ, ਉਹ ਨਹੀਂ ਹੈ, ਲੇਕਿਨ ਦਰਦ ਜਿਹੜੀ ਹੈ ਨਾ ਉਹ ਵਾਲ ਵਾਲੀ। ਉਹ ਅੱਛਾ ਪੱਟੀ ਇਹਦੇ ਸੱਟ ਵਾਲ ਝੜੇ ਦੇ ਹੋਇਆ ਤੇ ਮੂੰਹ ਇਹਦੇ ਪਿਓ ਨੇ ਬਣਾਇਆ। ਪਾਇਣੇ ਦੇ ਵਾਲ ਝੜ ਹੋਇਆ ਤੇ ਸਾਰੇ ਘਰਦਿਆਂ ਦੇ ਮੂੰਹ ਬਣ ਗਏ, ਇਹਦਾ ਨਹੀਂ ਬਣਿਆ। ਯਾਰ ਅੱਛਾ ਲੋਕੀ ਕਹਿੰਦੇ ਨਾ ਵੀ ਯਾਰ ਸ਼ੁਕਰ ਹੈ ਭਾਈ ਕਦੀ ਹਰਾਮ ਨਹੀਂ ਕਰਦਾ, ਇਹ ਕਹਿੰਦਾ ਹੁੰਦਾ ਸ਼ੁਕਰ ਹੈ ਭਾਈ ਕਦੀ ਹਲਾਲ ਨਹੀਂ ਕਰਦਾ। ਘਰੋਂ ਨਿਕਲਦਾ ਤੇ ਉਹਦਾ ਬੂ ਕਹਿੰਦਾ ਹਲਾਲ ਤੋਂ ਬਚ ਕੇ। ਆਹੋ ਇਹਦਾ ਅੱਬੂ ਨੂੰ ਜਦੋਂ ਇਹਨੂੰ ਪਤਾ ਲੱਗ ਜਾਣਾ ਤਾਂ ਅੱਬਾ ਕਿ ਹਲਾਲ ਖਾ ਗਿਆ, ਤੂੰ ਉਹਨੂੰ ਕਹਿੰਦਾ ਖਾਇਆ ਹਲਾਲ। ਯਾਨੀ ਮਿਹਣਾ ਵਾ। ਆਹੋ ਅਬੂ ਨੇ ਤਾਜੀ ਦੂਸਰੇ ਦਿਨ ਤੱਕ ਗਿਆ, ਉਹਨਾਂ ਨੇ ਚੱਲ ਜਾ ਕੰਮ ਤੇ, ਮੈਂ ਨਹੀਂ ਤਾਜੀ ਕੁਛ ਮੈਂ ਖਰਚਾ ਹੋ ਗਿਆ ਉੱਥੇ ਘਰ ਤੇ ਮੈਨੂੰ ਕਹਿੰਦੇ ਨਾ ਜਾ, ਐਂਟ ਵਾਲੇ ਦਿਨਾਂ 'ਚ ਮੇਰੇ ਕੋਈ 2-4 ਹਜ਼ਾਰ ਮੰਗਣਾ ਹੀ ਤੈਨੂੰ ਦਵਾਂਗਾ ਮੈਂ। ਅੱਛਾ ਇਹ ਹੋਟਲ ਤੇ ਜਾ ਕੇ ਬੰਦੇ ਬੈਠੇ ਹੋਣ ਰੋਟੀ ਖਾਣ ਦੇ, ਉਹਨਾਂ ਨੂੰ ਕਿਹਾ ਡੱਬ ਕੇ ਮਰ ਜਾਓ ਹਲਾਲ ਖਾਣ ਦੇ ਜੇ, ਇਹਦੇ ਦਿਲ 'ਚ ਹਰਾਮ ਖਾਣਾ ਬਿਹਤਰ ਆ। ਯਾਰ ਇੰਨਾ ਨਹੀਂ ਖਾਈਦਾ ਹੁੰਦਾ, ਥੋੜਾ ਖਾ ਲੈ। ਉਹ ਪੱਟੀ ਫਰੀਜ਼ਾ ਉਤਰੀ ਨਾ, ਇਹ ਕਿਤੇ ਹੁਣ ਆਂਦਾ ਹੀ ਮੈਰੀ ਕਰਾ ਕੇ ਆਇਆ ਨਾ, ਉਹਨੂੰ ਕੋਈ ਦਵਾਈ ਲੱਗੀ। ਉਹ ਇੱਥੇ ਕੀਤੀ ਆ। ਕੋਈ ਨਹੀਂ ਭੈਣ, ਉਹ ਜਿਹੜੀ ਉੱਪਰ ਲਾਲ ਰੰਗ ਦੀ ਨਹੀਂ ਹੁੰਦੀ ਹਾਂਜੀ ਉਹ ਲਾਂਦੇ ਭੈਣ, ਉਹਦੇ ਕੋਈ ਮੂੰਹ ਹੀ ਨਹੀਂ ਬਣਿਆ, ਕੋਈ ਨਿਸ਼ਾਨ ਲਾਉਣੀ ਕਿੱਥੇ ਆ? ਖਾਲੀ ਅੰਗੂਠੇ ਤੇ ਮਲੀ ਜਾਵੇ ਉਹ। ਫਿਰ ਮਾਸ ਪਟਿਆ ਜੀ ਮੇਰੇ ਕੋਲ ਲਿਖਾ ਲਓ। ਅੱਛਾ ਮੈਂ ਘੁੱਟ ਲਿਆ, ਮੈਨੂੰ ਈਜ਼ੀ ਜਦੋਂ ਤੈਨੂੰ ਵੇਖਿਆ ਨਾ ਵੀ ਘੁੱਟ ਲਿਆ।
ਲੇਟ ਰਿਐਕਟ ਹੋਇਆ ਉਹ ਵੇਖ ਐ ਇਹਦੀ ਸ਼ਕਲ ਚੈੱਕ ਕਰੋ। ਦੱਸਣ ਦੇ ਹੀ ਉਸਤਾਦ ਜੀ ਜਨਮ ਨਾਲ ਰੰਗ ਦੇਖ ਲਓ ਕਿੱਥੇ ਇੱਥੇ ਕਿਆ ਓਏ ਹੋਏ। ਕਿੱਥੇ ਉਹ ਯਾਰ ਇੰਨੇ ਨਹੀਂ ਦੇ ਠਹਿਰ ਜਾ। ਅੱਛਾ ਹੁਣ ਇਹ ਤਾਂ ਕਨਫਰਮ ਹੋ ਗਿਆ ਵੀ ਨਾ ਉੱਪਰ ਮੂੰਹ ਬਣਿਆ ਨਾ ਕੋਈ ਪੀਕ ਨਾ ਗੱਲਬਾਤ। ਹੁਣ ਤੇਰੇ ਸਾਹਮਣੇ ਕੀ ਰੌਲਾ ਹੋਣਾ? ਉਸਤਾਦ ਜੀ ਤਾਰ ਚ ਬਾਲੂਗੇ ਤੇ ਫੇਰ ਹੀ। ਉਹ ਕੀ ਗੱਲ ਆ ਮਾਸ ਪਾਟਾ ਮੈਨੂੰ ਅੱਛਾ ਇਹਨੇ ਨਾ ਉਸਤਾਦ ਜੀ ਆਹ ਦੇਖੋ ਇੱਕ ਨਹੀਂ ਨਹੀਂ ਕੀ ਹੈ ਕੀ ਹੈ? ਉਸਤਾਦ ਜੀ ਆਹ ਬ੍ਰੈਗ ਹੋਇਆ ਨਾ, ਨਹੀਂ ਵਾਲ ਕਿੱਥੋਂ ਪੁੱਟਿਆ ਗਿਆ? ਉਸਤਾਦ ਜੀ ਇਹਦੇ ਵਿੱਚੋਂ ਹੀ ਖਾਤਾ ਉੱਠਦਾ ਆ ਤੇ ਉਸਤਾਦ ਜੀ ਆ ਇੰਨੀ ਸ਼ੈਰ ਇਹਨੇ ਕਿਤੇ ਕੂਚੀ ਮਾਰ ਬੈਠਾ ਮੈਲ ਲੱਥ ਗਈ ਤੈਨੂੰ ਲੱਗਾ ਹੱਥ ਨਾ ਜ਼ਖਮ ਹੋ ਖਾਵੇ ਗਿਆ। ਦੇ ਅੱਛਾ ਇਹਦੇ ਨਾਲੋਂ ਜ਼ਿਆਦਾ ਚੀਚੀ ਚੀਚੀ ਦੇਖੋ ਵੀ ਚੀਚੀ ਨੂੰ ਸੋਚ ਪਈ ਅੱਛਾ ਤੈਨੂੰ ਦੱਸੀ ਅੰਗੂਠਾ ਬਹੁਤਾ ਜ਼ਖਮੀ ਲਾ ਰਿਹਾ ਕਿ ਚੀਚੀ ਲੱਗ ਰਹੀ? ਉਹਨੂੰ ਸੋਚ ਪਈ ਬੜੀ ਨਜ਼ਰ ਆ ਉਸਤਾਦ ਜੀ ਤੁਹਾਡੀ। ਇਹਨੂੰ ਸੱਟ ਕਨਫਰਮ ਨਹੀਂ ਹੋ ਰਹੀ ਹਲੇ। ਚੀਚੀ ਨੂੰ ਵੀ ਕੰਮ ਲੱਗਾ। ਚੀਜ਼ੀ ਨੂੰ ਵੀ ਲੱਗਾ ਮੈਂ ਕਹਿੰਦਾ ਯਾਰ ਉਸਤਾਦ ਜੀ ਬਹੁਤ ਬਰੀਕ ਓ ਯਾਰ ਆ ਵੇ ਓਏ ਯਾਰ ਯਾਰ ਉਸਤਾਦ ਜੀ ਨੂੰ ਸਮਝਾਓ। ਅੱਛਾ ਮੈਂ ਇੰਜ ਕੀਤਾ ਲੈ ਯਾਰ ਯਾਰ ਮੈਂ ਤਾਂ ਪੈਂਦੀ ਜੜ ਮੈਂ ਚਪੇੜ ਮਾਰ ਓਏ ਇੱਥੇ ਆ ਵੇ ਹੋਸਤਾ ਹੈ ਰੀ ਸਰ ਕਲਮ ਕਰਦੇ ਇਹਨੂੰ ਨਸ਼ੇਰੀਆ ਬਣਾ। ਫੌਜਾਂ ਲੱਗੀਆਂ ਭਾਈ ਅਗਲਾ ਕੁਛ ਨਹੀਂ ਉਹਦੇ ਪੈਰ ਨੂੰ ਹਾਂ ਜੀ। ਪੈਰ ਆਪਣੀ ਜਗ੍ਹਾ ਤੇ ਪੂਰਾ ਵਾ। ਕੁਮਾੜੀ ਮੋਟੀ ਅਗਰ ਕੋਈ ਹੋਇਆ ਮਸਲਾ ਉਹ ਇਦਾਂ ਦਾ ਨਾ ਵੀ ਅੱਜ ਚੌਥੇ 4 ਛੁੱਟੀਆਂ ਕਰਕੇ ਆ ਗਏ। ਉਹ ਸਿਗਟਾਂ ਦੀ ਡੱਬੀ ਤੇ ਜਿਹੜਾ ਪੈਰ ਬਣਿਆ ਹੁੰਦਾ ਨਾ ਉਹ ਇਹ ਤੋਂ ਸਹੀ ਹੁੰਦਾ। ਆ ਦੇ ਤੋਬਾ ਕਰ ਤਾਂ ਜੀ ਆ ਵੀਡੀਓ ਬਣਾਉਂਗੇ ਤੇ ਫੇਰ ਹੀ। ਸ਼ੁਕਰ ਕਰ ਪੈਰ ਬੜੇ ਹੁੰਦੇ ਨੇ ਤੇ ਤੇਰੇ ਬੋਲ ਬਣਨੇ ਸੀ ਤਾਂ ਜੀ ਕਹਿੰਦੇ ਪੈਰ ਨਹੀਂ ਕੁਛ ਹੋਇਆ। ਫਿਰ ਤੁਹਾਨੂੰ ਇਹ ਕਿੱਦਾਂ ਪਤਾ ਚੱਲਿਆ ਚੀਚੀ ਵੀ ਹੈ? ਅੱਛਾ ਮੇਰੀ ਗੱਲ ਸੁਣ, ਇਸੇ ਹੀ ਪੈਰ ਦੇ ਨਾਲ ਤੂੰ ਘਰ ਕਿੱਥੇ ਰਿਹਾ ਵਾ? ਉੱਠਿਆ ਹੀ ਨਹੀਂ। ਉੱਠਿਆ ਹੀ ਨਹੀਂ? ਮੈਂ ਤਾਂ ਜੀ ਕੋਈ ਬੰਦਾ ਕਹਿ ਦਵੇ ਮੈਨੂੰ ਦੇਖਿਆ ਵਾ ਘਰ ਦੀ ਵਿਦ ਫੈਮਿਲੀ ਤੋਂ ਨਹੀਂ ਇਲਾਵਾ। ਘਰ ਦੇ ਅੰਦਰ ਹਾਂਜੀ। ਵਾਸ਼ਰੂਮ ਜਾਂਦਾ ਰਿਹਾ? ਜਾਂਦਾ ਰਿਹਾ ਤਾਂ ਜੀ। ਉੱਠ ਕੇ ਬੈਗ ਰੋਟੀ ਖਾਂਦਾ ਰਿਹਾ? ਹਾਂਜੀ। ਉਦਾਂ ਇੱਥੇ ਬੈਗ ਸ਼ੋਅ ਕਰ ਲੈਂਦਾ ਆ ਕੇ? ਤਾਂ ਜੀ ਉਹ ਕੰਮ ਜ਼ਿਆਦਾ ਹੋ ਜਾਂਦਾ ਸੀ ਜਦੋਂ ਉੱਠਦਾ ਸੀ ਓ ਨਾ। ਯਾਰ ਬਾਸ ਜਦੋਂ ਮੈਂ ਫੋਨ ਕੀਤਾ ਮੈਂ ਕਿਹਾ ਤੂੰ ਇੱਥੇ ਆ ਜਾ ਕੰਬਲ ਦੇਾਂਗੇ ਜੇ ਤੈਨੂੰ ਬਹੁਤ ਵੀ ਬੁਖਾਰ ਹੈ। ਭਾਜੀ ਮੈਂ ਇਹਦੇ ਵਾਲਾ ਸਾਹਿਬ ਨੂੰ ਇਹ ਗੱਲ ਕਹੀ ਸੀ ਕਿ ਸਿਰਫ ਆ ਜਾਵੇ ਇੱਥੇ ਬਹਿ ਜਾਵੇ ਹੀਟਰ ਲੱਗਾ ਕੰਬਲ ਬੈੱਡ ਹਰ ਸ਼ੈ ਵਾ ਉੱਥੇ ਲੰਮੇ ਪੈ ਜਾਵੇ। ਤੇ ਮੈਂ ਅੱਗੋਂ ਕਿਹਾ ਮੈਂ ਕਿਹਾ ਯਾਰ ਨਹੀਂ ਹੋਰ ਠੀਕ ਹੋਏਗਾ ਤੇ ਆਏਗਾ। ਓਏ ਉਹਦੇ ਵਾਲਾ ਹਾਂਜੀ, ਸਾਹਿਬ ਦੀ ਗੱਲ ਓ ਚੱਪ ਅੱਬੂ ਘਰ ਨਹੀਂ ਸੀ ਨਾ ਅੱਬੂ ਨੂੰ ਕਾਲ ਕੀਤੀ। ਉਹ ਫਰੀਦ ਦਾਨਿਸ਼। ਜਿੱਦਾਂ ਦੁਕਾਨ ਤੇ ਕੋਈ ਬੱਚਾ ਨਹੀਂ ਖਿਲਾਰਦਾ ਤੇ ਮੇਰੀ ਜਗ੍ਹਾ ਤੂੰ ਖੜਾ ਹੋਈ ਸਾਡੇ ਤੇ ਵਾਲ ਸੱਦ ਲੱਗੀ ਆ ਅੱਛਾ ਇਹਨੂੰ ਖਿਲਾਰ ਕੇ ਆਪਣੀ ਜਗ੍ਹਾ ਸੱਟ ਤੇ ਖਿਲਾਰ ਗਏ ਅੱਛਾ ਤੂੰ ਕਹਿੰਦਾ ਮੇਰਾ ਉਹ ਕਹਿੰਦਾ ਮੇਰੀ ਆਪਣੀ ਸੱਟ ਤੇ ਮੈਨੂੰ ਖਿਲਾਰ ਕੇ ਗਏ। ਮੇਰੀ ਸੱਟ ਦਾ ਧਿਆਨ ਅੱਛਾ ਇਹਦਾ ਤਖੱਲਸ ਅਬਾਸ ਬਾਦ ਆਪਣਾ ਨਾਮ ਆ ਵੈਸੇ ਤਖੱਲਸ ਕਹਿੰਦਾ ਯਾਰ ਮੈਂ ਤਾਂ ਨਾਜ਼ਰੀਨ ਦੀ ਮਦਦ ਦੀ ਗੱਲ ਨਹੀਂ ਦੱਸੀ ਕਿ ਉਹ ਵੀ ਅੱਲਾ ਦਾ ਬੰਦਾ, ਅੱਲਾ ਦੀ ਗਾਂ ਹੀ ਆ। ਸਾਡੇ ਚਾਚੇ ਹੋਣੇ ਵੀ ਉਸਤਾਦ ਜੀ ਉਹਨੇ 3 ਵਾਰੀ ਸਪਾਰੀ ਦੇ ਦਿੱਤੀ। ਉਹ ਯਾਰ ਇਹਨੇ ਫੋਨ ਕੀਤਾ ਪਰਸੋਂ ਉਹਨਾਂ ਨੂੰ। ਇਹਨੇ ਕਿਹਾ ਹੈਲੋ ਚਾਚਾ ਜੀ। ਉਹਨੇ ਕਿਹਾ ਹਾਂਜੀ। ਇਹਨੇ ਕਿਹਾ ਜੀ ਮੈਂ ਦਫ਼ਤਰੋਂ ਬੋਲ ਰਿਹਾ ਉਸਤਾਦ ਨੂੰ ਤੁਹਾਡੇ ਨਾਲ ਗੱਲ ਕਰਨਾ ਚਾਹ ਰਿਹਾ। ਹਾਂਜੀ ਹਾਂਜੀ ਜੀ ਕਰਾਓ। ਉਹਨਾਂ ਨੇ ਗੱਲ ਕਰਤੀ। ਮੈਂ ਕਿਹਾ ਅਸਲਾਮ ਵਾਲੇਕੁਮ। ਵਾਸਲਾਮ ਕੀ ਹਾਲ ਆ ਜੀ? ਮੈਂ ਕਿਹਾ ਠੀਕ ਠਾਕ। ਹਾਂਜੀ। ਮੈਂ ਕਿਹਾ ਜੀ ਬਾਸ ਨਹੀਂ ਆ ਰਿਹਾ 6 ਵਜੇ ਆਉਂਦਾ 5 ਵਜੇ ਆਉਂਦਾ 4 ਵਜੇ ਆਉਂਦਾ। ਸਾਰੀ ਗੱਲ ਮੈਨੂੰ ਸੁਣ ਕਹਿੰਦੇ ਤੁਸੀਂ ਦਫ਼ਤਰੋਂ ਬੋਲ ਰਹੇ ਹੋ? ਸਾਜੀ ਨੇ ਮੈਨੂੰ ਕਿਹਾ ਯਾਰ ਮੈਂ ਜਦੋਂ ਉਹਨੇ ਕਿਹਾ ਤੁਸੀਂ ਦਫ਼ਤਰੋਂ ਬੋਲ ਰਹੇ ਮੈਂ ਕਿਹਾ ਲੈ ਯਾਰ ਅੱਛਾ ਯਾਰ ਘੜੇ 'ਚ ਛੁਰੀ ਬੰਨ ਕੇ ਨਾ ਉਸਤਾਦ ਜੀ ਉਹਨੇ ਟੰਗਿਆ ਵਾ ਵੀ ਇਹ ਬੂਹਾ ਖੋਲੇ ਤੇ ਸਿੱਧਾ ਵੱਜੇ। ਉਹ ਤੇ ਬੜੀਆਂ ਪਲੇਨ ਇਹ 9 ਵਾਰੀ ਬਚਿਆ ਇਹਨਾਂ ਦਾ ਆਪਸ 'ਚ ਨਾ ਉਹ ਟੌਮ ਐਂਡ ਜੈਰੀ ਵਾਲਾ ਸਰ ਉਹ ਹਿਸਾਬ। ਤਾਂ ਜੀ ਮਸੂਮ ਅੰਮਾ ਨੂੰ ਮੈਂ ਕਿਹਾ ਮੈਂ ਕਿਹਾ ਮੈਂ ਨਾ YouTube ਤੇ ਕੰਮ ਕਰਦਾ। ਉਹਨਾਂ ਨੂੰ ਇਹ ਹੀ ਆ ਨਾ ਕੋਈ YouTube ਤੇ ਹੀ ਕੰਮ ਕਰਦਾ। ਉਹ ਤੀਸਰੇ ਦਿਨ ਮੈਨੂੰ ਕਹਿਣ ਉੱਤੇ ਨੂੰ ਉੱਥੋਂ YouTube ਵਾਲਿਆਂ ਦਾ ਆਇਆ ਨਹੀਂ ਫੋਨ। ਅੱਛਾ ਵੀ YouTube ਵੱਲੋਂ ਫੋਨ ਨਹੀਂ ਆਇਆ? ਅੰਗਰੇਜ਼ ਉਤਰਨ ਵਿਚਾਰੇ ਸਾਬ ਲਾ ਲਾ ਜਿਹੜੀ ਮਾਂ ਕਹਿ ਰਹੀ ਆਪਣੇ ਪੁੱਤਰ ਨੂੰ ਕਿ ਤੈਨੂੰ ਫੋਨ ਨਹੀਂ ਆਇਆ ਵੀ ਤੂੰ ਜਾਣਾ ਨਹੀਂ, ਉਹਨੂੰ ਨਹੀਂ ਪਤਾ ਵੀ ਕਿੰਨਾ ਕੁ ਬਿਮਾਰ ਹੈ। ਨਹੀਂ ਉਹ ਉਸਤਾਦ ਜੀ ਮਾਸੂਮ ਨੇ ਇਹ ਉਹਨਾਂ ਨੂੰ ਅੱਗੋਂ ਕੋਈ ਗੱਲ ਸੁਣਾ ਦਿੰਦਾ ਜੀ। ਵਾ। ਇਹ ਗੱਲ ਅੱਲਾ ਮਾਫ ਕਰੇ ਕੋਈ। ਲੇਕਿਨ ਅੱਬਾ ਜੀ ਜਿਹੜੇ ਨੇ ਉਹ ਨਹੀਂ ਤੈਨੂੰ ਕੰਮ ਕਰਨ ਦੇ ਕਿਉਂਕਿ ਵਾਲਦ ਨੂੰ ਤੇ ਉਸਤਾਦ ਜੀ ਜ਼ਿੰਮੇਵਾਰੀ ਪਈ। ਉਦੋਂ ਫੋਨ ਕੀਤਾ ਉਹ ਕਹਿੰਦਾ ਉਹ ਤੁਸੀਂ ਦਫ਼ਤਰੋਂ ਬੋਲਣੇ। ਫਿਰ ਫੋਨ ਕੀਤਾ ਦਾਨਿਸ਼ ਨੇ ਤੇ ਕਹਿੰਦਾ ਅੱਛਾ ਜੇ ਮੈਂ ਜਗਾਨਾ ਉਹਨੂੰ ਜਗਾਨਾ ਵਾ ਅੱਲਾ ਦੀ ਰਹਿਮਤ ਨਾਲ ਰਿਸ਼ਤਾ ਖੋਡੇ ਵਾਲੇ ਵੇਖ ਲਿਆ ਸੀ। ਮੈਂ ਕਿਹਾ ਯਾਰ ਖੋਡੇ ਵਾਲੇ ਰਿਸ਼ਤਾ ਕਿਤੇ ਉਹਦਾ ਫਰੀਦ ਸਾਹਿਬ ਉਸਤਾਦ ਜੀ ਗੱਲ ਖੁੱਲ ਜਾਣੀ ਫਿਰ ਉਹਦੇ ਲਈ ਪੂਰਾ ਸ਼ੋਅ ਹੀ ਰੱਖੋ ਉਸਤਾਦ ਜੀ। ਮੈਂ ਕਿਹਾ ਜੀ ਉਹ 2 ਵਜੇ ਦਫ਼ਤਰ ਹੋਵੇ। ਬੇਟਾ ਮੈਂ ਇਹੋ ਜੀ ਤੈਨੂੰ ਪਤਾ ਮੈਂ ਗੱਲ ਕਰਨੀ ਹੈ ਨਾ ਤਾਂ ਤੇਰੇ ਘਰ ਪਹੁੰਚਣ ਤੋਂ ਪਹਿਲੇ ਜਵਾਬ ਆਇਆ ਹੋਣਾ ਇਹ ਮੈਂ ਤੁਹਾਨੂੰ ਦੱਸ ਦਿੱਤਾ। ਕੋਈ ਗੱਲ ਉਸਤਾਦ ਜੀ ਜਿੰਨੇ ਸਾਨੂੰ ਸਤਾਇਆ ਉਹਨੇ ਰਿਸ਼ਤਾ ਹੀ ਗਵਾਇਆ। ਅੱਛਾ ਉਹਨੂੰ ਮਿੱਟੀ ਹੋ ਗਿਆ ਵੀ ਇਹਨਾਂ ਨੇ ਕਿਤੇ ਪੌੜੀਆਂ ਜ਼ਿਆਦਾ ਚੜ੍ਹਦੇ ਤੇ ਵੇਖ ਆ ਦੇਖੀ ਪਰਲਾ ਪੈਰ ਫੜ ਲਿਆ ਹੋਵੇ ਉਹ ਪਰਲਾ ਸੀ ਇਹ ਹੀ ਆ। ਉਹ ਚੱਲ ਇਹ ਫੈਸਲਾ ਤੁਸੀਂ ਕਰਨਾ ਭੈਣ ਕਿ ਵੀ ਇਹਦਾ ਹੁਣ ਤੁਸੀਂ ਫੈਸਲਾ ਕਰਨਾ ਵੀ ਮੈਂ ਕੀ ਨਹੀਂ ਕਰਾਂ। ਸਾਜੀ ਉਹ ਇੰਨੀ ਮੁਹੱਬਤ ਕਰਦੇ ਹੋ ਇਹਨੂੰ ਸਜ਼ਾ ਵੀ ਦੇ ਸਕਦੇ ਯਾਰ ਤੇ ਫਿਰ ਉਹ ਮੁਹੱਬਤ ਕਰਦੇ ਨਾ ਤੇ ਮੈਨੂੰ ਵਿੱਚ ਕਾਦੀ ਸਜ਼ਾ? ਕੋਈ ਨਾ ਨਹੀਂ ਉਸਤਾਦ ਜੀ ਵੀ ਯਾਰ ਅਸੀਂ 4 ਜਣੇ ਬੈਠੇ ਵਿੱਚ ਮੈਂ ਵੀ ਬੈਠਾ ਫਰੀਦ ਵੀ ਹੈ ਜਾਂ ਕੋਈ ਵੀ
ਇਹ ਨਹੀਂ ਹੁੰਦਾ, ਉਹ ਕਹਿੰਦਾ ਜੀ ਫ੍ਰੀ, ਇਹ ਨਹੀਂ ਹੈਗਾ ਜੀ ਅਸੀਂ ਸ਼ੋਅ ਨਹੀਂ ਵੇਖਣਾ। ਹੁਣ ਦੱਸੋ ਕੀ ਕਰੀਏ ਅਸੀਂ? ਉਸਤਾਦ ਜੀ ਮੈਂ ਦਿਲੋਂ ਮਾਫੀ ਮੰਗੀ ਉਸਤਾਦ ਜੀ ਤੁਹਾਡੇ ਕੋਲ। ਉਹ ਕਿਹੜੀ ਮਾਫੀ ਹੈ ਯਾਰ ਇਹ? ਉਸਤਾਦ ਜੀ ਮੈਂ ਬੜੀ ਕੋਸ਼ਿਸ਼ ਕੀਤੀ, ਮੇਰੇ ਨਾਲ ਉਹ ਹਿਸਾਬ ਹੋ ਗਿਆ ਜਿਹੜਾ ਉਸ ਅੱਗੇ ਹੱਥ ਜੋੜ ਸਵਰਗ ਹੱਥ ਫਿਲਮ ਜੋੜ ਚ ਨਹੀਂ, ਉਸਤਾਦ ਜੀ ਦੇ ਅੱਗੇ ਹੱਥ ਜੋੜ, ਚੁੰਮੀ ਲੈ ਉਸਤਾਦ ਜੀ, ਚੁੰਮੀ ਲੈ ਫਰੀਦ ਸਾਹਿਬ ਹੋ ਜਾ। ਮੇਰੀ ਪੀਠ ਅੱਜ ਤੋਂ ਮਾਫੀਆਂ ਦਿਲੋਂ ਹੀ ਮੰਗਣੀਆਂ, ਐਂਡ ਵਾਲੀਆਂ ਤੇ ਡੇਟਾ ਵਾ ਸੈਂਡ ਨਹੀਂ ਹੋਣਾ ਸਾਰਾ ਕੁਝ। ਉਹ ਨਹੀਂ ਉਹਨੂੰ ਐਂਡ ਵਾਲੀਆਂ ਡੇਟਾ ਦਾ ਕੀ ਭਾਰ ਆ, ਉਹਨੇ ਸਲਮਾਨ ਕੋਲੋਂ ਐਡਵਾਂਸ ਲਿਆ ਐਡਵਾਂਸ ਇਹ ਵੀ ਮੈਨੂੰ ਕੱਪ ਹੋਏ। ਦਾਨਸ਼ ਦਾ ਤੇ ਇਹਦਾ ਵਾਧਾ ਇੱਕ ਵਾ। ਆ ਦੇਖੋ ਜਿੱਦਾਂ ਇਹ ਭੁੱਡ ਕੇ ਇੱਥੇ ਆ ਕੇ ਨਿਜ਼ਾਮ ਕਰਕੇ ਗਿਆ, ਪਿੱਛੋਂ ਪੈਰ ਇੰਜ ਹੋਇਆ, ਹੁਣ ਉਹਨੂੰ ਕੋ ਪਤਾ ਉਹਨੂੰ? ਉਸਤਾਦ ਜੀ ਉਹ ਤਾਂ ਮੰਨ ਗਿਆ। ਮੈਂ ਗੱਲ ਕਰਨੀ ਸੀ ਉਹਦੀ ਵਜ੍ਹਾ ਤੋਂ ਦਰਦ ਉਹ ਤੋਂ ਯਾਰ ਜੇ ਜਿਸ ਬਿਮਾਰੀ ਦੀ ਵਜ੍ਹਾ ਤੋਂ 4 ਛੁੱਟੀਆਂ ਬੰਦਾ ਕਰ ਲਵੇ ਨਾ, ਉਹ ਤੇ ਹਿਲਦਾ ਹੀ ਨਹੀਂ। ਤੂੰ ਤੜਫਣ ਡਿਆ, ਤੈਨੂੰ ਹੁਣ ਮੈਂ ਇੱਥੇ ਡਾਂਸ ਵੀ ਕਰਾਇਆ, ਤੂੰ ਵੀ ਕਰਨਾ। ਇਹ ਫੈਸਲਾ ਤੁਸੀਂ ਕਰਨਾ। ਨਹੀਂ ਉਸਤਾਦ ਜੀ ਤੁਹਾਡੀ ਮੁਹੱਬਤ ਚੋਂ ਦਰਦ ਨੂੰ ਭੁੱਲ ਗਿਆ ਉਹਨਾਂ ਨੂੰ। ਚਲੋ ਮਾਫ ਕਰ, ਚੱਲ ਮਾਫ ਕਰ ਦਿਓ, ਚੱਲ। ਜੱਫੀ ਪਾ ਜੱਫੀ। ਉਸਤਾਦ ਜੀ ਮੇਰੀ ਫੇਰ ਇੱਕ ਵਾਰੀ ਫੇਰ ਇੱਕ ਵਾਰੀ ਅਦਰ ਪੈਰ ਵਾਲੇ ਉਸਤਾਦ ਜੀ ਦੇ ਗੁੱਠਾ ਨਹੀਂ ਥੱਲੇ ਲੱਗੇਗਾ। ਜੱਫੀ ਮੇਰੀ ਟੀਟੋ, ਮਾਫੀ ਮੰਗ, ਮੇਰੀ ਟੀਟੋ, ਚੁੰਮੀ ਚੁੰਮੀ ਮੇਰੀ ਪੀਠ ਬੱਫੀ ਪਾ ਪਰਫਿਊਮ ਚੁੰਮੀ ਲੈ ਉਸਤਾਦ ਜੀ, ਚੁੰਮੀ ਲੈ। ਓਏ ਹਾਲਾ ਫੜ ਜਾ ਹਾਲਾ ਕੋ ਅੱਛਾ ਇਹ ਹੁੰਦਾ ਥੋੜਾ ਜਿਹਾ ਜੇ, ਬਾਅਦ ਚ ਪਤਾ ਜ਼ਿਆਦਾ ਲੱਗਦਾ। ਫਰੀਦ ਨਾ ਚੁੱਕ ਯਾਰ, ਉਸਤਾਦ ਪਾਗਲ ਜਿਹਾ ਹੈ, ਪਤਾ ਨਹੀਂ ਕੀ ਕਰ ਦੇਣਾ। ਪੈਸੇ ਪੂਰੇ ਕਰੋ, ਪੂਰੇ ਹੀ ਮੇਰੇ ਖਾਰਸ਼ ਸ਼ੁਰੂ ਹੋ ਗਈ। ਇਹ ਤੂੰ ਆਖਿਆ ਜਾਂ ਬੱਚਾ ਤੋਂ ਵਾਲ ਤਾਂ ਦੇਖੋ ਕਿੱਦਾਂ ਹੋ ਗਏ। ਲੇਕਿਨ ਮਾਰ ਲੈ ਓਏ ਹੋ ਜਾ, ਸਹੀ ਹੋ ਜਾ, ਸੱਟ ਸਹੀ ਕਰ ਲਾ, ਓਕੇ ਹੋ ਗਿਆ ਵਾ। ਅੱਜ ਤੋਂ ਬਾਅਦ ਅਗਲੇ ਹਫਤੇ ਤੱਕ ਕੋਈ ਏਦਾਂ ਦੀ ਛੁੱਟੀ ਕੀਤੀ ਚਿੱਤਰ ਖਾਏਗਾ। ਇੰਜ ਪੱਟੀ ਘੁਮਾ ਹੁਣ। ਕਹਿੰਦਾ ਇੰਜ ਪੱਟੀ ਘੁਮਾਓ, ਮਜ਼ੇ ਲੈ ਹੁਣ। ਓਕੇ ਹੋ ਗਈ ਹੈ ਤੇਰੀ ਪੱਟੀ ਇੰਜ ਸੁੱਟ ਕੇ ਤੇ ਉਹ ਡਾਂਸ ਕਰ। ਪੌੜੀਆਂ ਤੋਂ। ਲੇਕਿਨ ਉਸਤਾਦ ਜੀ ਜ਼ਿਆਦਾ ਨਾਰਾਜ਼ ਨੇ। ਤੂੰ 2 ਘੰਟੇ ਉਸਤਾਦ ਜੀ ਦੇ ਕੋਲ ਘੁੱਟ ਨੱਪ ਕੇ ਨਾ ਸਹੀ ਤਰ੍ਹਾਂ ਉਹ ਮਨਾ ਕੇ ਤੇ ਫਿਰ ਉੱਠਣਾ। ਫਿਰ ਛੁੱਟੀ ਕਰ ਲਈ ਕੱਲ ਨੂੰ। ਅੱਛਾ ਤਾਂ 4 ਦਿਹਾੜੀਆਂ ਘੁੱਟੜੀਆਂ ਨੂੰ ਸਮਝ ਲੱਗਣੀ ਸੱਟ ਕਿਹੜੀ ਪਾਉਣੀ ਹੈ। ਅੱਛਾ ਘਰੋਂ ਅੱਬਾ ਜੀ ਨੂੰ ਕਹਿ ਕੇ ਆਂਦਾ, ਇਹ ਨਹੀਂ ਕਹਿੰਦਾ ਮੈਂ ਸ਼ੋਅ ਕਰਨ ਚੱਲਾ, ਮੈਂ ਜ਼ਰਾ ਉਸਤਾਦ ਜੀ ਨੂੰ ਘੁੱਟ ਕੇ ਆਇਆ। ਜਨਨ ਇਹਦਾ ਸੀਨ ਇਹ ਵਾ ਯਾਰ। ਤਾਂ ਇਹ ਤਾਂ ਦਾਨਸ਼ ਦੇ ਘਰ ਜਾਂਦਾ ਤੇ ਇਹਦੀ ਅੰਮੀ ਕਹਿੰਦੀ ਵੇ ਉਹ YouTube ਤੋਂ ਬੰਦਾ ਆਇਆ ਸੀ ਕੋਈ। ਸਾਜੀ ਉਹ ਇੰਨੇ ਅੱਛੇ ਨੇ, ਇੰਨੇ ਮਾਸੂਮ ਆਹ ਆ ਯਾਰ ਤੇ ਬਾਕੀ ਯਾਰ ਮੇਰੀ ਗੱਲ ਸੁਣ, ਅਨਸਾਰੀ ਹੈ ਤੇ ਮਜ਼ੂਮ ਹੀ ਹੁੰਦੇ ਆ। ਇੱਕ ਹੋਰ ਵੀ ਕਿਹਾ ਸੀ ਅੰਮਾ ਨੇ ਉਸਤਾਦ ਜੀ, ਉਹ ਕਹਿੰਦੇ ਸੀ ਹੁਣ ਵਾਵਾ ਦੇਰ ਹੀ ਹੋ ਗਈ ਤੇਰੇ ਉਸਤਾਦ ਨੇ ਉਹ 4 ਦਾ ਡੱਬਾ ਨਹੀਂ ਜੈਨ ਮਨ ਉਸਤਾਦ ਨੇ ਪੁੱਛਿਆ ਸੀ, ਪਤਾ ਕਹਿੰਦੇ ਹਾਂਜੀ ਇਹ ਨਹੀਂ ਚਾਹੀਦਾ। ਅੱਛਾ ਇੰਨੇ ਮਾਸੂਮਾ ਵਾਲਦਿਨ ਵਿਚਾਰੇ ਅੱਲਾਹ ਤਾਲਾ ਸਹਿ ਦੇਵੇ। ਵਾਲਦ ਸਾਹਿਬ YouTube ਦਾ ਦਈ ਜਾਣੇ, YouTube ਤੇਰਾ ਭਲਾ ਹੋਵੇ ਬਈ, YouTube ਤੇਰੇ ਬੱਚੇ ਜੂਦੇ ਰਹਿਣ। ਇਹ ਤਾਂ ਹੈ ਹੀ ਐ ਵਿਚਾਰੀ। ਉਹਨਾਂ ਦੇ ਹਿਸਾਬ ਨਾਲ YouTube ਨਾ ਇੱਥੇ ਆ ਫੈਸਲਾ ਪਾ ਉਹ ਸਮਝਦੇ ਜੀ ਤੁਸੀਂ ਆ YouTube ਵਾਲਿਆਂ ਦਾ ਕਾਰਖਾਨਾ। ਲੋ ਜੀ ਨਾਜ਼ਰੀਨ, ਆਪਣਾ ਖਿਆਲ ਰੱਖੋ ਤੇ ਬਾਕੂ ਵਾਸਤੇ ਟਿਕਟਾਂ ਸ਼ੀਟਾਂ ਜਿਹੜਾ ਨਿਜ਼ਾਮ ਕਰ ਲਓ ਯਾਰ। ਚੱਲੀਏ ਕਿਤੇ, ਮੌਸਮ ਬੜਾ ਅੱਛਾ, ਬਾਕੂ ਫਿਰ ਕੇ ਆਈਏ ਆਜ਼ਰਬਾਈਜਾਨ। ਠੀਕ ਹੈ ਜੀ। ਤੇ ਦੂਜੀ ਗੱਲ ਇਹ ਆ ਕਿ ਇਹ ਜਿਹੜਾ ਪਹਿਲੇ ਚੱਲਿਆ ਸਾਰਾ ਸਿਸਟਮ ਮੇਰਾ ਤੇ ਫਰੀਦ ਦਾ, ਠੀਕ ਹੈ ਨਾ, ਇਹਦੇ ਲਈ ਸ਼ਾਇਦ ਕੁਛ 5-7 ਬੰਦੇ ਖੁਸ਼ ਵੀ ਹੁੰਦੇ ਹੋਣ, ਲੇਕਿਨ ਉਹ ਉਹਨਾਂ ਨੇ ਮਰ ਜਾਣਾ ਕਿਉਂਕਿ ਅਸੀਂ ਏਦਾਂ ਹੀ ਰਹਿਣਾ। ਇਹਨਾਂ ਨੇ ਇੱਕ ਦੂਜੇ ਨੂੰ ਫੋਨ ਕਰਨੇ ਆ, ਓਏ ਆ ਵੇਖ ਕਿਹਦਾ ਹੋਏ, ਓਏ ਹੋਏ 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 ਉਹ ਲੜ ਪਈ, ਓਏ ਇਦਾਂ, ਇਹ ਹੁਣ ਥੋੜੇ ਦੇਣੀ ਆ, ਇਹ ਹੁਣ ਗਏ। ਅਗਲੇ ਦਿਨ ਉਹਨੇ ਫੂਕਣਾ, ਓਏ ਉਹ ਫੇਰ ਇਕੱਠੇ ਹੀ ਬੈਠੇ। ਲੇਕਿਨ ਉਹਨਾਂ ਨੂੰ ਇਸ ਗੱਲ ਤੋਂ ਤੇ ਖਿਜਣਾ ਵਾ, ਮੈਂ ਇਸ ਗੱਲ ਤੋਂ ਵੀ ਖਿਜਣਾ ਵੀ ਉਹਨੂੰ ਸਾਡੀ ਸਾਈਕੀ ਦਾ ਵੀ ਪਤਾ। ਨਹੀਂ ਫਰੀਦ ਉਹਨੇ ਹੋਰ ਬਹੁਤਾ ਖਿੱਚਣਾ ਤੋਂ ਮੁਸ਼ਾਰਾ ਫੇਰ 15 ਦਿਨਾਂ ਬਾਅਦ ਹੋਣਾ। ਅੱਛਾ ਉਹਨੇ ਜਾਣ ਕੇ ਫੇਕ ਆਈਡੀਆ ਤੋਂ ਕਮੈਂਟ ਕਰਨੀ ਆ, जानी भाई 10 दिन हो गए हैं फिर फ्रेश मशारा नहीं आया, फरीद को पकड़े जरा इसको निकाले। ਉਹਨੇ ਫਿਰ ਆਪ ਕਮੈਂਟ ਕਰਨੇ ਮੈਂ ਹੀ ਚਵਲ ਹੂੰ, ਮੈਂ ਹੀ नहीं वो तो पता लग गया बड़ी ਇਹਨੂੰ ਉਹਦੇ ਹੋਰ ਪਤਾ ਲੋੜ ਆ। ਅੱਛਾ ਇਹ ਵੀ ਨਾ ਹੋਵੇ ਉਸਤਾਦ ਜੀ ਤੇ ਕਸਮ ਅਸੀਂ ਆ ਲਾ ਦਿੱਤਾ ਤੁਸੀਂ। मैं तो अपने वाइंड अप कर देता। चलो ਇਹ ਵੀ ਨਾ ਹੋਵੇ ਉਸਤਾਦ ਜੀ ਸਾਡੀ ਕੰਮ 'ਚ ਟਵਿਸਟ ਹੀ ਨਾ ਹੋਵੇ ਕਸਮ। ਯਾਰ ਇੱਕ ਹੋਰ ਮੈਂ ਤੁਹਾਨੂੰ ਗੱਲ ਦੱਸਾਂ ਵੀ ਸੱਚੀ ਗੱਲ ਆ, ਮੈਂ ਜਦੋਂ ਅੰਦਰੋਂ ਆਇਆ ਨਾ ਤੇ ਮੈਂ ਅੱਜ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਮੈਂ ਕੀ ਕਰਾਂ। ਮੈਂ ਫਿਰ ਕਿਹਾ ਚਲੋ ਅੱਲਾ ਖੈਰ ਕਰੇ। ਅੱਛਾ ਲੋਕਾਂ ਨੇ ਨਾ ਇਸ ਗੱਲ ਤੇ ਬਹੁਤ ਖਿੱਚਦੇ ਯਾਰ, ਤੁਸੀਂ ਜਦੋਂ ਤੁਹਾਨੂੰ ਪਤਾ ਵਾ ਐਂਡ ਤੇ ਨਹੀਂ ਲੋਕੀ ਕਹਿੰਦੇ ਆ ਬਕਵਾਸ ਕਰ ਰਹੇ, ਸੱਚੀ ਮੁੱਚੀ ਇਦਾਂ ਕਰ ਰਹੇ ਸੀ ਆਪਾਂ, ਇਹਨਾਂ ਸੱਚੀ ਮੁੱਚੀ ਕਰ ਰਹੇ ਸੀ। ਫਰੀਦ ਹੁਣ ਬੰਦਾ ਬਣ ਜਾ, ਤੇਰੀ ਮਿਹਰਬਾਨੀ। ਯਕਮ ਨੂੰ ਮੁਸ਼ਾਰਾ ਕਰਨਾ ਵਾ,
ਕਿਹੜੀ ਅਗਲੀ ਨੂੰ ਅਗਲੇ ਓਕੇ ਬਿਟੋ ਯਾਰ 2 ਹਫ਼ਤੇ ਡਨ ਕਰੋ ਯਾਰ ਅੱਜ ਹਾਂ 2 ਹਫ਼ਤਿਆਂ ਦੇ ਨਹੀਂ ਇਨਸ਼ਾਅੱਲਾ ਮੁਸ਼ਾਰਾ ਪਰ ਵਿਕੀ ਅੱਜ ਹੀ ਕੱਲ੍ਹ ਦੋ ਹੁਣ ਚਾਰ- ਮੈਂ ਕਹਿੰਦਾ ਉਸਤਾਦ ਜੀ ਉੱਥੇ ਹੀ ਮੰਜੀ ਡਾਓ ਇਹਦੀ ਗੱਲ ਦਾ ਮਜ਼ਾ ਹੈ ਕਹਿੰਦਾ ਉਹਨੇ ਨਹੀਂ ਮਾਫੀ ਮੰਗਣੀ ਭਾਈ ਲਾਹੌਰ ਵਾਲਾ ਕੱਲ ਕੋ 2 ਮੁਸ਼ਾਇਰੇ ਡਨ ਕरें फरीद भाई ਲੋ ਜੀ ਓਕੇ ਜੀ ਆਪਣਾ ਖਿਆਲ ਰੱਖੋ ਜੀ ਨਾਜ਼ਰੀਨ ਅੱਲਾ ਹਾਫਿਜ਼